ਪੰਜਾਬੀ ਆਡੀਓ ਬੁੱਕ ਸੁਣ ਰਹੇ ਸਾਰੇ ਸਰੋਤਿਆਂ ਨੂੰ ਫਤਿਹ ਅੱਜ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਇਨਕਲਾਬ ਭਾਗ ਦੂਜਾ। ਤੀਜਾ, ਧਰਮ। ਅਸਲੀ ਅਰਥਾਂ ਵਿੱਚ ਜਿਸ ਨੂੰ ਧਰਮ ਕਹਿੰਦੇ ਹਨ ਉਸ ਦਾ ਜਾਤਾਂ ਦੀ ਬਣਤਰ ਜਾਂ ਉਹਨਾਂ ਦੀ ਪਕਿਆਈ ਨਾਲ ਕੋਈ ਸਰੋਕਾਰ ਨਹੀਂ ਹੁੰਦਾ। ਜੇਕਰ ਜਾਤ ਪਾਤੀ ਬਣਾਉਣ ਜਾਂ ਕਾਇਮ ਰੱਖਣ ਵਿੱਚ ਸਾਂਝੇ ਧਾਰਮਿਕ ਵਿਸ਼ਵਾਸ ਜਾਂ ਸਿਧਾਂਤ ਦੀ ਪ੍ਰੇਰਨਾ ਹੁੰਦੀ ਤਾਂ ਇਹ ਪ੍ਰੇਰਨਾ ਘੱਟੋ ਘੱਟ ਹਿੰਦੂ ਧਰਮ ਨੂੰ ਇੱਕ ਸੰਪੂਰਨ ਧਰਮ ਦੀ ਸ਼ਕਲ ਵਿੱਚ ਇਕਮੁੱਠ ਕਰਦੀ ਅਤੇ ਇਸ ਨੂੰ ਫਿਰਕਿਆਂ ਤੇ ਪ੍ਰਥਾਵਾਂ ਦਾ ਬੇਡੋਲ ਜਿਹਾ ਢੇਰ ਨਾ ਰਹਿਣ ਦਿੰਦੀ। ਵੇਦਾਂ ਤੇ ਪੁਰਾਣਾਂ ਦੇ ਸਮੇਂ ਦੇ ਬ੍ਰਾਹਮਣਵਾਦ ਤੇ ਨਵੀਨ ਬ੍ਰਾਹਮਣਵਾਦ ਵਿਚਾਲੇ ਬਹੁਤ ਫਰਕ ਹੈ। ਬੁੱਤ ਪੂਜਾ ਤੇ ਉਪਾਸਨਾ, ਤੀਰਥਾਂ ਦੀ ਯਾਤਰਾ, ਗਊ ਦੀ ਪੂਜਾ ਅਤੇ ਨਸ਼ਿਆਂ ਤੇ ਮਾਸ ਦਾ ਪਰਹੇਜ਼ ਵੈਦਿਕ ਆਰਿਆਂ ਵਿੱਚ ਬਿਲਕੁਲ ਨਹੀਂ ਸੀ। ਚੀਨ ਯਾਤਰੀਆਂ ਫਾ ਹੀਨ ਤੇ ਹਿਊਨ ਸਾਂਗ ਨੇ ਕਿਤੇ ਵੀ ਲਿੰਗ ਪੂਜਾ ਦਾ ਜ਼ਿਕਰ ਨਹੀਂ ਕੀਤਾ। ਬੁੱਤ ਪੂਜਾ ਤੇ ਉਪਾਸਨਾ ਸ਼ੂਦਰਾਂ ਤੋਂ ਲਈਆਂ ਗਈਆਂ ਦੱਸੀਆਂ ਜਾਂਦੀਆਂ ਹਨ। ਦੇਵੀ ਭੈਰੋ ਤੇ ਹਨੂਮਾਨ ਦੀ ਪੂਜਾ ਦਰਾਵੜਾਂ ਤੋਂ ਲਈ ਗਈ। ਕੁਝ ਲੇਖਕ ਤਾਂ ਇੱਥੋਂ ਤੱਕ ਵੀ ਕਹਿੰਦੇ ਹਨ ਕਿ ਬ੍ਰਾਹਮਣ ਪੰਥੀ ਹਿੰਦੂ ਧਰਮ ਦੇ ਕਈ ਮੁੱਖ ਵਿਸ਼ਵਾਸ ਤੇ ਰਸਮਾਂ ਜਿਵੇਂ ਸ਼ਿਵ ਤੇ ਉਮਾ ਦੀ ਪੂਜਾ, ਵਿਸ਼ਨੂੰ ਤੇ ਸ਼੍ਰੀ ਦੀ ਪੂਜਾ, ਯੋਗ ਦਾ ਫਲਸਫਾ ਤੇ ਵਿਧੀਆਂ ਵੀ ਗੈਰ ਆਰੀਆ ਸੋਤਰਾਂ ਤੋਂ ਲਈਆਂ ਗਈਆਂ। ਮਨੁੱਖ ਦੀ ਬਲੀ ਦੇਣੀ ਵੀ ਵੈਦਿਕ ਧਰਮ ਦਾ ਰਿਵਾਜ ਨਹੀਂ ਸੀ, ਪਰ ਰਾਮਾਇਣ ਤੇ ਮਹਾਭਾਰਤ ਦੇ ਸਮੇਂ ਤੋਂ ਹੀ ਇਹ ਸ਼ਿਵ ਤੇ ਦੁਰਗਾ ਦੀ ਪੂਜਾ ਦੀ ਇੱਕ ਮੰਨੀ ਹੋਈ ਵਿਧੀ ਸੀ। ਬ੍ਰਾਹਮਣ ਧਰਮ ਦੇ ਦਾਇਰੇ ਤੋਂ ਬਾਹਰ ਦੀਆਂ ਨਸਲਾਂ ਦੇ ਦੇਵਤੇ, ਧਾਰਮਿਕ ਪ੍ਰਥਾਵਾਂ, ਦੇਵ ਕਥਾਵਾਂ ਬਾਅਦ ਵਿੱਚ ਪ੍ਰਚਲਿਤ ਹੋਏ ਨਵੀਨ ਬ੍ਰਾਹਮਣਵਾਦ ਦਾ ਅੰਗ ਬਣੇ। ਇਸ ਤਰ੍ਹਾਂ ਵੱਖ-ਵੱਖ ਮਤਾਂ ਤੇ ਵਿਸ਼ਵਾਸਾਂ ਦੀ ਮਿਲਾਵਟ ਨਵੀਨ ਬ੍ਰਾਹਮਣਵਾਦ ਦੇ ਵਾਧੇ ਲਈ ਵੱਡੀ ਸਹਾਇਕ ਹੋਈ। ਇਸ ਦੇ ਨਤੀਜੇ ਦੇ ਤੌਰ ਤੇ ਭਿੰਨ-ਭਿੰਨ ਕਿਸਮ ਦੇ ਅਜਿਹੇ ਧਾਰਮਿਕ ਵਿਸ਼ਵਾਸਾਂ, ਫਿਰਕਿਆਂ, ਪ੍ਰਥਾਵਾਂ ਤੇ ਵਿਧੀਆਂ ਦਾ ਇਕੱਠ ਕਾਇਮ ਹੋਇਆ, ਜਿਨ੍ਹਾਂ ਵਿੱਚੋਂ ਕਈ ਇੱਕ ਦੂਜੇ ਦੇ ਖੁੱਲ੍ਹੇ ਵਿਰੋਧੀ ਸਨ। ਅਸਲ ਵਿੱਚ ਨਵੀਨ ਬ੍ਰਾਹਮਣਵਾਦ ਨੂੰ ਉਲੀਕਣਾ ਹੀ ਮੁਸ਼ਕਿਲ ਹੈ। ਹਿੰਦੂ ਧਰਮ ਦਾ ਉਲੀਕਿਆ ਨਾ ਜਾ ਸਕਣਾ ਇਤਫਾਕੀਆ ਗੱਲ ਨਹੀਂ, ਸਗੋਂ ਧਰਮ ਦਾ ਇੱਕ ਕੇਂਦਰੀ ਨੁਕਤਾ ਹੈ। ਗੱਲ ਸਾਫ਼ ਹੀ ਹੈ ਕਿਉਂਕਿ ਧਾਰਮਿਕ ਵਿਸ਼ਵਾਸਾਂ ਤੇ ਉਹਨਾਂ ਦੀ ਅਮਲੀ ਵਰਤੋਂ ਵਿੱਚ ਕੋਈ ਏਕਤਾ ਨਹੀਂ ਸੀ। ਇਸ ਲਈ ਵੱਖ-ਵੱਖ ਮਤਾਂ ਦੇ ਮੇਲ ਵਾਲੇ ਨਵੀਨ ਬ੍ਰਾਹਮਣਵਾਦ ਤੇ ਉਸਦੇ ਸਮਾਜਿਕ ਪ੍ਰਬੰਧ ਦੇ ਪਿੱਛੇ ਇਸ ਨੂੰ ਤੋੜਨ ਵਾਲੀ ਸ਼ਕਤੀ ਧਰਮ ਦੀ ਨਹੀਂ ਸੀ ਹੋ ਸਕਦੀ। ਭਾਵੇਂ ਘਾੜਤ ਘੜੀ ਗਈ ਕਿ ਨਵੀਨ ਬ੍ਰਾਹਮਣਵਾਦ ਦਾ ਸੋਤਰ ਵੈਦਿਕ ਧਰਮ ਤੇ ਇਸ ਦੀਆਂ ਰਵਾਇਤਾਂ ਹਨ, ਪਰ ਅਸਲ ਵਿੱਚ ਹਕੀਕਤ ਇਹ ਨਹੀਂ ਸੀ। ਇਹ ਘਾੜਤ ਘੜੀ ਹੀ ਵੈਦਿਕ ਅਧਿਕਾਰ ਦੀ ਤੇ ਪੁਰਾਣੀ ਰਵਾਇਤ ਦੀ ਪ੍ਰਵਾਨਗੀ ਦੀ ਮੋਹਰ ਲਵਾਉਣ ਲਈ ਸੀ, ਕਿਉਂਕਿ ਮੁੱਖ ਤੌਰ ਤੇ ਨਵੀਨ ਬ੍ਰਾਹਮਣਵਾਦ ਦੀ ਚੜ੍ਹਤਲ ਦੇ ਸਮੇਂ ਹੀ ਜਾਤ ਪਾਤੀ ਭੇਦਭਾਵ ਨੂੰ ਪਕਿਆਈ ਮਿਲੀ। ਇਸ ਤੋਂ ਇਹ ਨਤੀਜਾ ਨਿਕਲਦਾ ਹੈ ਕਿ ਜਾਤ ਪਾਤੀ ਸਿਸਟਮ ਨੂੰ ਪੱਕਿਆ ਕਰਨ ਪਿੱਛੇ ਕੋਈ ਸਾਂਝਾ ਧਾਰਮਿਕ ਵਿਸ਼ਵਾਸ ਨਹੀਂ ਸੀ ਹੋ ਸਕਦਾ। ਚੌਥਾ, ਸਭ ਤੋਂ ਭਾਰੀ ਮਜਬੂਰੀ। ਉਸ ਸਮੇਂ ਦੇ ਦੌਰਾਨ ਜਦ ਦੇਵੀ ਦੇਵਤਿਆਂ, ਫਿਰਕਿਆਂ, ਨਸਲੀ ਤਵੱਸਬਾਂ ਤੇ ਹੋਰ ਨਿੰਦ ਵਿਚਾਰਾਂ ਦੀ ਕਦਰ ਲਗਾਤਾਰ ਵੱਧਦੀ ਘਟਦੀ ਰਹੀ, ਇੱਕ ਭਾਵਨਾ ਸਦੀਵੀ ਤੌਰ ਤੇ ਕਾਇਮ ਰਹੀ। ਇਹ ਸੀ ਹਿੰਦੂ ਧਰਮ ਦਾ ਵਿਚਾਰ। ਹਿੰਦੂ ਧਰਮ ਦਾ ਵਿਚਾਰ ਬ੍ਰਾਹਮਣਵਾਦ ਦੇ ਸਮਾਜਿਕ ਪ੍ਰਬੰਧ ਅਰਥਾਤ ਜਾਤ ਪਾਤੀ ਸਿਸਟਮ, ਵਰਨ ਆਸ਼ਰਮ ਧਰਮ ਦਾ ਜਾਂ ਦੂਸਰਾ ਨਾਮ ਸੀ ਜਾਂ ਇਸ ਨਾਲ ਬਿਲਕੁਲ ਘੁਲਿਆ ਮਿਲਿਆ ਹੋਇਆ ਸੀ। ਨਦੀ ਦੇ ਕੰਢਿਆਂ ਵਾਂਗ ਵਰਨ ਆਸ਼ਰਮ ਧਰਮ ਨੇ ਉਹ ਹੱਦ ਕਾਇਮ ਕੀਤੀ ਹੋਈ ਸੀ ਜਿਸ ਦੇ ਅੰਦਰ ਰਹਿ ਕੇ ਭਾਰਤ ਦੇ ਸਮਾਜਿਕ ਜੀਵਨ ਦੀ ਰੋਂ ਵਗਦੀ ਸੀ। ਵਰਨ ਆਸ਼ਰਮ ਧਰਮ ਇਹ ਵੀ ਨੀਅਤ ਕਰਦਾ ਸੀ ਕਿ ਇਹ ਸਮਾਜਿਕ ਰੋਂ ਕਿਸ ਸੇਧ ਵੱਲ ਚੱਲੇ। ਜਦ ਤੱਕ ਇਹ ਰੋਂ ਮਿੱਥੀ ਹੋਈ ਸਮਾਜਿਕ ਹੱਦਬੰਦੀ ਵਿੱਚ ਵਗਦੀ, ਸਭ ਕਿਸਮ ਦੇ ਅੰਧ ਵਿਸ਼ਵਾਸ, ਵਿਚਾਰ, ਮਾਨਤਾਵਾਂ, ਫਿਰਕੇ ਤੇ ਰਿਵਾਜ ਕਰਨੀਆਂ ਦੀ ਸਮਾਈ ਇਸ ਵਿੱਚ ਹੁੰਦੀ ਅਤੇ ਇਹ ਸਭ ਹਿੰਦੂ ਧਰਮ ਦਾ ਹਿੱਸਾ ਬਣ ਜਾਂਦੇ। ਪਰ ਵਰਨ ਆਸ਼ਰਮ ਧਰਮ ਦੇ ਸਮਾਜਿਕ ਪ੍ਰਬੰਧ ਦੇ ਢਾਂਚੇ ਨੂੰ ਜਦ ਕਿਸੇ ਤਰ੍ਹਾਂ ਦੀ ਵੀ ਢਾਹ ਲੱਗਣ ਦਾ ਖਤਰਾ ਹੁੰਦਾ
ਤਾਂ ਅਜਿਹੀ ਹਰਕਤ ਤੋਂ ਪੈਦਾ ਹੋਣ ਵਾਲੇ ਖਤਰੇ ਨੂੰ ਲੋੜ ਅਨੁਸਾਰ ਉਸ ਵੱਲ ਘੂਰ ਕੇ ਦੇਖਿਆ ਜਾਂਦਾ, ਨਿੰਦਿਆ ਜਾਂਦਾ ਜਾਂ ਉਸ ਦਾ ਡਟ ਕੇ ਮੁਕਾਬਲਾ ਕੀਤਾ ਜਾਂਦਾ। ਇਹ ਬੁਨਿਆਦੀ ਸਿਧਾਂਤ ਹੈ। ਕਾਰਨ ਤਾਂ ਹੋਰ ਵੀ ਕਈ ਵਾਪਰਦੇ ਹੋਣਗੇ, ਪਰ ਨਵੀਨ ਬ੍ਰਾਹਮਣਵਾਦ ਦੇ ਸਮੇਂ ਦੇ ਭਾਰਤ ਦੀਆਂ ਮੁੱਖ ਸਮਾਜੀ ਤੇ ਸਮਾਜਿਕ ਧਾਰਮਿਕ ਗਤੀਵਿਧੀਆਂ ਦੀ ਵਿਆਖਿਆ ਇਸ ਸਿਧਾਂਤ ਅਨੁਸਾਰ ਵਧੇਰੇ ਚੰਗੀ ਤਰ੍ਹਾਂ ਸਪਸ਼ਟ ਹੁੰਦੀ ਹੈ। ਜਿੱਥੋਂ ਤੱਕ ਨਿਰੋਲ ਧਾਰਮਿਕ ਵਿਸ਼ਵਾਸਾਂ ਦਾ ਸੰਬੰਧ ਹੈ, ਪੁਰਾਤਨ ਪੰਥੀ ਹਿੰਦੂਵਾਦ ਬੜਾ ਖੁੱਲ੍ਹਦਿਲਾ ਹੈ। ਇਉਂ ਵੀ ਹੁੰਦਾ ਹੈ ਕਿ ਪਿਤਾ ਤਾਂ ਸ਼ਿਵ ਉਪਾਸਕ ਹੋਵੇ ਅਤੇ ਪੁੱਤਰ ਵਿਸ਼ਨੂੰ ਦਾ ਆਰਾਧੂ ਹੋਵੇ। ਇੱਕ ਹੀ ਧਰਮ ਅੰਦਰ ਇਸ ਤੋਂ ਵਡੇਰੀ ਧਾਰਮਿਕ ਸਹਿਣਸ਼ੀਲਤਾ ਹੋਰ ਨਹੀਂ ਹੋ ਸਕਦੀ। ਪੁਰਾਤਨ ਹਿੰਦੂ ਸਨਾਤਨਤਾ ਨੇ ਜਾਂ ਤਾਂ ਪਹਿਲਾਂ ਬੁੱਧ ਧਰਮ ਦੇ ਖਿਲਾਫ ਭੰਬਾਕੇ ਵਰਗਾ ਵਿਰੋਧ ਪ੍ਰਗਟ ਕੀਤਾ ਤੇ ਜਾਂ ਫਿਰ ਇਸਲਾਮ ਦੇ ਵਿਰੁੱਧ ਅਜਿਹਾ ਕੀਤਾ। ਇਸਲਾਮ ਦੇ ਵਿਰੁੱਧ ਇਹ ਵਿਰੋਧ ਹੱਕੀ ਤਾਂ ਨਹੀਂ ਸੀ, ਪਰ ਫਿਰ ਵੀ ਇਹ ਸਮਝ ਵਿੱਚ ਆਉਣ ਵਾਲੀ ਗੱਲ ਸੀ। ਹਿੰਦੂਆਂ ਨੂੰ ਪਵਿੱਤਰ ਲੱਗਣ ਵਾਲੀਆਂ ਗੱਲਾਂ ਦਾ ਅਪਮਾਨ ਜਿਸ ਤਰ੍ਹਾਂ ਮੁਸਲਿਮ ਹਮਲਾਵਰਾਂ ਨੇ ਕੀਤਾ ਸੀ, ਉਸ ਦੇ ਵਿਰੁੱਧ ਇਹ ਜਵਾਬੀ ਕਾਰਵਾਈ ਸੀ। ਪਰ ਬੁੱਧ ਧਰਮ ਦਾ ਸਭ ਤੋਂ ਵੱਡਾ ਖਾਸਾ ਪ੍ਰੇਮ ਤੇ ਸਹਿਣਸ਼ੀਲਤਾ ਹੈ। ਹੋਰ ਦੂਜੇ ਵੱਡੇ ਧਰਮਾਂ ਦੇ ਪੈਰੋਕਾਰਾਂ ਦੀ ਕਾਰਵਾਈ ਦੇ ਮੁਕਾਬਲੇ ਬੋਧੀਆਂ ਦੇ ਇਸ ਅਮਲ ਦੀ ਪ੍ਰਸ਼ੰਸਾ ਹੀ ਕੀਤੀ ਜਾ ਸਕਦੀ ਹੈ। ਭਗਵਾਨ ਬੁੱਧ ਨੇ ਬ੍ਰਾਹਮਣਾਂ ਲਈ ਆਦਰ ਦਰਸਾਇਆ ਸੀ ਤੇ ਅਸ਼ੋਕ ਨੇ ਵੀ ਆਪਣੇ ਸ਼ਿਲਾਲੇਖਾਂ ਵਿੱਚ ਅਜਿਹਾ ਆਦਰ ਪ੍ਰਗਟਾਇਆ ਸੀ। ਫਿਰ ਭਾਰਤ ਵਿੱਚ ਪੈਦਾ ਹੋਣ ਵਾਲੇ ਸਾਰੇ ਫਿਰਕਿਆਂ ਵਿੱਚੋਂ ਬੋਧੀਆਂ ਨੂੰ ਹੀ ਭਾਰਤ ਵਿੱਚੋਂ ਉਹਨਾਂ ਦੀ ਸਫਾ ਵਲੇਟਣ ਲਈ ਕਿਉਂ ਚੁਣਿਆ ਗਿਆ? ਉਹਨਾਂ ਨੂੰ ਭਾਰਤੀ ਜੀਵਨ ਵਿੱਚੋਂ ਕਿਉਂ ਇਸ ਤਰ੍ਹਾਂ ਖਾਰਜ ਕਰ ਦਿੱਤਾ ਗਿਆ, ਜਿਵੇਂ ਮਨੁੱਖੀ ਸਰੀਰ ਆਪਣੇ ਅੰਦਰੋਂ ਕਿਸੇ ਹਾਨੀਕਾਰਕ ਓਪਰੇ ਤੱਤ ਨੂੰ ਕੱਢ ਬਾਹਰ ਕਰਦਾ ਹੈ? ਬੋਧੀਆਂ ਨਾਲ ਟੱਕਰ ਇਸ ਕਰਕੇ ਨਹੀਂ ਸੀ ਕਿ ਉਹ ਨਾਸਤਕ ਸਨ, ਕਿਉਂਕਿ ਬਾਅਦ ਵਿੱਚ ਬੁੱਧ ਨੂੰ ਹਿੰਦੂ ਧਰਮ ਨੇ ਅਵਤਾਰ ਮੰਨ ਲਿਆ। ਨਾਸਤਕ ਤਾਂ ਸਾਂਖ ਤੇ ਹੋਰ ਸਨਾਤਨੀ ਨਾਸਤਕ ਸੰਸਥਾਵਾਂ ਵੀ ਸਨ। ਇਸ ਤੋਂ ਇਲਾਵਾ ਇੱਕ ਬੰਨੇ ਸਨਾਤਨ ਧਰਮ ਅਤੇ ਦੂਸਰੇ ਬੰਨੇ ਬੁੱਧ ਤੇ ਜੈਨ ਧਰਮਾਂ ਵਿਚਕਾਰ ਜੋ ਪਾੜ ਹਨ, ਉਸ ਨਾਲੋਂ ਉਹ ਪਾੜ ਵੱਡੇ ਹਨ ਜੋ ਸਨਾਤਨ ਧਰਮ ਦੇ ਆਪਣੇ ਅੰਦਰ ਮੁਕਤੀ ਪ੍ਰਾਪਤ ਕਰਨ ਦੇ ਵੱਖ-ਵੱਖ ਮਾਰਗਾਂ ਵਿੱਚ ਹਨ। ਬੋਧੀਆਂ ਨੂੰ ਕਾਫਰ ਸਮਝੇ ਜਾਣ ਦਾ ਦੂਜਾ ਸਬਬ ਇਹ ਦੱਸਿਆ ਜਾਂਦਾ ਹੈ ਕਿ ਉਹ ਵੇਦਾਂ ਦੀ ਧਰਮ ਸੱਤਾ ਨੂੰ ਨਹੀਂ ਮੰਨਦੇ ਸਨ, ਪੁਜਾਰੀ ਬ੍ਰਾਹਮਣਾਂ ਦੇ ਪ੍ਰਭਾਵ ਨੂੰ ਖਤਮ ਕਰਦੇ ਸਨ ਅਤੇ ਬ੍ਰਾਹਮਣੀ ਰੀਤਾਂ ਨੂੰ ਨਿੰਦਦੇ ਸਨ। ਇਸ ਪੱਖੋਂ ਬੋਧੀਆਂ ਦੇ ਕਾਫਰ ਹੋਣ ਬਾਰੇ ਦੋਸ਼ ਠੀਕ ਹੈ, ਪਰ ਇਸ ਦਾ ਅਸਲੀ ਸਮਾਜਿਕ ਮਹੱਤਵ ਸਮਝਿਆ ਨਹੀਂ ਗਿਆ। ਬ੍ਰਾਹਮਣ ਪੰਥੀਆਂ ਦੀ ਅਸਲੀ ਚਿੰਤਾ ਇਹ ਨਹੀਂ ਸੀ ਕਿ ਬੁੱਧ ਮਤ ਵੈਦਿਕ ਧਰਮ ਤੇ ਇਸ ਦੀ ਰੀਤ ਨਾਲੋਂ ਵੱਖਰਾ ਕਿਉਂ ਹੈ, ਕਿਉਂਕਿ ਨਵੀਨ ਬ੍ਰਾਹਮਣਵਾਦ ਦਾ ਆਪਣਾ ਸਿਧਾਂਤ ਤੇ ਰੀਤ ਵੀ ਵੈਦਿਕ ਧਰਮ ਨਾਲੋਂ ਵੱਖਰੀ ਸੀ, ਸਗੋਂ ਇਹ ਪੁਰਾਣੇ ਵੈਦਿਕ ਧਰਮ ਨਾਲੋਂ ਟੁੱਟ ਚੁੱਕਾ ਸੀ। ਹਿੰਦੂ ਮਤ ਦੇ ਜੋ ਕੁਝ ਵੀ ਲੋਕ ਤੇ ਪਰਲੋਕ ਦੇ ਸਿਲਸਿਲੇ ਵਿੱਚ ਬੁਨਿਆਦੀ ਵਿਚਾਰ ਹਨ, ਉਹਨਾਂ ਦਾ ਵੇਦਾਂ ਵਿੱਚ ਕੋਈ ਜ਼ਿਕਰ ਨਹੀਂ ਮਿਲਦਾ। ਵੇਦ ਤਾਂ ਹਿੰਦੂਵਾਦੀ ਧਰਮ ਦੇ ਉਲਟ ਹਨ। ਇਹ ਹਿੰਦੂਵਾਦ ਤਰਲ ਧਾਰਮਿਕ ਵਿਚਾਰਾਂ, ਵਿਸ਼ਵਾਸਾਂ, ਪ੍ਰਥਾਵਾਂ ਵਗੈਰਾ ਦੀ ਇੱਕ ਅਜਿਹੀ ਮਿਲਾਵਟ ਹੈ ਕਿ ਹੁਣ ਇਹ ਕਹਿਣਾ ਬੜਾ ਹੀ ਮੁਸ਼ਕਲ ਹੈ ਕਿ ਹਿੰਦੂਵਾਦ ਕੀ ਹੈ, ਕਿੱਥੋਂ ਸ਼ੁਰੂ ਹੁੰਦਾ ਹੈ ਤੇ ਕਿੱਥੇ ਮੁੱਕਦਾ ਹੈ। ਭਿੰਨਤਾ ਇਸ ਦਾ ਵਿਸ਼ੇਸ਼ ਚਿੰਨ੍ਹ ਹੈ। ਸੋ ਖਤਰਾ ਅਸਲ ਵਿੱਚ ਧਾਰਮਿਕ ਸਿਧਾਂਤਾਂ ਤੇ ਵਿਸ਼ਵਾਸਾਂ ਨੂੰ ਨਹੀਂ ਸੀ, ਸਗੋਂ ਸਨਾਤਨੀ ਸਮਾਜਿਕ ਪ੍ਰਬੰਧ ਨੂੰ ਤੇ ਉਸ ਨੂੰ ਸੀ ਜਿਸ ਨੂੰ ਵਰਨ ਆਸ਼ਰਮ ਕਿਹਾ ਜਾਂਦਾ ਸੀ। ਸਨਾਤਨੀ ਫਿਰਕਿਆਂ ਦੇ ਮੁਕਾਬਲੇ ਉੱਤੇ ਗੈਰ ਸਨਾਤਨੀ ਫਿਰਕਿਆਂ ਦਾ ਅਸਲੀ ਕੁਫਰ ਇਹ ਹੈ ਕਿ ਇਹ ਮਨੁੱਖ ਦਾ ਸੰਬੰਧ ਉਸ ਦੇ ਕਿਰਿਆਕਰਮ ਦੇ ਧਰਮ ਨਾਲੋਂ ਤੋੜਦੇ ਹਨ ਅਤੇ ਇਸ ਰਾਹੀਂ ਉਸ ਦੀ ਜੱਦੀ ਜਾਤ ਦੇ ਫਰਜ਼ਾਂ ਨਾਲੋਂ ਤੋੜਦੇ ਹਨ। ਇਸ ਤਰ੍ਹਾਂ ਕਰਨ ਨਾਲ ਉਸ ਦੇ ਧਰਮ ਦਾ ਨਾਸ ਮਾਰਦੇ ਹਨ। ਜਦ ਇਸ ਤਰ੍ਹਾਂ ਹੋਵੇ ਤਾਂ ਹਿੰਦੂ ਦੀ ਜਾਤ ਖਤਮ ਹੋ ਜਾਂਦੀ ਹੈ, ਕਿਉਂਕਿ ਹਿੰਦੂ ਆਪਣੀ ਜਾਤ ਰਾਹੀਂ ਹੀ ਹਿੰਦੂ ਜਾਤੀ ਨਾਲ ਜੁੜਿਆ ਹੁੰਦਾ ਹੈ। ਇਸ ਕਰਕੇ ਉਸ ਦਾ ਹਿੰਦੂ ਜਾਤੀ ਨਾਲੋਂ ਨਾਤਾ ਟੁੱਟ ਜਾਂਦਾ ਹੈ। ਵਰਨ ਆਸ਼ਰਮ ਧਰਮ ਆਪਣਾ ਅਧਿਕਾਰ ਵੇਦਾਂ ਦੀ, ਹੋਰ ਧਰਮ ਪੁਸਤਕਾਂ ਦੀ ਤੇ ਪੁਰਾਣੀ ਰਵਾਇਤ ਦੀ ਵਿਆਖਿਆ ਤੋਂ ਹਾਸਲ ਕਰਦਾ ਸੀ। ਇਸ ਲਈ ਪੁਰਾਣੀਆਂ ਧਰਮ ਪੁਸਤਕਾਂ ਦੇ ਅਧਿਕਾਰ ਨਾਲੋਂ ਕਿਸੇ ਤਰ੍ਹਾਂ ਦਾ ਵੀ ਸੰਬੰਧ, ਭਾਵੇਂ ਮਾਮੂਲੀ ਜਿਹਾ ਤੇ ਦਿਖਾਵੇ ਮਾਤਰ ਵੀ ਕਿਉਂ ਨਾ ਹੋਵੇ, ਜਾਤ ਪਾਤੀ ਪ੍ਰਬੰਧ ਲਈ ਜ਼ਰੂਰੀ ਸੀ। ਇਸ ਢਕੋਸਲੇ ਵਿੱਚ ਤੱਤ ਨਹੀਂ ਸੀ, ਦਿਖਾਵਾ ਸੀ, ਕਿਉਂਕਿ ਉਹਨਾਂ ਪ੍ਰਥਾਵਾਂ, ਰਿਵਾਜਾਂ
ਤੇ ਵਰਤੋਂ ਵਿਹਾਰਾਂ ਨੂੰ ਬ੍ਰਾਹਮਣ ਆਪ ਵੀ ਅਪਣਾ ਲੈਂਦੇ ਜਾਂ ਉਸ ਨਾਲ ਮੇਲ ਜੋਲ ਰੱਖਦੇ ਸਨ ਜੋ ਵੇਦਾਂ ਤੋਂ ਬਾਹਰੇ ਸਨ। ਉਹਨਾਂ ਦੇ ਸਮਾਜਿਕ ਪ੍ਰਬੰਧ ਤੇ ਬਚਾਅ ਲਈ ਇਹ ਢਕੌਂਸਲਾ ਜਾਂ ਦਿਖਾਵਾ ਅਰਥਾਤ ਪੁਰਾਣੇ ਧਰਮ ਗ੍ਰੰਥ ਦੇ ਅਧਿਕਾਰ ਤੇ ਰਵਾਇਤਾਂ ਨਾਲ ਸੰਬੰਧ ਸਨਾਤਨੀ ਬ੍ਰਾਹਮਣਵਾਦ ਲਈ ਸਭ ਤੋਂ ਵੱਧ ਜ਼ਰੂਰੀ ਸੀ। ਇਹੀ ਸਬਬ ਹੈ ਕਿ ਬ੍ਰਾਹਮਣਵਾਦ ਨੇ ਆਪਣੇ ਆਪ ਨੂੰ ਭਾਗਵਤਵਾਦ ਅਨੁਸਾਰ ਢਾਲ ਲਿਆ ਪਰ ਬੁੱਧ ਧਰਮ ਬਾਰੇ ਤਿੱਖਾ ਰੁਖ ਅਪਣਾਇਆ। ਬੁੱਧ ਧਰਮ ਨੇ ਆਪਣਾ ਵੱਖਰਾ ਧਰਮ ਕੇਂਦਰ ਚਰਚ, ਵੱਖਰਾ ਸ਼ਰਮ ਸ਼ਾਸਤਰ ਤੇ ਵੱਖਰਾ ਧੰਮਾ ਸਥਾਪਿਤ ਕੀਤਾ ਸੀ। ਬੁੱਧ ਮਤ ਬ੍ਰਾਹਮਣਵਾਦ ਤੋਂ ਵੱਖਰਾ ਹੀ ਨਹੀਂ ਸੀ, ਸਗੋਂ ਇਸ ਨੇ ਮੁਕਾਬਲੇ ਦੀਆਂ ਆਪਣੀਆਂ ਅੱਡਰੀਆਂ ਸੰਸਥਾਵਾਂ ਕਾਇਮ ਕਰ ਲਈਆਂ ਸਨ ਜੋ ਬ੍ਰਾਹਮਣੀ ਸੰਸਥਾਵਾਂ ਨੂੰ ਚੈਲੰਜ ਕਰਦੀਆਂ ਸਨ। ਸੋ ਬੁੱਧ ਧਰਮ ਨੂੰ ਮੋੜ ਤੋੜ ਕੇ ਇਸ ਨੂੰ ਬ੍ਰਾਹਮਣੀ ਅਸਰ ਹੇਠ ਲਿਆਉਣ ਦੀ ਗੁੰਜਾਇਸ਼ ਨਹੀਂ ਸੀ। ਦੂਜੇ ਪਾਸੇ ਭਾਗਵਤਵਾਦ ਤੇ ਦੂਜੇ ਸਨਾਤਨੀ ਕਾਫਰ ਫਿਰਕੇ ਵੈਦਿਕ ਅਧਿਕਾਰ ਤੇ ਰਵਾਇਤ ਨੂੰ ਮੰਨਦੇ ਜ਼ਰੂਰ ਸਨ, ਭਾਵੇਂ ਬੇਕਾਇਦਾ ਜਿਹੇ ਤੇ ਅਧੂਰੇ ਢੰਗ ਨਾਲ ਹੀ। ਬਸ ਇਹੀ ਫਰਕ ਸੀ ਜਿਸ ਨਾਲ ਬ੍ਰਾਹਮਣਵਾਦ ਨੂੰ ਉਹ ਝੀਤ ਮਿਲ ਗਈ ਜਿਸ ਰਾਹੀਂ ਉਸ ਨੇ ਉਹਨਾਂ ਆਪਣੇ ਐਲਾਨੀਆ ਦੁਸ਼ਮਣ ਬੁੱਧ ਧਰਮ ਦਾ ਮੁਕਾਬਲਾ ਕਰਨ ਲਈ ਉਹਨਾਂ ਨੂੰ ਵਰਤਿਆ ਅਤੇ ਉਹਨਾਂ ਨੂੰ ਆਪਣੇ ਸਨਾਤਨ ਧਰਮ ਮੁਤਾਬਕ ਢਾਲਿਆ। ਇਹ ਬੋਧੀਆਂ ਦੀ ਵਡਿਆਈ ਸੀ ਕਿ ਉਹ ਆਪਣੇ ਧਰਮ ਦੇ ਬੁਨਿਆਦੀ ਸਿਧਾਂਤਾਂ ਉੱਤੇ ਪੱਕੀ ਤਰ੍ਹਾਂ ਕਾਇਮ ਰਹੇ, ਜਦਕਿ ਭਾਗਵਤ ਧਰਮ ਜਾਤ ਪਾਤ ਨੂੰ ਪ੍ਰਵਾਨਗੀ ਦੇਣ ਦਾ ਮੋਹਰਾ ਬਣ ਗਿਆ। ਬੋਧੀਆਂ ਦਾ ਧੰਮਾ ਭਾਵੇਂ ਅਮਲੀ ਵਰਤੋਂ ਵਿੱਚ ਇਹਨਾਂ ਦੇ ਸੰਤਾਂ ਤੱਕ ਹੀ ਸੀਮਤ ਸੀ, ਪਰ ਇਸ ਦੀ ਬੁਨਿਆਦੀ ਜਨਮ ਜਾਂ ਜਾਤ ਨਹੀਂ ਸੀ। ਇਸ ਦਾ ਆਧਾਰ ਚੰਗੇ ਕਰਮ ਤੇ ਆਚਰਣ ਸਨ। ਬੋਧੀ ਧੰਮਾਂ ਦੀਆਂ ਸਮਾਜਿਕ ਕੀਮਤਾਂ ਦਾ ਸਨਾਤਨ ਧਰਮ ਦੀਆਂ ਉਹਨਾਂ ਸਮਾਜਿਕ ਕੀਮਤਾਂ ਨਾਲ ਮੇਲ ਨਹੀਂ ਸੀ ਬਣ ਸਕਦਾ ਜਿਨ੍ਹਾਂ ਦੀ ਬੁਨਿਆਦ ਜਨਮ ਅਤੇ ਨਾ ਬਰਾਬਰੀ ਸੀ। ਜੇ ਸਿਰਫ ਧਾਰਮਿਕ ਵਿਸ਼ਵਾਸ ਦੀ ਗੱਲ ਹੁੰਦੀ ਤਾਂ ਸ਼ਾਇਦ ਸਨਾਤਨ ਧਰਮ ਬੋਧੀਆਂ ਨਾਲ ਗੱਲ ਘਸਾਵੇ ਦਾ ਕੋਈ ਰਾਹ ਕੱਢ ਲੈਂਦਾ, ਜਿਵੇਂ ਉਸਨੇ ਹੋਰ ਸਨਾਤਨੀ ਕਾਫਰ ਫਿਰਕਿਆਂ ਨਾਲ ਕੀਤਾ ਸੀ। ਪਰ ਸਮਾਜਿਕ ਖੇਤਰ ਵਿੱਚ ਬੋਧੀ ਧੰਮਾਂ ਤੇ ਹਿੰਦੂ ਧਰਮ ਵਿਚਾਲੇ ਸਮਝੌਤੇ ਦੀ ਕੋਈ ਗੁੰਜਾਇਸ਼ ਨਹੀਂ ਸੀ। ਜੇ ਜਾਤ ਪਾਤੀ ਪ੍ਰਬੰਧ ਨੇ ਜਿਉਂਦੇ ਰਹਿਣਾ ਸੀ ਤਾਂ ਬੋਧੀ ਧੰਮਾਂ ਨੂੰ ਬਦਲਣਾ ਪੈਣਾ ਸੀ ਜਾਂ ਖਤਮ ਕਰਨਾ ਪੈਣਾ ਸੀ। ਹੋਰ ਵੱਡੀ ਗੱਲ ਇਹ ਕਿ ਬੁੱਧ ਧਰਮ ਦਾ ਚੈਲੰਜ ਕੇਵਲ ਸਿਧਾਂਤਕ ਹੀ ਨਹੀਂ ਸੀ, ਸਗੋਂ ਲੰਮੇ ਸਮੇਂ ਲਈ ਇਸ ਦੀ ਰਾਜਸੀ ਗੁੱਡੀ ਵੀ ਚੜ੍ਹੀ ਰਹੀ ਸੀ। ਇਸ ਦੌਰਾਨ ਜੇ ਬੁੱਧ ਧਰਮ ਨੇ ਸਨਾਤਨੀ ਸਮਾਜਿਕ ਪ੍ਰਬੰਧ ਨੂੰ ਬਦਲਣ ਦਾ ਯਤਨ ਨਹੀਂ ਕੀਤਾ ਤਾਂ ਇਹ ਇਸ ਦੀ ਮਜਬੂਰੀ ਜਾਂ ਭੁੱਲ ਸੀ, ਪਰ ਸਨਾਤਨ ਪੰਥੀ ਦੜ ਵੱਟ ਕੇ ਪਏ ਰਹੇ ਅਤੇ ਆਪਣਾ ਸਬਕ ਪਕਾਉਂਦੇ ਰਹੇ ਕਿ ਬੋਧੀ ਉਹਨਾਂ ਦੇ ਦੁਸ਼ਮਣ ਹਨ। ਜਦ ਮੁੜ ਸਰਜੀਤ ਹੋਣ ਦਾ ਮੌਕਾ ਮਿਲਿਆ ਤਾਂ ਸਨਾਤਨੀਆਂ ਨੇ ਪੱਕੀ ਧਾਰ ਲਈ ਕਿ ਜਾਤ ਪਾਤੀ ਸਮਾਜਿਕ ਪ੍ਰਬੰਧ ਨੂੰ ਬੁੱਧ ਮਤ ਵੱਲੋਂ ਲਾਗੂ ਹੋਇਆ ਖਤਰਾ ਪੂਰੀ ਤਰ੍ਹਾਂ ਤੇ ਜ਼ਬਰ ਨਾਲ ਸਦਾ ਵਾਸਤੇ ਖਤਮ ਕਰ ਦਿੱਤਾ ਜਾਵੇ। ਉੱਪਰ ਦੱਸੇ ਵਿਚਾਰ ਦੀ ਪ੍ਰੋੜਤਾ ਇਸ ਗੱਲ ਤੋਂ ਹੁੰਦੀ ਹੈ ਕਿ ਵੱਖਰੇ ਵੱਖਰੇ ਕਾਫਰ ਫਿਰਕਿਆਂ ਨਾਲ ਬ੍ਰਾਹਮਣਾਂ ਦੀ ਦੁਸ਼ਮਣੀ ਉਸ ਹਿਸਾਬ ਨਾਲ ਹੀ ਰਹੀ ਹੈ ਜਿੰਨਾ ਜਿੰਨਾ ਖਤਰਾ ਉਹਨਾਂ ਤੋਂ ਸਨਾਤਨੀ ਸਮਾਜਿਕ ਪ੍ਰਬੰਧ ਨੂੰ ਸੀ, ਨਾ ਕਿ ਸਨਾਤਨੀ ਧਾਰਮਿਕ ਸਿਧਾਂਤ ਨੂੰ। ਨਿਰੋਲ ਧਾਰਮਿਕ ਸਿਧਾਂਤ ਦੇ ਨੁਕਤੇ ਤੋਂ ਜੈਨ ਧਰਮ ਬੋਧੀਆਂ ਨਾਲੋਂ ਘੱਟ ਕਾਫਰ ਨਹੀਂ ਸੀ, ਪਰ ਜੈਨੀਆਂ ਨੂੰ ਬੋਧੀਆਂ ਨਾਲੋਂ ਘੱਟ ਸਨਾਤਨੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਹ ਇਸ ਕਰਕੇ ਕਿ ਜਦ ਲੋੜ ਪਈ ਤਾਂ ਜੈਨ ਧਰਮ ਵਾਲਿਆਂ ਨੇ ਹਿੰਦੂਆਂ ਦੇ ਕਿਸੇ ਲੋਕ ਪਿਆਰੇ ਦੇਵਤੇ ਨੂੰ ਅਪਣਾ ਲਿਆ। ਨਾਲੇ ਜੈਨ ਧਰਮ ਜਾਤ ਪਾਤ ਦੇ ਸਿਧਾਂਤ ਦਾ ਵਿਰੋਧੀ ਨਹੀਂ ਸੀ। ਇਸ ਤਰ੍ਹਾਂ ਇਹ ਹੋਰ ਕਾਫਰ ਫਿਰਕਿਆਂ ਦੇ ਮੁਕਾਬਲੇ ਨਾਲੋਂ ਹਿੰਦੂ ਧਰਮ ਦਾ ਵਿਰੋਧੀ ਘੱਟ ਅਤੇ ਸਹਾਇਕ ਵਧੇਰੇ ਸੀ। ਇਸ ਤਰ੍ਹਾਂ ਦੀ ਸਮਾਈਕਰਨ ਦੀ ਸਪਿਰਿਟ ਦਾ ਨਤੀਜਾ ਇਹ ਹੋਇਆ ਕਿ ਜੈਨ ਧਰਮ ਅੱਜ ਤੱਕ ਵੀ ਭਾਰਤ ਵਿੱਚ ਬਚਿਆ ਹੋਇਆ ਹੈ, ਜਦਕਿ ਇਸ ਦੇ ਜੋੜੇ ਸਾਥੀ ਬੁੱਧ ਧਰਮ ਨੂੰ ਜਿਉਣ ਵਾਸਤੇ ਹੋਰ ਦੇਸ਼ ਲੱਭਣਾ ਪਿਆ। ਜਦੋਂ ਜਾਤ ਪਾਤੀ ਪ੍ਰਬੰਧ ਨੂੰ ਬੋਧੀਆਂ ਤੋਂ ਕੋਈ ਖਤਰਾ ਨਾ ਰਿਹਾ ਤਾਂ ਬੁੱਧ ਨੂੰ ਵਿਸ਼ਨੂੰ ਦੇ ਅਵਤਾਰਾਂ ਵਿੱਚ ਸ਼ਾਮਲ ਕਰ ਲਿਆ ਗਿਆ, ਭਾਵੇਂ ਬੁੱਧ ਧਰਮ ਨੇ ਆਪਣੇ ਬੁਨਿਆਦੀ ਅਸੂਲ ਅਜੇ ਵੀ ਨਹੀਂ ਬਦਲੇ ਸਨ। ਇੱਕ ਹੋਰ ਅਹਿਮ ਗੱਲ ਇਹ ਸੀ ਕਿ ਸ਼ੈਵ ਪੰਥ ਪੂਰਬ ਈਸਵੀ ਦੀ 3 ਸਦੀ ਵਿੱਚ ਪੂਰੇ ਭਾਰਤ ਵਿੱਚ ਫੈਲ ਗਿਆ ਸੀ। ਇਹ 7ਵੀਂ ਤੇ 8ਵੀਂ ਸਦੀ ਵਿੱਚ ਇੱਕ ਮੁੱਖ ਧਰਮ ਸੀ ਜਾਂ ਵੈਸ਼ਨਵਵਾਦ ਵਾਂਗ ਹੀ ਹਰਮਨ ਪਿਆਰਾ ਤੇ ਸਤਿਕਾਰਿਆ ਜਾਂਦਾ ਸੀ। ਪਰ ਸ਼ੈਵ ਮਤ ਜਾਤ ਪਾਤ ਦੀ ਬਹੁਤੀ ਪਕੜ ਨਹੀਂ ਸੀ ਕਰਦਾ। ਬ੍ਰਾਹਮਣਾਂ ਤੇ ਬ੍ਰਾਹਮਣਵਾਦ ਤੋਂ
ਮੁਕਾਬਲਤਨ ਆਜ਼ਾਦ ਰਹਿੰਦਾ ਸੀ। ਇਸ ਕਾਰਨ ਸ਼ੈਵ ਮਤ ਵੈਸ਼ਨਵਵਾਦ ਹੱਥੋਂ ਖੂੰਜੇ ਲਾਇਆ ਗਿਆ, ਕਿਉਂਕਿ ਵੈਸ਼ਨਵਵਾਦ ਜਾਤ ਪਾਤੀ ਪ੍ਰਬੰਧ ਨੂੰ ਮੰਨਦਾ ਸੀ ਅਤੇ ਬ੍ਰਾਹਮਣਾਂ ਨੂੰ ਆਪਣੇ ਪੁਜਾਰੀ ਬਣਾਉਂਦਾ ਸੀ। ਜਿਸ ਗੁਰ ਦਾ ਉੱਪਰ ਜ਼ਿਕਰ ਕੀਤਾ ਹੈ ਉਹ ਇਸ ਗੱਲ ਦੀ ਵਿਆਖਿਆ ਕਰਨ ਵਿੱਚ ਵੀ ਸਹਾਇਕ ਹੁੰਦਾ ਹੈ ਕਿ ਲਿੰਗ ਆਚਰਣ ਉੱਤੇ ਜ਼ੋਰ ਦੇਣ ਵਾਲਾ ਅਤੇ ਬ੍ਰਹਮਚਰਜ ਨੂੰ ਆਦਰਸ਼ ਮੰਨਣ ਵਾਲਾ ਬ੍ਰਾਹਮਣਵਾਦ ਸਾਕਤ ਮੱਤ ਵਾਲਿਆਂ ਦੀਆਂ ਗੰਦੀਆਂ ਰਸਮਾਂ ਨਾਲ ਤਾਂ ਸਮਾਈ ਕਰ ਗਿਆ, ਪਰ ਵੱਡੇ ਸਦਾਚਾਰਕ ਬੋਧੀਆਂ ਨੂੰ ਧਰਕਾਰਦਾ ਰਿਹਾ। ਇਸ ਗੁਰ ਤੋਂ ਇਸ ਗੱਲ ਦੀ ਵੀ ਵਿਆਖਿਆ ਹੁੰਦੀ ਹੈ ਕਿ ਸ਼ੂਦਰ ਅਤੇ ਇਸਤਰੀਆਂ ਜਦ ਤੱਕ ਸਮਾਜਕ ਖੇਤਰ ਵਿੱਚ ਰਹਿੰਦੇ ਹਨ, ਵੈਦਿਕ ਧਰਮ ਦੇ ਦਰਵਾਜ਼ੇ ਉਹਨਾਂ ਲਈ ਬੰਦ ਰਹਿੰਦੇ ਹਨ, ਪਰ ਜਿਉਂ ਹੀ ਉਹ ਸਮਾਜ ਨੂੰ ਤਿਆਗ ਕੇ ਸਾਧ ਜਾਂ ਫਕੀਰ ਬਣ ਜਾਂਦੇ ਹਨ ਤਾਂ ਇਹ ਦਰਵਾਜ਼ੇ ਉਹਨਾਂ ਲਈ ਖੁੱਲ੍ਹ ਜਾਂਦੇ ਹਨ। ਕਾਰਨ ਇਹ ਕਿ ਸਮਾਜ ਤੋਂ ਲਾਂਭੇ ਹੋ ਜਾਣ ਪਿੱਛੋਂ ਜਾਤ ਪਾਤੀ ਦਰਜਾ ਬਦਰਜੀ ਨੂੰ ਉਹਨਾਂ ਤੋਂ ਖਤਰਾ ਨਹੀਂ ਸੀ ਰਹਿੰਦਾ। ਸਾਡਾ ਮਨੋਰਥ ਇਹ ਨਹੀਂ ਹੈ ਕਿ ਭਾਰਤ ਵਿੱਚ ਹੋਏ ਸਮਾਜਕ ਧਾਰਮਿਕ ਵਿਕਾਸ ਦੀ ਵਿਆਖਿਆ ਨੂੰ ਕਿਸੇ ਇੱਕ ਸਧਾਰਨ ਫਾਰਮੂਲੇ ਵਿੱਚ ਵਲੇਟ ਦਿੱਤਾ ਜਾਵੇ। ਅਸੀਂ ਸਿਰਫ ਇਸ ਗੱਲ ਉੱਤੇ ਜ਼ੋਰ ਦੇਣਾ ਚਾਹੁੰਦੇ ਹਾਂ ਕਿ ਧਾਰਮਿਕ ਸਿਸਟਮਾਂ ਦੀ ਸੇਧ ਅਤੇ ਵਿਕਾਸ ਨਿਯਤ ਕਰਨ ਵਿੱਚ ਵੀ ਸਨਾਤਨੀ ਸਮਾਜਕ ਪ੍ਰਬੰਧ ਦੀ ਪਕਿਆਈ ਨੂੰ ਹੀ ਮੁੱਖ ਮੰਤਵ ਰੱਖਿਆ ਗਿਆ। ਜਿਸ ਅਮਲ ਅਧੀਨ ਵਿਦੇਸ਼ੀ ਅੰਸਰ ਹਿੰਦੂ ਧਰਮ ਵਿੱਚ ਸ਼ਾਮਲ ਕੀਤੇ ਗਏ, ਉਸ ਤੋਂ ਵੀ ਇਸ ਵਿਚਾਰ ਦੀ ਪੁਸ਼ਟੀ ਹੁੰਦੀ ਹੈ। ਜਿਹੜੇ ਵੀ ਫਿਰਕੇ, ਜਮਾਤਾਂ, ਜਾਤੀਆਂ ਜਾਂ ਪਤਵੰਤੇ ਇਸ ਵਿੱਚ ਸ਼ਾਮਲ ਹੋਏ, ਉਹਨਾਂ ਦਾ ਮੁੱਖ ਮੰਤਵ ਇਹ ਸੀ ਕਿ ਉਹਨਾਂ ਦੇ ਸਮਾਜਿਕ ਤੇ ਆਰਥਿਕ ਰੁਤਬੇ ਨੂੰ ਪ੍ਰਵਾਨਗੀ ਮਿਲੇ। ਦੂਜੇ ਬੰਨੇ ਉਹਨਾਂ ਨੂੰ ਮਿਲਾਉਣ ਲਈ ਪਹਿਲੀ ਸ਼ਰਤ ਇਹ ਸੀ ਕਿ ਉਹ ਨਵੀਨ ਬ੍ਰਾਹਮਣਵਾਦ ਦੀਆਂ ਰਸਮਾਂ ਤੇ ਤੌਰ ਤਰੀਕਿਆਂ ਨੂੰ ਅਪਣਾਉਣ। ਇਸ ਅਮਲ ਦੇ ਦੋ ਪੱਖ ਖਾਸ ਧਿਆਨਯੋਗ ਹਨ। ਪਹਿਲਾ ਇਹ ਕਿ ਬਾਹਰਲਿਆਂ ਨੂੰ ਵਿੱਚ ਮਿਲਾਉਣ ਦੇ ਮੰਤਵ ਤੇ ਸ਼ਰਤਾਂ ਦਾ ਧਰਮ ਨਾਲ ਕੋਈ ਖਾਸ ਸੰਬੰਧ ਨਹੀਂ ਸੀ। ਇਹ ਮੰਤਵ ਤੇ ਸ਼ਰਤਾਂ ਮੁੱਖ ਤੌਰ ਉੱਤੇ ਸਮਾਜਕ ਸਨ। ਦੂਜਾ ਪੱਖ ਇਹ ਸੀ ਕਿ ਪੇਸ਼ੇ, ਮੇਲ ਜੋਲ, ਰਸੋਈ ਅਤੇ ਵਿਧਵਾ ਵਿਆਹ ਬਾਰੇ ਸਮਾਜ ਵਿਰੋਧੀ ਬੰਧਨਾਂ ਨੂੰ ਜਿੰਨਾ ਵੀ ਕੋਈ ਵਧੇਰੇ ਮੰਨਦਾ ਤੇ ਬਚਪਨ ਦੀ ਸ਼ਾਦੀ ਤੇ ਰਿਵਾਜ ਨੂੰ ਅਪਣਾਉਂਦਾ, ਸਨਾਤਨੀ ਸਮਾਜਕ ਪ੍ਰਬੰਧ ਵਿੱਚ ਉਤਨੀ ਹੀ ਉੱਚੀ ਪਦਵੀ ਹਾਸਲ ਕਰਦਾ। ਦੂਜੇ ਸ਼ਬਦਾਂ ਵਿੱਚ ਹਿੰਦੂ ਧਰਮ ਵਿੱਚ ਦਾਖਲ ਹੋਣ ਲਈ ਜਾਤ ਪਾਤੀ ਪ੍ਰਬੰਧ ਨੂੰ ਮੰਨਣਾ ਇੱਕ ਮੁੱਖ ਸ਼ਰਤ ਸੀ। ਸ਼ਾਮਲ ਹੋਣ ਵਾਲੀਆਂ ਨਸਲਾਂ, ਫਿਰਕਿਆਂ ਜਾਂ ਪਤਵੰਤਿਆਂ ਨੂੰ ਕਿਸੇ ਅੱਗੇ ਕਾਇਮ ਹੋਈ ਇੱਕ ਜਾਤ ਜਾਂ ਨਵੀਂ ਬਣਾਈ ਜਾਤ ਦੇ ਮੈਂਬਰ ਬਣੇ ਬਗੈਰ ਸ਼ਾਮਲ ਨਾ ਕੀਤਾ ਜਾਂਦਾ। ਜਾਤ ਪਾਤੀ ਸਿਧਾਂਤ ਨੇ ਜਿਵੇਂ ਆਪਣਾ ਜਾਲ ਵਿਛਾਇਆ ਤੇ ਆਪਣੇ ਗਲਬੇ ਨੂੰ ਪੱਕਾ ਕੀਤਾ, ਉਸ ਦੀ ਤਾਕਤ ਦਾ ਅਨੁਮਾਨ ਇਸ ਗੱਲ ਤੋਂ ਮਿਲਦਾ ਹੈ ਕਿ ਇਹ ਪ੍ਰਬੰਧ ਬਿਨਾਂ ਹਥਿਆਰਾਂ ਦੀ ਤਾਕਤ ਦੀ ਵਰਤੋਂ ਦੇ ਦੱਖਣੀ ਭਾਰਤ ਵਿੱਚ ਫੈਲ ਗਿਆ, ਜਿੱਥੇ ਆਰੀਆ ਲੋਕ ਬਹੁ ਗਿਣਤੀ ਵਿੱਚ ਨਹੀਂ ਗਏ ਸਨ। ਇਸ ਤਾਕਤ ਦੀ ਹੋਰ ਪ੍ਰੋੜਤਾ ਇਸ ਗੱਲ ਤੋਂ ਵੀ ਹੁੰਦੀ ਹੈ ਕਿ ਕਿਵੇਂ ਬ੍ਰਾਹਮਣਵਾਦ ਨੇ ਰਾਜਸੀ ਤਾਕਤ ਨੂੰ ਬ੍ਰਾਹਮਣਾਂ ਦੇ ਜਾਤੀ ਰੁਤਬੇ ਦੇ ਅਧੀਨ ਕਰ ਲਿਆ। ਇਸ ਤੋਂ ਇਲਾਵਾ ਜੋ ਵੀ ਸੁਤੰਤਰ ਸਮਾਜਿਕ ਵਿਚਾਰ, ਝੁਕਾਅ ਜਾਂ ਲਹਿਰਾਂ ਜਾਤ ਪਾਤੀ ਪ੍ਰਬੰਧ ਦੀਆਂ ਅਨਿਆਕਾਰੀ ਸਮਾਜਿਕ ਕੀਮਤਾਂ ਦੇ ਵਿਰੁੱਧ ਉੱਠਦੀਆਂ, ਉਹਨਾਂ ਨੂੰ ਆਪਣੇ ਘੇਰੇ ਵਿੱਚ ਕਿਵੇਂ ਬੰਦ ਕਰ ਲਿਆ। ਇਹ ਗੱਲ ਯਾਦ ਰੱਖਣੀ ਵੀ ਜ਼ਰੂਰੀ ਹੈ ਕਿ ਭਾਰਤ ਅੰਦਰ ਪਿਛਾਂਹ ਖਿੱਚੂ ਸਮਾਜਿਕ ਤਾਕਤਾਂ ਨੇ ਅਨੋਖੇ ਜਾਤ ਪਾਤੀ ਪ੍ਰਬੰਧ ਦੀ ਸ਼ਕਲ ਵਿੱਚ ਜਿਸ ਤਰ੍ਹਾਂ ਵਿਕਾਸ ਕੀਤਾ, ਉਹ ਨਾ ਹੀ ਕੋਈ ਇਤਫਾਕੀਆ ਗੱਲ ਸੀ ਤੇ ਨਾ ਬੇਜਾਨ ਕਾਰਨਾਂ ਦੇ ਅਸਰ ਹੇਠ। ਆਰੀਆ ਲੋਕਾਂ ਦੀ ਹੋਰ ਨਸਲਾਂ ਨਾਲ ਮਿਲਾਵਟ ਦੂਰ ਹੱਦ ਤੱਕ ਪੁੱਜ ਚੁੱਕੀ ਸੀ ਅਤੇ ਉਹਨਾਂ ਦੇ ਖੂਨ ਦੇ ਸ਼ੁੱਧ ਹੋਣ ਦੀ ਕੋਈ ਨਿਸ਼ਾਨੀਆਂ ਨਹੀਂ ਸਨ। ਅਜਿਹੀ ਹਾਲਤ ਵਿੱਚ ਆਰੀਆ ਲੋਕਾਂ ਦੀ ਨਸਲ ਦੇ ਸ਼ੁੱਧ ਹੋਣ ਦਾ ਦਾਅਵਾ ਕਰਨ ਲਈ ਅਤੇ ਇਸ ਦਾਅਵੇ ਦੇ ਆਧਾਰ ਉੱਤੇ ਜਾਤ ਪਾਤੀ ਪ੍ਰਬੰਧ ਕਾਇਮ ਕਰਨ ਲਈ ਸੁਚੇਤ ਮਨੁੱਖੀ ਤਰੱਦਦ ਦੀ ਲੋੜ ਲਾਜ਼ਮੀ ਸੀ ਅਤੇ ਨਾ ਹੀ ਬੋਧੀਆਂ ਦੇ ਕਾਇਮ ਹੋ ਚੁੱਕੇ ਧਾਰਮਿਕ ਅਤੇ ਰਾਜਸੀ ਅਧਿਕਾਰ ਨੂੰ ਬਗੈਰ ਸੁਚੇਤ ਮਨੁੱਖੀ ਤਰੱਦਦ ਦੇ ਖਤਮ ਕੀਤਾ ਜਾ ਸਕਦਾ ਸੀ। ਇਹ ਸੁਚੇਤ ਕਾਰਗੁਜ਼ਾਰੀ ਕਿਵੇਂ ਹੋਈ ਤੇ ਕਿਸ ਕੀਤੀ। ਕਾਂਡ ਚੌਥਾ, ਜਾਤ ਪਾਤੀ ਵਿਚਾਰਧਾਰਾ, ਵਿਚਾਰਧਾਰਕ ਅਤੇ ਸੰਸਥਾ। ਪਹਿਲਾ, ਸਿਧਾਂਤ। ਜਾਤ ਪਾਤੀ ਵਿਚਾਰਧਾਰਾ ਦੀ ਮੁੱਖ ਧਾਰਨਾ ਇਹ ਹੈ ਕਿ ਮਨੁੱਖ ਅਸੂਲੀ ਤੌਰ ਤੇ ਹੀ ਬਰਾਬਰ ਨਹੀਂ ਹੁੰਦੇ ਅਤੇ ਉਹਨਾਂ ਵਿਚਾਲੇ ਸਦਾ ਹੀ ਨਾ ਬਰਾਬਰੀ ਰਹਿੰਦੀ ਹੈ।
ਉਹ ਜਮਾਂਦਰੂ ਹੀ ਨਾ ਬਰਾਬਰ ਹਨ ਤੇ ਉਹਨਾਂ ਵਿਚਾਲੇ ਫਰਕ ਉਤਨਾ ਹੀ ਹੈ ਜਿਤਨਾ ਕੁੱਤੇ ਤੇ ਬੰਦੇ ਵਿਚਾਲੇ। ਇਹ ਗੱਲ ਧਿਆਨ ਨਾਲ ਸਮਝਣ ਵਾਲੀ ਹੈ ਕਿ ਬੰਦੇ ਤੇ ਬੰਦੇ ਵਿਚਲੀ ਇਹ ਨਾ ਬਰਾਬਰੀ ਜਾਤ ਪਾਤੀ ਵਿਚਾਰਧਾਰਾ ਨੇ ਅਸੂਲੀ ਤੌਰ ਉੱਤੇ ਮੰਨੀ ਹੈ। ਇਹ ਨਾ ਬਰਾਬਰੀ ਬੰਦੇ ਦੀ ਕਥਨੀ ਤੇ ਕਹਿਣੀ ਦੇ ਉਸ ਪਾੜ ਦਾ ਨਤੀਜਾ ਨਹੀਂ ਸੀ ਜਿਹੜਾ ਮਨੁੱਖੀ ਜਥੇਬੰਦੀਆਂ ਦੇ ਅਮਲ ਵਿੱਚ ਅਮੂਮਨ ਹੁੰਦਾ ਹੈ, ਚਾਹੇ ਉਹ ਧਾਰਮਿਕ ਹੋਣ ਚਾਹੇ ਸਮਾਜਿਕ। ਸਦਾ ਕਾਇਮ ਰਹਿਣ ਵਾਲੀ ਤੇ ਜਨਮ ਤੋਂ ਪੈਦਾ ਹੋਈ ਮਨੁੱਖੀ ਨਾ ਬਰਾਬਰੀ ਬ੍ਰਾਹਮਣ ਮੱਤ ਦੀ ਵਿਚਾਰਧਾਰਾ ਦਾ ਐਲਾਨੀਆ ਤੱਤ ਹੈ। ਇਹੀ ਇਸ ਦੇ ਸਮਾਜਿਕ ਪ੍ਰਬੰਧ ਦੀ ਨੀਂਹ ਹੈ। ਇਸ ਅਨੁਸਾਰ ਪਰਮਾਤਮਾ ਇੱਕ ਵਿਸ਼ਵ ਵਿਆਪੀ ਪਿਤਾ ਦੇ ਸਮਾਨ ਨਹੀਂ ਹੈ, ਸਗੋਂ ਨਾ ਬਰਾਬਰੀ ਵਾਲੇ ਵਰਨਾਂ ਦਾ ਰਚਨਹਾਰਾ ਹੈ। ਪ੍ਰਜਾਪਤੀ ਨੇ ਸ਼ੂਦਰਾਂ ਨੂੰ ਦੂਜੀਆਂ ਜਾਤਾਂ ਦਾ ਗੁਲਾਮ ਬਣਾ ਕੇ ਪੈਦਾ ਕੀਤਾ। ਦੂਸਰੇ, ਪਰਮਾਤਮਾ ਕੇਵਲ ਆਰੀਆ ਲੋਕਾਂ ਦਾ ਰੱਬ ਸੀ ਜਿਨ੍ਹਾਂ ਵਿੱਚ ਸ਼ੂਦਰ ਸ਼ਾਮਲ ਨਹੀਂ ਸਨ। ਹਰੇਕ ਨੂੰ ਅਜਿਹੀ ਪਦਵੀ ਨਹੀਂ ਮਿਲ ਸਕਦੀ ਕਿਉਂਕਿ ਦੇਵਤੇ ਹਰੇਕ ਨਾਲ ਸਾਂਝ ਨਹੀਂ ਰੱਖਦੇ। ਕੇਵਲ ਬ੍ਰਾਹਮਣ, ਖੱਤਰੀ ਜਾਂ ਵੈਸ਼ ਹੀ ਇਸ ਦਾ ਹੱਕਦਾਰ ਹੈ ਕਿਉਂਕਿ ਇਹੋ ਹੀ ਹੋਮ ਕਰ ਸਕਦੇ ਹਨ। ਆਰੀਆ ਤੋਂ ਬਿਨਾਂ ਕਿਸੇ ਨਾਲ ਗੱਲ ਵੀ ਨਹੀਂ ਕਰਨੀ ਚਾਹੀਦੀ ਕਿਉਂਕਿ ਦੇਵਤੇ ਹਰੇਕ ਨਾਲ ਗੱਲ ਨਹੀਂ ਕਰਦੇ। ਸਿਧਾਂਤ ਅਨੁਸਾਰ ਜਾਤਾਂ ਦੀ ਵੰਡ ਤੇ ਉਤਨਾ ਰੁਤਬਾ ਅਟੱਲ ਹੈ ਜਿਤਨਾ ਤਾਰਿਆਂ ਦੀ ਚਾਲ ਅਤੇ ਮਨੁੱਖਾਂ ਤੇ ਜਾਨਵਰਾਂ ਵਿਚਲਾ ਫਰਕ ਅਟੱਲ ਹੈ। ਇਸ ਲਈ ਜਾਤ ਪਾਤੀ ਪ੍ਰਬੰਧ ਨੂੰ ਸਮਝਣ ਦੀ ਕੁੰਜੀ ਜਾਤ ਪਾਤੀ ਰੁਤਬੇ ਦੀ ਮਹਾਨਤਾ ਹੈ ਅਤੇ ਜਾਤ ਪਾਤੀ ਰੁਤਬੇ ਨੇ ਜੋ ਮਹਾਨਤਾ ਹਾਸਲ ਕੀਤੀ ਉਹ ਉਸ ਪ੍ਰਵਾਨਗੀ ਕਾਰਨ ਹੈ ਜੋ ਉਸ ਨੂੰ ਸਨਾਤਨੀ ਧਰਮ ਗ੍ਰੰਥਾਂ, ਰਸਮਾਂ ਰੀਤਾਂ, ਪੁਰਾਣੀਆਂ ਰਵਾਇਤਾਂ ਤੇ ਰਿਵਾਜ਼ਾਂ ਤੋਂ ਮਿਲੀ। ਰਸਮਾਂ ਰੀਤਾਂ, ਪੁਰਾਣੀ ਰਵਾਇਤ ਤੇ ਰਿਵਾਜ਼ਾਂ ਦਾ ਜ਼ੋਰ ਵੀ ਉਸ ਧਾਰਮਿਕ ਪ੍ਰਵਾਨਗੀ ਕਰਕੇ ਸੀ ਜੋ ਇਹਨਾਂ ਨੂੰ ਮਿਲੀ ਹੋਈ ਸੀ। ਊੜਾ ਜਾਤ ਦੇ ਰੁਤਬੇ ਦੀ ਮਹਾਨਤਾ। ਜਾਤ ਦਾ ਰੁਤਬਾ ਸਮਾਜਿਕ ਰੁਤਬੇ ਵਿੱਚ ਸ਼ਾਮਲ ਹੈ ਪਰ ਇਸ ਨੂੰ ਸਮਾਜਿਕ ਰੁਤਬੇ ਨਾਲੋਂ ਵੱਡਾ ਸਮਝਿਆ ਜਾਂਦਾ ਸੀ। ਆਮ ਤੌਰ ਤੇ ਸਮਾਜਿਕ ਰੁਤਬੇ ਦਾ ਆਧਾਰ ਇਹ ਹੁੰਦਾ ਹੈ ਕਿ ਕਿਸੇ ਵਿਅਕਤੀ ਜਾਂ ਗਰੁੱਪ ਦੇ ਨਿੱਜੀ ਗੁਣ ਕੀ ਹਨ ਜਾਂ ਉਸ ਪਾਸ ਕਿੰਨਾ ਧਨ ਜਾਂ ਸ਼ਕਤੀ ਹੈ। ਇਹ ਚਿੰਨ੍ਹ ਜਾਤ ਦੇ ਰੁਤਬੇ ਦੇ ਵੀ ਹੋ ਸਕਦੇ ਹਨ ਪਰ ਜਾਤ ਦੇ ਰੁਤਬੇ ਦੀ ਵਡਿਆਈ ਇਹਨਾਂ ਤੋਂ ਬਗੈਰ ਵੀ ਹੈ। ਮੰਨੂ ਦਾ ਕਹਿਣਾ ਹੈ ਕਿ ਬ੍ਰਾਹਮਣ ਭਾਵੇਂ ਪੜ੍ਹਿਆ ਹੋਇਆ ਹੋਵੇ ਜਾਂ ਨਾ ਤੇ ਭਾਵੇਂ ਮਾੜੇ ਕੰਮ ਕਰਨ ਵਾਲਾ ਵੀ ਹੋਵੇ, ਉਹ ਫੇਰ ਵੀ ਇੱਕ ਵੱਡਾ ਦੇਵਤਾ ਹੁੰਦਾ ਹੈ। ਇਸ ਤੋਂ ਛੁੱਟ ਸਮਾਜਿਕ ਰੁਤਬਾ ਅਮੂਮਨ ਬਦਲ ਜਾਣ ਵਾਲੀ ਚੀਜ਼ ਹੈ। ਜਦ ਰਾਜਸੀ ਤੇ ਆਰਥਿਕ ਤਾਕਤ ਖੁੱਸ ਜਾਏ ਤਾਂ ਰੁਤਬੇ ਨਾਲ ਬੱਦੀ ਵਡਿਆਈ ਵੀ ਘਟਣ ਲੱਗਦੀ ਹੈ। ਸਮੁੱਚੀਆਂ ਜਮਾਤਾਂ ਦੀ ਥਾਂ ਨਵੀਆਂ ਜਮਾਤਾਂ ਨੇ ਆ ਮੱਲੀ। ਨਸਲਾਂ ਆਪਣੀ ਵੱਖਰੀ ਹੋਂਦ ਗਵਾ ਬੈਠੀਆਂ। ਸਮਾਜਿਕ ਮਾਣ ਸਤਿਕਾਰ ਦੇ ਤਰਾਜ਼ੂ ਵਿੱਚ ਪੇਸ਼ਿਆਂ ਤੇ ਕਿੱਤਿਆਂ ਦਾ ਸਤਿਕਾਰ ਵੱਧਦਾ ਘਟਦਾ ਰਿਹਾ ਹੈ। ਗਰੁੱਪਾਂ ਦੇ ਸਨਕ ਤੇ ਤਅੱਸਬ ਜਾਂ ਖਤਮ ਹੀ ਹੋ ਜਾਂਦੇ ਹਨ ਜਾਂ ਇਹਨਾਂ ਦੀ ਥਾਂ ਹੋਰ ਕਿਸਮ ਦੇ ਸ਼ੁਰੂ ਹੋ ਜਾਂਦੇ ਹਨ। ਪਰ ਇੱਥੇ ਜਾਤ ਦੇ ਰੁਤਬੇ ਨੂੰ ਰਾਜਸੀ ਜਾਂ ਆਰਥਿਕ ਰੁਤਬੇ ਨਾਲੋਂ ਉਚੇਰੀ ਥਾਂ ਉੱਤੇ ਟਿਕਾਇਆ ਗਿਆ। ਅਮੀਰ ਤੋਂ ਅਮੀਰ ਬਾਣੀਆ ਵੀ ਗਰੀਬ ਤੋਂ ਗਰੀਬ ਖੱਤਰੀ ਨਾਲੋਂ ਜਾਤ ਦੇ ਰੁਤਬੇ ਵਿੱਚ ਨੀਵਾਂ ਸੀ। ਛਤਰਪਤੀ ਹਿੰਦੂ ਰਾਜਾ ਜਾਤ ਦੇ ਰੁਤਬੇ ਵਿੱਚ ਆਪਣੇ ਹੀ ਉਸ ਪੁਜਾਰੀ ਪੁਰੋਹਿਤ ਨਾਲੋਂ ਨੀਵਾਂ ਸੀ ਜੋ ਆਰਥਿਕ ਤੌਰ ਤੇ ਉਸ ਰਾਜੇ ਉੱਤੇ ਨਿਰਭਰ ਸੀ। ਮੁਸਲਿਮ ਰਾਜਸੀ ਗਲਬੇ ਦੇ ਵਿਰੁੱਧ ਇਕੱਲੀ ਸਫਲ ਹਿੰਦੂ ਬਗਾਵਤ ਦੀ ਮੂਰਤੀ ਸ਼ਿਵਾਜੀ ਮਰਹੱਟਾ ਸੀ। ਉਸਨੂੰ ਆਪਣੇ ਰਾਜ ਦੀ ਧਾਰਮਿਕ ਪ੍ਰਵਾਨਗੀ ਲਈ ਬ੍ਰਾਹਮਣਾਂ ਦੁਆਰੇ ਭਟਕਣਾ ਪਿਆ। ਮੌਰੀਆ ਬੰਸ ਨੇ ਬੁੱਧ ਧਰਮ ਦੀ ਸ਼ਰਨ ਸ਼ਾਇਦ ਇਸ ਵਾਸਤੇ ਲਈ ਕਿ ਸਨਾਤਨੀ ਧਰਮ ਦੀ ਵਲਗਣ ਵਿੱਚ ਰਹਿ ਕੇ ਉਹ ਆਪਣੇ ਸ਼ੱਕੀ ਜਾਤੀ ਰੁਤਬੇ ਬਾਰੇ ਤੇ ਆਪਣੇ ਜਨਮ ਬਾਰੇ ਧੱਬੇ ਨੂੰ ਧੋ ਨਹੀਂ ਸਨ ਸਕਦੇ। ਇੱਥੋਂ ਤੱਕ ਕਿ ਇਸ ਸਦੀ ਦੇ ਸ਼ੁਰੂ ਵਿੱਚ ਵੀ ਦੱਖਣੀ ਭਾਰਤ ਦੇ ਸ਼ਾਸਕ ਲੋਕ ਭਾਵੇਂ ਬੜੇ ਧਨਾਢ ਹੋ ਗਏ ਸਨ ਪਰ ਉਹਨਾਂ ਨੂੰ 2 ਮੰਜ਼ਿਲਾ ਮਕਾਨ ਬਣਾਉਣ, ਸੋਨੇ ਦੇ ਗਹਿਣੇ ਪਹਿਨਣ ਜਾਂ ਛਤਰੀ ਤਾਣਨ ਦੀ ਖੁੱਲ੍ਹ ਨਹੀਂ ਸੀ। ਜਾਤ ਪਾਤੀ ਰੁਤਬੇ ਦੀ ਇੱਕ ਹੋਰ ਮੁੱਖ ਨੁਹਾਰ ਇਹ ਹੈ ਕਿ ਇਸ ਦੀ ਲਪੇਟ ਵਿੱਚ ਟਾਵੇਂ-ਟਾਵੇਂ ਬੰਦੇ ਜਾਂ ਗਰੁੱਪ ਜਾਂ ਲੋਕਾਂ ਦੇ ਕੁਝ ਹਿੱਸੇ ਹੀ ਨਹੀਂ ਆਏ। ਇਸ ਦੀ ਲਪੇਟ ਵਿੱਚ ਸਮੁੱਚਾ ਸਨਾਤਨੀ ਸਮਾਜ ਆਇਆ। ਸਾਧੂ ਅਤੇ ਫਕੀਰਾਂ ਨੂੰ ਛੱਡ ਕੇ ਜੋ ਆਪਣੇ ਆਪ ਨੂੰ ਸਮਾਜ ਨਾਲੋਂ ਵੱਖ ਕਰ ਲੈਂਦੇ ਹਨ। ਸਭ ਤੋਂ ਵੱਡੀ ਸ਼ਰਤ ਇਹ ਹੈ
ਕਿ ਕੋਈ ਹਿੰਦੂ ਨਹੀਂ ਹੋ ਸਕਦਾ ਜਿਤਨਾ ਚਿਰ ਉਹ ਕਿਸੇ ਜਾਤ ਵਿੱਚ ਸ਼ਾਮਲ ਨਾ ਹੋਵੇ। ਸਾਰੀ ਦੀ ਸਾਰੀ ਹਿੰਦੂ ਆਬਾਦੀ ਇੱਕ ਮਿਸਰੀ ਮੀਨਾਰ ਵਾਂਗ ਜਾਤ ਪਾਤੀ ਦਰਜਾ ਬਦਰਜੀ ਦੀਆਂ ਉਸਾਰੀਆਂ ਤਹਿਾਂ ਵਿੱਚ ਨੱਥੀ ਹੋਈ ਸੀ। ਜਾਤ ਦੇ ਇਸ ਮੀਨਾਰ ਦੀ ਉੱਪਰ ਦੀ ਤਹਿ ਤੋਂ ਲੈ ਕੇ ਧੁਰ ਹੇਠਾਂ ਤੱਕ ਹਰੇਕ ਤਹਿ ਜਾਤੀ ਰੁਤਬੇ ਵਿੱਚ ਆਪਣੇ ਤੋਂ ਹੇਠਲੀਆਂ ਤਹਿਆਂ ਨਾਲੋਂ ਉੱਤਮ ਸਮਝੀ ਜਾਂਦੀ ਸੀ, ਭਾਵੇਂ ਕਿਸੇ ਦਾ ਰਾਜ ਸੀ ਤੇ ਆਰਥਿਕ ਰੁਤਬਾ ਕੁਝ ਵੀ ਕਿਉਂ ਨਾ ਹੋਵੇ। ਧੁਰ ਉੱਪਰਲੇ ਸਿਰੇ ਉੱਤੇ ਬ੍ਰਾਹਮਣ ਸਨ, ਜਿਨ੍ਹਾਂ ਨੂੰ ਧਰਤੀ ਦੇ ਦੇਵਤੇ ਕਿਹਾ ਜਾਂਦਾ, ਅਤੇ ਧੁਰ ਹੇਠਾਂ ਅਛੂਤ, ਜਿਨ੍ਹਾਂ ਨਾਲ ਕੋਈ ਮੇਲ ਨਹੀਂ ਹੋ ਸਕਦਾ ਤੇ ਜਿਨ੍ਹਾਂ ਨੂੰ ਤੱਕਿਆ ਵੀ ਨਹੀਂ ਜਾਂਦਾ। ਇਸ ਮੀਨਾਰ ਵਿੱਚ ਹਰੇਕ ਤਹਿ ਦੀ ਥਾਂ ਹਮੇਸ਼ਾ ਲਈ ਬੱਝੀ ਹੋਈ ਸੀ, ਕਿਉਂਕਿ ਜਾਤ ਜੱਦੀ ਸੀ ਤੇ ਇਸ ਦੀ ਜਾਤ ਪਾਤੀ ਉਸਾਰੀ ਵਿੱਚ ਥਾਂ ਵੀ ਥੋੜੇ ਕੀਤਿਆਂ ਬਦਲ ਨਹੀਂ ਸੀ ਸਕਦੀ। ਜਾਤ ਦਾ ਰੁਤਬਾ ਇੱਕ ਹੋਰ ਸ਼ਕਲ ਵਿੱਚ ਵੀ ਸਾਰੇ ਸਮਾਜ ਉੱਤੇ ਪਸਰਿਆ ਹੋਇਆ ਸੀ। ਇਸ ਉੱਤੇ ਭੂਗੋਲਕ ਬੰਦਸ਼ ਵੀ ਨਹੀਂ ਸੀ। ਇੱਕ ਬ੍ਰਾਹਮਣ ਜਾਂ ਇੱਕ ਨੀਚ ਜਾਤੀ ਦਾ ਬੰਦਾ ਦੇਸ਼ ਦੇ ਕਿਸੇ ਹਿੱਸੇ ਵਿੱਚ ਵੀ ਜਾਏ, ਉਹ ਬ੍ਰਾਹਮਣ ਜਾਂ ਨੀਚ ਹੀ ਰਹਿੰਦਾ। ਇਸ ਤਰ੍ਹਾਂ ਜਾਤ ਪਾਤੀ ਸਮਾਜ ਨੇ ਆਪਣੀ ਹੀ ਕਿਸਮ ਦੀ ਗੁਲਾਮੀ ਦਾ ਨਮੂਨਾ ਘੜ ਲਿਆ, ਜਿਸ ਨਾਲ ਕਿ ਸਾਰੀਆਂ ਜਾਤਾਂ ਸਮੁੱਚੇ ਜਾਤ ਪਾਤੀ ਸਮਾਜ ਦੀਆਂ ਗੁਲਾਮ ਹੋ ਨਿਬੜੀਆਂ। ਦੂਜੇ ਦੇਸ਼ਾਂ ਵਿੱਚ ਗੁਲਾਮ ਜਾਂ ਟਾਵੇਂ-ਟਾਵੇਂ ਬੰਦਿਆਂ ਦੇ ਜਾਂ ਘੱਟ ਗਿਣਤੀ ਦੇ ਮਾਲਕ ਗਰੁੱਪਾਂ ਦੇ ਗੁਲਾਮ ਹੁੰਦੇ ਸਨ। ਸਮੁੱਚੇ ਸਮਾਜ ਦੀ ਜੇ ਕੋਈ ਰਜ਼ਾਮੰਦੀ ਉਹਨਾਂ ਨੂੰ ਗੁਲਾਮ ਰੱਖਣ ਦੀ ਹੁੰਦੀ ਸੀ ਤਾਂ ਅਜਿਹੀ ਭਾਵਨਾ ਪ੍ਰਤੱਖ ਰੂਪ ਵਿੱਚ ਨਹੀਂ ਸੀ ਲਾਗੂ ਹੁੰਦੀ। ਮਾਲਕਾਂ ਦੀ ਆਪਣੀ ਨੀਅਤ ਜਾਂ ਉਹਨਾਂ ਦੀ ਕਿਸਮਤ ਬਦਲਣ ਨਾਲ ਹੀ ਗੁਲਾਮਾਂ ਦੇ ਭਾਗ ਵੀ ਬਦਲ ਜਾਂਦੇ। ਰੋਮ ਦੇ ਕਈ ਗੁਲਾਮਾਂ ਨੇ ਆਜ਼ਾਦੀ ਹਾਸਲ ਕੀਤੀ ਅਤੇ ਮੁਸਲਮਾਨ ਸਲਤਨਤਾਂ ਦੇ ਕੁਝ ਬਾਦਸ਼ਾਹ ਗੁਲਾਮਾਂ ਵਿੱਚੋਂ ਬਣੇ। ਈਸਾਈ ਖੁਲਦਲੀ ਦੇ ਅਸਰ ਹੇਠ ਸੰਯੁਕਤ ਰਾਜ ਅਮਰੀਕਾ ਵਿੱਚ ਗੁਲਾਮੀ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ, ਪਰ ਭਾਰਤ ਵਿੱਚ ਸ਼ੂਦਰ ਕਿਸੇ ਇੱਕ ਇਲਾਕੇ ਵਿੱਚ ਜਾਂ ਕਿਸੇ ਇੱਕ ਬੰਦੇ ਜਾਂ ਗਰੁੱਪ ਦੇ ਗੁਲਾਮ ਨਹੀਂ ਸਨ, ਸਗੋਂ ਉਹ ਪੂਰੇ ਜਾਤ ਪਾਤੀ ਸਿਸਟਮ ਅਤੇ ਸਾਰੇ ਜਾਤ ਪਾਤੀ ਸਮਾਜ ਦੇ ਗੁਲਾਮ ਸਨ। ਗੁਲਾਮੀ ਦੇ ਸਿਸਟਮ ਨੂੰ ਚਾਲੂ ਰੱਖਣ ਦਾ ਅਸੂਲ ਇਹ ਸੀ ਕਿ ਭਾਵੇਂ ਮਾਲਕ ਸ਼ੂਦਰ ਨੂੰ ਆਜ਼ਾਦ ਵੀ ਕਰ ਦੇਵੇ ਤਾਂ ਵੀ ਉਸ ਨੂੰ ਰਿਹਾਈ ਨਹੀਂ ਮਿਲਣੀ, ਕਿਉਂਕਿ ਗੁਲਾਮਪੁਣਾ ਤਾਂ ਉਸ ਦੇ ਧੁਰ ਅੰਦਰ ਜਮਾਂਦਰੂ ਹੁੰਦੀ ਹੈ। ਇਸ ਵਾਸਤੇ ਇਸ ਗੁਲਾਮੀ ਤੋਂ ਉਸ ਨੂੰ ਕੌਣ ਛੁਟਕਾਰਾ ਦਿਵਾ ਸਕਦਾ ਹੈ। ਐਬੇ ਡੁਬੋਸ, ਜਿਸਨੇ ਬੜੇ ਸਮੇਂ ਤੱਕ ਅਛੂਤਾਂ ਵਿੱਚ ਕੰਮ ਕਰਕੇ ਉਹਨਾਂ ਬਾਰੇ ਬੜਾ ਨਿੱਜੀ ਤੇ ਨੇੜੇ ਦਾ ਤਜਰਬਾ ਹਾਸਲ ਕੀਤਾ, ਨੇ 17ਵੀਂ ਸਦੀ ਵਿੱਚ, ਜਦ ਇਸਲਾਮੀ ਤੇ ਪੱਛਮੀ ਆਜ਼ਾਦ ਵਿਚਾਰ ਕਿਸੇ ਹੱਦ ਤੱਕ ਜਾਤ ਪਾਤੀ ਸਮਾਜ ਉੱਤੇ ਅਸਰ ਪਾ ਚੁੱਕੇ ਸਨ, ਲਿਖਿਆ ਸੀ ਕਿ ਅਸਲ ਵਿੱਚ ਇਹ ਅਛੂਤ ਲੋਕ ਭਾਰਤ ਵਿੱਚ ਜਮਾਂਦਰੂ ਗੁਲਾਮ ਹਨ, ਅਤੇ ਜੇ ਮੈਨੂੰ ਇਹ ਚੋਣ ਕਰਨੀ ਪਵੇ ਕਿ ਆਪਣੀ ਕਿਸੇ ਬਸਤੀ ਵਿੱਚ ਗੁਲਾਮ ਬਣ ਕੇ ਰਹਿਣਾ ਹੈ ਜਾਂ ਅਛੂਤ ਬਣ ਕੇ, ਤਾਂ ਮੈਂ ਗੁਲਾਮ ਬਣ ਕੇ ਰਹਿਣ ਨੂੰ ਕਬੂਲ ਕਰਾਂਗਾ। ਐੜਾ ਧਰਮ ਪੁਸਤਕਾਂ ਦਾ ਅਧਿਕਾਰ। ਜਾਨ ਮੂਅਰ ਦਾ ਵਿਚਾਰ ਹੈ ਕਿ ਭਾਵੇਂ ਰਿਗਵੇਦ ਦੇ ਭਜਨਾਂ ਦੇ ਰਚਣ ਵਾਲੇ ਇਹਨਾਂ ਨੂੰ ਉੱਚ ਪਾਏ ਦੀ ਕਿਰਤ ਜਿਤਲਾਉਂਦੇ ਸਨ, ਪਰ ਉਹ ਇਹਨਾਂ ਨੂੰ ਰੱਬੀ ਕਿਰਤ ਨਹੀਂ ਮੰਨਦੇ ਸਨ, ਕਿਉਂਕਿ ਇਹਨਾਂ ਨੂੰ ਉਹ ਆਮ ਤੌਰ ਤੇ ਆਪਣੇ ਮਨ ਦੀ ਰਚਨਾ ਹੀ ਕਹਿੰਦੇ ਸਨ। ਪਰ ਪੁਰਾਣੇ ਸਮੇਂ ਤੋਂ ਸਨਾਤਨ ਧਰਮ ਵਾਲਿਆਂ ਦਾ ਇਹ ਮੁੱਖ ਵਿਚਾਰ ਬਣਿਆ ਹੋਇਆ ਹੈ ਕਿ ਵੇਦ ਅਸਪੁਰਸ਼ਵਾ ਹਨ, ਅਰਥਾਤ ਇਹ ਬੰਦੇ ਦੇ ਰਚੇ ਹੋਏ ਨਹੀਂ ਹਨ। ਇਹ ਧੁਰੋਂ ਬਣੇ ਹੋਏ ਹਨ। ਜੇ ਇਸ ਮਨੌਤ ਨੂੰ ਸਿਰਫ ਧਰਮ ਦੇ ਖੇਤਰ ਤੱਕ ਹੀ ਸੀਮਿਤ ਕੀਤਾ ਜਾਂਦਾ ਤਾਂ ਗੱਲ ਹੋਰ ਹੁੰਦੀ, ਪਰ ਇਸ ਮਨੌਤ ਦੀ ਵਰਤੋਂ ਉਸ ਕੇਂਦਰੀ ਥੰਮ ਦੇ ਤੌਰ ਤੇ ਕੀਤੀ ਗਈ ਜਿਸ ਉੱਤੇ ਸਮਾਜਿਕ ਪਿਛਾਕੜ ਦਾ ਸਾਰਾ ਢਾਂਚਾ ਖੜਾ ਕੀਤਾ ਤੇ ਕਾਇਮ ਰੱਖਿਆ ਗਿਆ। ਵੇਦਾਂ ਦੇ ਭਜਨ ਜ਼ਿਆਦਾਤਰ ਕੁਰਬਾਨੀ ਅਤੇ ਰਸਮਾਂ ਦਾ ਜ਼ਿਕਰ ਕਰਦੇ ਹਨ, ਜਿਸ ਨਾਲ ਪੁਰੋਹਿਤ ਦਾ ਰੁਤਬਾ ਹੋਰ ਪੱਕਾ ਹੋਇਆ। ਇਹਨਾਂ ਭਜਨਾਂ ਨੇ ਪੁਜਾਰੀ ਜਮਾਤ ਦੀ ਖੁੱਲ੍ਹੇ ਤੌਰ ਉੱਤੇ ਵਡਿਆਈ ਕੀਤੀ, ਜਿਹੜੀ ਇੱਕ ਜਾਤ ਦੀ ਸ਼ਕਲ ਵਿੱਚ ਸਮਾਜਿਕ ਪਿਛਾਕੜ ਨਾਲ ਪੱਕੇ ਤੌਰ ਤੇ ਬੱਝ ਗਈ। ਸਭ ਤੋਂ ਵੱਧ ਇਹ ਕਿ ਬ੍ਰਾਹਮਣਾਂ ਦੀ ਪਦਵੀ ਨੂੰ ਪਵਿੱਤਰ ਬਣਾਉਣ ਲਈ ਤੇ ਜਾਤ-ਪਾਤ ਦੀ ਵੰਡ ਵਾਲੇ ਸਮਾਜਿਕ ਪ੍ਰਬੰਧ ਅਤੇ ਇਸ ਦੇ ਪਿਛਾਂਹ ਖਿੱਚੂ ਕਾਨੂੰਨਾਂ ਨੂੰ ਸੁੱਚੇ ਤੇ ਅਟੱਲ ਨਿਯਤ ਕਰਨ ਲਈ ਵੇਦਾਂ ਤੇ ਵੇਦਾਂ ਨਾਲ
ਜੋੜੀਆਂ ਗਈਆਂ ਹੋਰ ਧਾਰਮਿਕ ਪੁਸਤਕਾਂ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ। ਆਪਣੀਆਂ ਮੁੱਖ ਰਸਮਾਂ ਦੇ ਸਮੇਂ ਰਿਗਵੇਦ ਅਤੇ ਅਯੁਰਵੇਦ ਦੇ ਪੁਜਾਰੀ ਪੁਰਸ਼ਵਾਸ਼ੁਕਤਾ ਭਜਨ ਨੂੰ ਸਦਾ ਗਾਉਂਦੇ ਹਨ, ਜਿਵੇਂ ਕਿ ਇਸ ਭਜਨ ਦਾ ਮਹੱਤਵ ਦਰਸਾਉਣ ਲਈ। ਇਸ ਭਜਨ ਵਿੱਚ ਦੱਸਿਆ ਗਿਆ ਹੈ ਕਿ 4 ਜਾਤਾਂ ਈਸ਼ਵਰ ਨੇ ਬਣਾਈਆਂ। ਮਨੂ ਨੇ ਵੇਦਾਂ ਨੂੰ ਸਿੱਧਾ ਭਗਵਾਨ ਵੱਲੋਂ ਉਤਰੇ ਹੋਏ ਇਲਹਾਮੀ ਜਾਂ ਸੁਰਤੀ ਦੱਸਿਆ ਹੈ ਅਤੇ ਇਹਨਾਂ ਨੂੰ ਸਾਰੇ ਹੀ ਦੁਨਿਆਵੀ ਤੇ ਰੂਹਾਨੀ ਗਿਆਨ ਦਾ ਸੋਤਰ ਸਮਝਣ ਲਈ ਕਿਹਾ ਹੈ। ਮਨੂ ਸਿਮਰਤੀ ਦੇ ਪਹਿਲੇ ਸਾਰੇ ਹਿੱਸੇ ਅੰਦਰ ਅਤੇ ਵਿੱਚ ਜਿਹੇ ਵੀ ਮਨੂ ਦੇ ਧਰਮ ਸ਼ਾਸਤਰ ਨੂੰ ਰੱਬੀ ਪ੍ਰੇਰਨਾ ਦੁਆਰਾ ਵੇਦਾਂ ਦੀ ਵਿਆਖਿਆ ਕਰਨ ਵਾਲਾ ਦੱਸਿਆ ਗਿਆ ਹੈ ਅਤੇ ਇਸ ਦੀ ਤੁਲਨਾ ਲਗਭਗ ਵੇਦਾਂ ਬਰਾਬਰ ਕੀਤੀ ਗਈ ਹੈ। ਪਰ ਇਸ ਪੁਸਤਕ ਦੇ ਆਖਰੀ ਕਾਂਡ ਵਿੱਚ ਇੱਕ ਵਾਕ ਵਿੱਚ ਵੇਦਾਂਗ, ਮੀਮਾਂਸਾ, ਨਿਆਏ, ਧਰਮ ਸ਼ਾਸਤਰਾਂ ਤੇ ਪੁਰਾਣਾਂ ਨੂੰ ਵੇਦਾਂ ਵਿੱਚੋਂ ਨਿਕਲੀਆਂ ਹੋਈਆਂ ਸ਼ਾਖਾਂ ਕਿਹਾ ਗਿਆ ਹੈ। ਜੋ ਕੁਝ ਵੀ ਵੇਦਾਂ ਤੋਂ ਬਾਹਰ ਹੈ ਜਾਂ ਜੋ ਕੁਝ ਵੀ ਮਨੂ ਦੀ ਸੰਪੂਰਨ ਸਿਆਣਪ ਰਾਹੀਂ ਵੇਦਾਂ ਵਿੱਚੋਂ ਲੈ ਕੇ ਧਰਮ ਸ਼ਾਸਤਰ ਵਿੱਚ ਲਿਖਿਆ ਨਹੀਂ ਗਿਆ, ਉਹ ਮਨੁੱਖੀ ਕੰਮ ਹੈ, ਬੇਕਾਰ ਹੈ ਅਤੇ ਝੂਠ ਹੈ। ਵੇਦਾਂ ਵਿੱਚ ਵਿਸ਼ਵਾਸ ਨਾ ਕਰਨਾ ਘੋਰ ਪਾਪ ਹੈ। ਜੋ ਕੋਈ ਕਾਫਰ ਕਿਤਾਬਾਂ ਦਾ ਅਸਰ ਲੈ ਕੇ ਧੁਰੋਂ ਉਤਰੇ ਹੋਏ ਵੇਦਾਂ ਤੇ ਧਰਮ ਸ਼ਾਸਤਰਾਂ ਦੇ ਅਧਿਕਾਰ ਉੱਤੇ ਕਿੰਤੂ ਕਰਦਾ ਹੈ, ਉਹ ਕਾਫਰ ਸਮਝਿਆ ਜਾਣ ਯੋਗ ਅਤੇ ਸਦਾਚਾਰੀ ਲੋਕਾਂ ਦੇ ਸਮਾਜ ਵਿੱਚੋਂ ਛੇਕੇ ਜਾਣ ਯੋਗ ਹੈ। ਜੋ ਵੇਦਾਂ ਦੇ ਅਧਿਕਾਰ ਨੂੰ ਨਹੀਂ ਮੰਨਦਾ, ਸ਼ਾਸਤਰਾਂ ਦੀ ਸਿੱਖਿਆ ਦਾ ਪਾਲਣ ਨਹੀਂ ਕਰਦਾ, ਵਿਸ਼ਵ ਦੇ ਨਿਯਮ ਦੀ ਉਲੰਘਣਾ ਕਰਦਾ ਹੈ, ਉਹ ਆਪਣਾ ਬੇੜਾ ਆਪ ਡੋਬਦਾ ਹੈ। ਉਹ ਬ੍ਰਾਹਮਣ ਜੋ ਆਪਣੇ ਆਪ ਨੂੰ ਪੰਡਤ ਸਮਝਦਾ ਹੈ ਪਰ ਵੇਦਾਂ ਦੀ ਨਿੰਦਿਆ ਕਰਦਾ ਹੈ, ਵਾਧੂ ਦੀਆਂ ਹੁਜਤਾਂ ਤੇ ਦਲੀਲਬਾਜ਼ੀ ਵਿੱਚ ਪੈਂਦਾ ਹੈ, ਸਦਾਚਾਰਕ ਲੋਕਾਂ ਨਾਲ ਆ ਕੇ ਬਹਿਸ ਸ਼ੁਰੂ ਕਰਦਾ ਹੈ ਤੇ ਆਪਣੀ ਤਰਕ ਵਿਧੀ ਨਾਲ ਉਹਨਾਂ ਨੂੰ ਹਰਾਉਂਦਾ ਹੈ, ਬ੍ਰਾਹਮਣ ਗ੍ਰੰਥਾਂ ਨੂੰ ਨਿਸ਼ਾਨਾ ਬਣਾਉਂਦਾ ਹੋਇਆ ਮੰਦੇ ਵਚਨ ਬੋਲਦਾ ਹੈ, ਉਹ ਸਾਰੇ ਜੱਗ ਦਾ ਛਟਿਆ ਹੋਇਆ, ਸ਼ੱਕੀ ਤੇ ਮੂਰਖ ਹੁੰਦਾ ਹੈ ਅਤੇ ਉਸ ਨੂੰ ਨਿਆਣ ਬੁੱਧੀ ਵਾਲਾ ਸਮਝਣਾ ਚਾਹੀਦਾ ਹੈ। ਲੋਕ ਉਸ ਆਦਮੀ ਨੂੰ ਇੱਕ ਕੁੱਤਾ ਸਮਝਦੇ ਹਨ। ਜਿਵੇਂ ਕੁੱਤੇ ਦਾ ਕੰਮ ਭੌਂਕਣਾ ਤੇ ਵੱਢਣਾ ਹੈ, ਇਸ ਤਰ੍ਹਾਂ ਅਜਿਹਾ ਬੰਦਾ ਪਵਿੱਤਰ ਗ੍ਰੰਥਾਂ ਬਾਰੇ ਖੱਪ ਪਾਉਂਦਾ ਹੈ ਤੇ ਉਹਨਾਂ ਦੀ ਹੇਠੀ ਕਰਦਾ ਹੈ। ਵਾਧੂ ਦੀ ਦਲੀਲਬਾਜ਼ੀ ਛੱਡ ਕੇ ਵੇਦਾਂ ਤੇ ਸਿਮਰਤੀਆਂ ਦੇ ਪਿੱਛੇ ਲੱਗਣਾ ਚਾਹੀਦਾ ਹੈ। ਹਿੰਦੂ ਧਰਮ ਦੇ ਕੁਝ ਸਭ ਤੋਂ ਜ਼ਰੂਰੀ ਫਰਜ਼ਾਂ ਵਿੱਚੋਂ ਇੱਕ ਇਹ ਹੈ ਕਿ ਪਵਿੱਤਰ ਗ੍ਰੰਥਾਂ ਦੇ ਅਧਿਕਾਰ ਉੱਤੇ ਕਿੰਤੂ ਨਾ ਕੀਤਾ ਜਾਵੇ, ਖਾਸ ਕਰਕੇ ਐਲਾਨੀਆ ਤੌਰ ਉੱਤੇ। ਮਨੂ ਨੇ ਵੇਦਾਂ ਨੂੰ, ਆਪਣੇ ਧਰਮ ਸ਼ਾਸਤਰ ਨੂੰ ਤੇ ਹੋਰ ਧਾਰਮਿਕ ਗ੍ਰੰਥਾਂ ਨੂੰ ਰੂਹਾਨੀ ਸਿੱਧ ਕਰਨ ਉੱਤੇ ਹੀ ਬਸ ਨਹੀਂ ਕੀਤੀ। ਉਸ ਦਾ ਅਸਲੀ ਮੁੱਦਾ ਇਹ ਸੀ ਕਿ ਜਾਤ-ਪਾਤੀ ਪ੍ਰਬੰਧ ਤੇ ਬ੍ਰਾਹਮਣਾਂ ਦੀ ਪਦਵੀ ਨੂੰ ਧਾਰਮਿਕ ਪ੍ਰਵਾਨਗੀ ਦਿੱਤੀ ਜਾਵੇ। ਇਸ ਲਈ ਉਸਨੇ ਫਰਮਾਨ ਕੀਤਾ ਕਿ ਬ੍ਰਾਹਮਣ ਦੀ ਸਿੱਖਿਆ ਮਨੁੱਖ ਵਾਸਤੇ ਸਿੱਕੇਬੰਦ ਹੈ, ਕਿਉਂਕਿ ਇਸ ਦੀ ਨੀਂਹ ਵੇਦ ਹਨ। ਜਾਤ-ਪਾਤੀ ਪ੍ਰਬੰਧ ਤੇ ਹੋਰ ਪਿਛਾਂਹ ਖਿੱਚੂ ਸਮਾਜਿਕ ਨਿਯਮਾਂ ਨੂੰ ਧਾਰਮਿਕ ਪ੍ਰਵਾਨਗੀ ਦੇਣ ਲਈ ਜਿਵੇਂ ਧਰਮ ਗ੍ਰੰਥਾਂ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ ਹੈ, ਇਸ ਦੀ ਹੋਰ ਵਿਆਖਿਆ ਕਰਨ ਦੀ ਲੋੜ ਨਹੀਂ। ਮਾਨਵ ਧਰਮ ਸ਼ਾਸਤਰ ਤੇ ਹੋਰ ਧਰਮ ਸ਼ਾਸਤਰਾਂ ਦਾ ਮੁੱਖ ਆਸ਼ਾ ਹੀ ਇਹੀ ਹੈ। ਸ਼ੂਦਰਾਂ, ਵੈਸ਼ਾਂ ਤੇ ਇਸਤਰੀਆਂ ਬਾਰੇ ਇਹਨਾਂ ਸ਼ਾਸਤਰਾਂ ਦਾ ਰਵੱਈਆ ਪਹਿਲਾਂ ਹੀ ਦੇਖ ਚੁੱਕੇ ਹਾਂ। ਮਨੂ ਦਾ ਦਾਅਵਾ ਹੈ ਕਿ ਬ੍ਰਹਮਾ ਨੇ ਕਾਨੂੰਨ ਪ੍ਰਣਾਲੀ ਆਪ ਤਿਆਰ ਕੀਤੀ ਹੈ ਤੇ ਮਨੂ ਨੂੰ ਸਿਖਾਈ। ਮਨੂ ਨੇ ਇਹ ਭ੍ਰਿਗੂ ਨੂੰ ਸਮਝਾਈ ਅਤੇ ਭ੍ਰਿਗੂ ਨੇ ਫਿਰ ਇਹ ਰਿਸ਼ੀਆਂ ਨੂੰ ਸਿਖਾਈ। ਉਹ ਇਹ ਵੀ ਕਹਿੰਦਾ ਹੈ ਕਿ ਜੋ ਆਦਮੀ ਆਪਣੇ ਜਾਤੀ ਧਰਮ ਨੂੰ ਨਹੀਂ ਮੰਨਦਾ, ਉਹ ਦੈਂਤ ਦੀ ਜੂਨ ਵਿੱਚ ਪੈਂਦਾ ਹੈ। ਗੀਤਾ ਦਾ ਵੀ ਇਹ ਉਪਦੇਸ਼ ਹੈ ਕਿ ਕਰਮ ਤੇ ਗੁਣ ਦੀ ਦਰਜਾਬੰਦੀ ਅਨੁਸਾਰ 4 ਜਾਤਾਂ ਮੈਂ ਬਣਾਈਆਂ ਹਨ। ਮੈਂ ਜੋ ਕਰਮ ਤੋਂ ਬਾਹਰਾ ਤੇ ਸਦਾ ਅਸਥਿਰ ਹਾਂ, ਉਸ ਨੂੰ ਸਮਝੋ, ਕਿਉਂਕਿ ਮੈਂ ਹੀ ਇਸ ਜਾਤ ਪਾਤੀ ਦਾ ਕਰਨਹਾਰ ਹਾਂ। ਮਹਾਭਾਰਤ ਦੇ ਇੱਕ ਹੋਰ ਬੰਦ ਅਨੁਸਾਰ ਪਸ਼ੂਆਂ ਲਈ ਜਿਵੇਂ ਜਲ ਕੁੰਡ ਹੈ, ਖੇਤ ਲਈ ਆਡਾਂ ਹਨ, ਧਰਮ ਦਾ ਸਦੀਵੀ ਕਾਇਮ ਰਹਿਣ ਵਾਲਾ ਕਾਨੂੰਨ ਸਿਮਰਤੀ, ਕਾਨੂੰਨ ਪ੍ਰਣਾਲੀ ਜਾਂ ਲਾ ਕੋਡ ਹੈ ਜੋ ਕਦੇ ਵੀ ਗਲਤ ਨਹੀਂ ਹੋ ਸਕਦਾ। ਧਰਮ ਸ਼ਾਸਤਰਾਂ ਦੀ ਇਹ ਸਿੱਖਿਆ ਸੀ ਕਿ ਰਾਜੇ ਨੂੰ ਆਪਣੇ ਧਰਮ ਦੀ ਪਾਲਣਾ ਲਈ ਵੇਦਾਂ ਤੇ ਧਰਮ ਸ਼ਾਸਤਰਾਂ ਉੱਤੇ ਨਿਰਭਰ ਹੋਣਾ ਚਾਹੀਦਾ ਹੈ। ਸਾਨੂੰ ਇਹਨਾਂ ਸਵਾਲਾਂ ਵਿੱਚ ਪੈਣ ਦੀ ਲੋੜ ਨਹੀਂ ਕਿ ਪੁਰਸ਼ੂਆ ਭਜਨ ਵੇਦਾਂ ਵਿੱਚ
ਪਿੱਛੋਂ ਜੋੜਿਆ ਗਿਆ ਜਾਂ ਇਸ ਵਿੱਚ ਕੱਟ-ਵੱਢ ਹੋਈ ਜਾਂ ਇਸ ਦੀ ਵਿਆਖਿਆ ਸਹੀ ਹੈ ਜਾਂ ਨਹੀਂ। ਧਰਮ ਸ਼ਾਸਤਰਾਂ ਜਾਂ ਵੇਦਾਂ ਤੋਂ ਬਾਅਦ ਦੇ ਧਰਮ ਗ੍ਰੰਥਾਂ ਨੇ ਵੇਦਾਂ ਤੋਂ ਜੋ ਧਾਰਮਿਕ ਪ੍ਰਵਾਨਗੀ ਲਈ ਉਹ ਠੀਕ ਹੈ ਜਾਂ ਗਲਤ। ਮਹਾਭਾਰਤ ਵਿੱਚ ਵੀ ਇੱਕ ਦੂਜੇ ਦੇ ਉਲਟ ਵਿਆਖਿਆ ਵਾਲੇ ਬੰਦ ਹਨ, ਪਰ ਮਹਾਭਾਰਤ ਦੇ ਕੁਝ ਭਾਗਾਂ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਸੋਤਰ ਗੈਰ ਸਨਾਤਨੀ ਤੇ ਗੈਰ ਬ੍ਰਾਹਮਣੀ ਹੈ। ਇਹਨਾਂ ਸਵਾਲਾਂ ਬਾਰੇ ਕੋਈ ਰਾਏ ਵੀ ਹੋਵੇ, ਪਰ ਕੋਈ ਵੀ ਇਸ ਠੋਸ ਹਕੀਕਤ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਧਰਮ ਸ਼ਾਸਤਰਾਂ ਤੇ ਉਹਨਾਂ ਜਿਹੇ ਹੋਰ ਗ੍ਰੰਥਾਂ ਨੂੰ ਧਰਮ ਗ੍ਰੰਥਾਂ ਵਾਲੀ ਪਾਵਨਤਾ ਮਿਲੀ ਅਤੇ ਉਹਨਾਂ ਵਿੱਚ ਲਿਖੇ ਕਾਨੂੰਨ ਨੂੰ ਅਟੱਲ ਸਮਝਿਆ ਗਿਆ। ਇਹ ਵਰਤੋਂ ਨਵੇਂ ਜਾਂ ਪੁਰਾਣੇ ਬ੍ਰਾਹਮਣਵਾਦ ਦੇ ਧਾਰਮਿਕ ਵਿਸ਼ਵਾਸ ਦਾ ਕੇਂਦਰੀ ਧੁਰਾ ਬਣੀ। ਬ੍ਰਾਹਮਣ ਇਹਨਾਂ ਧਰਮ ਗ੍ਰੰਥਾਂ ਦੀ ਵਿਆਖਿਆ ਦੇ ਠੇਕੇਦਾਰ ਬਣੇ। ਜੋ ਵਿਆਖਿਆ ਇਹਨਾਂ ਧਰਮ ਗ੍ਰੰਥਾਂ ਦੀ ਬ੍ਰਾਹਮਣਾਂ ਕੀਤੀ, ਉਹ ਜਾਤ-ਪਾਤੀ ਪ੍ਰਬੰਧ ਤੇ ਸਮਾਜਿਕ ਪਿਛਾਕੜ ਨੂੰ ਧਾਰਮਿਕ ਪ੍ਰਵਾਨਗੀ ਦੇਣ ਤੇ ਇਸ ਨੂੰ ਕਾਇਮ ਰੱਖਣ ਲਈ ਮੁੱਖ ਆਧਾਰ ਸਮਝੀ ਗਈ। ਵੱਡੀ ਗੱਲ ਇਹ ਹੈ ਕਿ ਹਜ਼ਾਰਾਂ ਸਾਲਾਂ ਤੱਕ ਇਹਨਾਂ ਧਰਮ ਗ੍ਰੰਥਾਂ ਦੀ ਬ੍ਰਾਹਮਣਾਂ ਵੱਲੋਂ ਹੋਈ ਵਿਆਖਿਆ ਨੂੰ ਨਾ ਕਿਸੇ ਚੈਲੰਜ ਕੀਤਾ ਤੇ ਨਾ ਹੀ ਸਨਾਤਨ ਧਰਮ ਵਿੱਚੋਂ ਕਿਸੇ ਵੱਲੋਂ ਇਸ ਦੇ ਵਿਰੁੱਧ ਕੋਈ ਆਵਾਜ਼ ਉੱਠੀ। ਜਿਸਨੇ ਵੀ ਬ੍ਰਾਹਮਣਵਾਦੀ ਵਿਚਾਰ ਤੋਂ ਲਾਂਭੇ ਜਾਣ ਦੀ ਦਲੇਰੀ ਕੀਤੀ, ਉਸ ਨੂੰ ਕਾਫਰ ਕਰਾਰ ਦਿੱਤਾ ਗਿਆ। ਜਾਤ-ਪਾਤੀ ਪ੍ਰਬੰਧ ਜਾਂ ਬ੍ਰਾਹਮਣਵਾਦ ਦੀ ਅਸਲੀਅਤ ਨੂੰ ਝੁਠਲਾਉਣ ਵਾਲੇ ਜਾਂ ਉਸ ਉੱਤੇ ਸ਼ੱਕ ਕਰਨ ਵਾਲੇ ਬੁੱਧ ਧਰਮ ਤੇ ਹੋਰ ਆਜ਼ਾਦ ਵਿਚਾਰਾਂ ਦਾ ਮੁਕਾਬਲਾ ਕਰਨ ਲਈ ਐਸੇ ਅਖੌਤੀ ਕੁਫਰ ਦੇ ਇਲਜ਼ਾਮ ਦਾ ਸਹਾਰਾ ਲਿਆ ਗਿਆ। ਹਿੰਦੂਆਂ ਤੋਂ ਜਿਵੇਂ ਵੇਦਾਂ ਦੇ ਅਧਿਕਾਰ ਨੂੰ ਮਨਵਾਇਆ ਗਿਆ, ਉਸ ਦੀ ਮਾਨਤਾ ਈਸਾਈਆਂ ਤੇ ਕੈਥੋਲਿਕ ਗਿਰਜੇ ਦੀ ਮਾਨਤਾ ਨਾਲੋਂ ਵੀ ਵਧੇਰੇ ਬੁਨਿਆਦੀ ਕਿਸਮ ਦੀ ਸੀ, ਕਿਉਂਕਿ ਹਿੰਦੂਆਂ ਲਈ ਹੋਰ ਕੋਈ ਵੀ ਮੁਕਤੀਦਾਤਾ ਪ੍ਰਗਟ ਹੋਣਾ ਨਹੀਂ ਦੱਸਿਆ ਗਿਆ ਜੋ ਪੁਰਾਣੀ ਮਰਿਆਦਾ ਬਦਲ ਕੇ ਇਸ ਦੀ ਥਾਂ ਨਵੀਂ ਮਰਿਆਦਾ ਦੇ ਸਕਦਾ। ਬ੍ਰਾਹਮਣਵਾਦੀ ਤੇ ਜਾਤ-ਪਾਤੀ ਤਾਕਤ ਦਾ ਮੂਲ ਸੋਮਾ ਹੀ ਉਹ ਸਾਰੇ ਅਖੌਤੀ, ਅਟੱਲ ਤੇ ਪਵਿੱਤਰ ਨਿਯਮ ਸਨ ਜੋ ਸਾਰੇ ਹਾਨੀਕਾਰਕ ਪ੍ਰਭਾਵਾਂ ਨੂੰ ਰੋਕਣ ਵਾਲੇ ਦੱਸੇ ਗਏ ਸਨ। ਈੜੀ, ਰਵਾਇਤ ਤੇ ਪੁਰਾਤਨਤਾ। ਧਾਰਮਿਕ ਗ੍ਰੰਥਾਂ ਦੀ ਪਵਿੱਤਰਤਾ ਦੇ ਅਧਿਕਾਰ ਨਾਲ ਜੋੜਿਆ ਹੋਇਆ ਇੱਕ ਹੋਰ ਅਧਿਕਾਰ ਰਵਾਇਤ ਤੇ ਪੁਰਾਤਨਤਾ ਦਾ ਸੀ ਅਤੇ ਦੋਵੇਂ ਹੀ ਅਧਿਕਾਰ ਆਪਸ ਵਿੱਚ ਘੁਲੇ ਮਿਲੇ ਹੋਏ ਸਨ। ਸਨਾਤਨੀ ਸਮਾਜ ਦੀ ਅਮਲੀ ਵਰਤੋਂ ਵਿੱਚ ਰਵਾਇਤ ਤੇ ਪੁਰਾਤਨਤਾ ਦਾ ਜ਼ੋਰ ਧਾਰਮਿਕ ਗ੍ਰੰਥਾਂ ਦੀ ਪਵਿੱਤਰਤਾ ਨਾਲੋਂ ਘੱਟ ਨਹੀਂ ਸੀ। ਅਮਲੀ ਵਰਤੋਂ ਵਿੱਚ ਇਸ ਵੇਦਾਂ ਵਿੱਚ ਪੂਰਨ ਵਿਸ਼ਵਾਸ ਦਾ ਨਤੀਜਾ ਇਹ ਸੀ ਕਿ ਵੇਦਾਂ ਦੀ ਨੀਂਹ ਉੱਤੇ ਖੜੀ ਹਿੰਦੂ ਰਵਾਇਤ ਦੇ ਅਧਿਕਾਰ ਨੂੰ ਕਬੂਲਿਆ ਜਾਂਦਾ ਰਹੇ। ਇਸ ਦਾ ਮਤਲਬ ਇਹ ਵੀ ਸੀ ਕਿ ਇਸ ਦੇ ਆਗੂਆਂ, ਬ੍ਰਾਹਮਣਾਂ ਦੇ ਰੁਤਬੇ ਤੇ ਪਦਵੀ ਨੂੰ ਕਬੂਲਿਆ ਜਾਵੇ। ਮਨੂ ਦਾ ਇਹ ਦਾਅਵਾ ਹੈ ਕਿ ਪਵਿੱਤਰ ਕਾਨੂੰਨ ਦਾ ਪਹਿਲਾ ਸੋਮਾ ਵੇਦ ਹਨ, ਦੂਸਰਾ ਰਵਾਇਤ ਅਤੇ ਉਹਨਾਂ ਲੋਕਾਂ ਦਾ ਨੇਕ ਚਰਿੱਤਰ ਜਿਨ੍ਹਾਂ ਨੂੰ ਵੇਦਾਂ ਦਾ ਗਿਆਨ ਹੈ, ਫਿਰ ਪਵਿੱਤਰ ਬੰਦਿਆਂ ਦਾ ਦਸਤੂਰ ਤੇ ਅਖੀਰ ਵਿੱਚ ਆਪਣੀ ਤਸੱਲੀ। ਪੁਰਾਣੇ ਬ੍ਰਾਹਮਣਵਾਦ ਨੂੰ ਇੱਕ ਪਾਸੇ ਵੇਦਾਂ ਤੋਂ ਵੱਖ ਕਰਕੇ ਅਤੇ ਦੂਜੇ ਪਾਸੇ ਨਵੀਨ ਬ੍ਰਾਹਮਣਵਾਦ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਅਤੇ ਇਹ ਨਵੀਨ ਬ੍ਰਾਹਮਣਵਾਦ ਹਿੰਦੂ ਪੰਥ ਦੀਆਂ ਸਾਰੀਆਂ ਸ਼ਾਖਾਂ ਨਾਲ ਇਸ ਤਰ੍ਹਾਂ ਘੁਲ ਮਿਲ ਚੁੱਕਾ ਹੈ ਕਿ ਜੇ ਦੋਵਾਂ ਨੂੰ ਨਿਖੇੜਨ ਦਾ ਯਤਨ ਕੀਤਾ ਜਾਵੇ ਤਾਂ ਮੁੱਢਲੇ ਜੋੜ ਟੁੱਟਣ ਦਾ ਡਰ ਹੈ। ਪੁਰਾਣੇ ਭੂਤਕਾਲ ਨਾਲ ਨਵੀਨ ਬ੍ਰਾਹਮਣਵਾਦ ਦਾ ਜੋੜ ਕਿਸੇ ਸਿਧਾਂਤਕ ਸਬੰਧ ਦੇ ਜਾਰੀ ਰਹਿਣ ਕਰਕੇ ਨਹੀਂ ਸੀ। ਇਹ ਜੋੜ ਉਹਨਾਂ ਦਾਅਵਿਆਂ ਤੇ ਧਾਰਨਾਵਾਂ ਉੱਤੇ ਆਧਾਰਿਤ ਸੀ ਜਿਨ੍ਹਾਂ ਦੀ ਪ੍ਰਵਾਨਗੀ ਧਰਮ ਤੇ ਰਵਾਇਤ ਨੇ ਬਗੈਰ ਦਲੀਲੀ ਛਾਣਬੀਣ ਦੇ ਦਿੱਤੀ ਸੀ। ਨਵੀਨ ਬ੍ਰਾਹਮਣਵਾਦ ਦੇ ਪਸਾਰ ਤੇ ਵਾਧੇ ਦਾ ਨਿਚੋੜ ਕੱਢਦਾ ਹੋਇਆ ਤੁਰਤ ਇਸ ਨਤੀਜੇ ਉੱਤੇ ਪੁੱਜਾ ਹੈ ਕਿ ਨਵੀਨ ਬ੍ਰਾਹਮਣਵਾਦ, ਜਿਸ ਨੂੰ ਅਗਾਂਹ ਤੋਂ ਹਿੰਦੂਵਾਦ ਕਿਹਾ ਜਾਵੇਗਾ, ਦੋ ਤਰੀਕਿਆਂ ਨਾਲ ਵਧਿਆ। ਪਹਿਲਾ ਇਹ ਕਿ ਅਵਤਾਰਾਂ ਦੀ ਇੱਕ ਪਾਲ ਘੜੀ ਗਈ, ਖਾਸ ਕਰਕੇ ਰਮਾਇਣ, ਮਹਾਭਾਰਤ ਤੇ ਪੁਰਾਣਾਂ ਦੀ ਮਦਦ ਨਾਲ, ਜਿਨ੍ਹਾਂ ਬਾਰੇ ਕਥਾ ਕਹਾਣੀਆਂ ਪ੍ਰਚਲਿਤ ਰਵਾਇਤ ਵਿੱਚੋਂ ਜਾਂ ਲੋਕ ਕਥਾ ਵਿੱਚੋਂ ਲਈਆਂ ਗਈਆਂ ਜਾਂ ਰਵਾਇਤ ਦੇ ਜੋੜ ਤੋੜ ਵਿੱਚੋਂ। ਦੂਜਾ ਇਹ ਕਿ ਬ੍ਰਾਹਮਣੀਵਾਦੀ ਘੇਰੇ ਤੋਂ ਬਾਹਰ ਦੀਆਂ ਨਸਲਾਂ ਵਿੱਚੋਂ ਦੇਵਤਿਆਂ, ਧਾਰਮਿਕ ਕਥਾਵਾਂ ਤੇ ਪ੍ਰਥਾਵਾਂ ਨੂੰ ਅਪਣਾਇਆ ਗਿਆ। ਨਾ ਸਿਰਫ ਇਹ ਕਿ ਰਵਾਇਤ ਨੂੰ ਵੇਦਾਂ ਦੇ ਸੋਮੇ ਨਾਲ ਜੋੜ ਕੇ ਇਸ ਨੂੰ ਪਵਿੱਤਰ ਰੂਪ ਦਿੱਤਾ ਗਿਆ, ਸਗੋਂ ਨਿਰਾ ਪੁਰਾਣਾ ਹੋਣ ਨੂੰ ਹੀ ਸਤਿਕਾਰ ਦੀਆਂ ਨਜ਼ਰਾਂ ਨਾਲ ਦੇਖਿਆ ਜਾਣ ਲੱਗਾ।
ਇਹ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਕਿਵੇਂ ਮਨੂ ਨੇ ਇਹ ਦਾਅਵਾ ਕੀਤਾ ਕਿ ਕਾਨੂੰਨਾਂ ਦੀ ਪ੍ਰਣਾਲੀ ਨੂੰ ਘੜਨ ਵਾਲਾ ਬ੍ਰਹਮਾ ਸੀ। ਇਸ ਤਰ੍ਹਾਂ ਆਪਣੇ ਕਾਨੂੰਨਾਂ ਨੂੰ ਦੁਨੀਆ ਦੇ ਪੈਦਾ ਹੋਣ ਤੋਂ ਵੀ ਪਹਿਲਾਂ ਦਾ ਰੂਪ ਦਿੱਤਾ। ਪੁਰਾਣਾਂ ਦੀ ਪੁਰਾਤਨਤਾ ਦਾ ਦਾਅਵਾ ਹੋਰ ਵੀ ਹਾਸੋਹੀਣਾ ਲੱਗਦਾ ਹੈ। ਪ੍ਰੋਫੈਸਰ ਵਿਲਸਨ ਦੀ ਰਾਏ ਹੈ ਕਿ ਪੁਰਾਣੇ ਤੋਂ ਪੁਰਾਣ ਗ੍ਰੰਥ 8ਵੀਂ ਜਾਂ 9ਵੀਂ ਸਦੀ ਤੋਂ ਪਹਿਲਾਂ ਦਾ ਨਹੀਂ ਅਤੇ ਨੇੜੇ ਤੋਂ ਨੇੜੇ ਦਾ 3 ਜਾਂ 4 ਸਦੀਆਂ ਪਹਿਲਾਂ ਦਾ ਹੋਵੇਗਾ। ਰੁਦਰ ਸੰਪਰਦਾ ਦਾ ਬਾਨੀ ਵਿਸ਼ਨੂੰ ਸਵਾਮੀ 15ਵੀਂ ਸਦੀ ਦੇ ਸ਼ੁਰੂ ਵਿੱਚ ਹੋਇਆ, ਪਰ ਉਸ ਦੇ ਪੈਰੋਕਾਰ ਉਸ ਦੇ ਮਤ ਨੂੰ ਪੁਰਾਣੇ ਸਮੇਂ ਦਾ ਅਧਿਕਾਰ ਦੇਣ ਖਾਤਰ ਕਹਿ ਦਿੰਦੇ ਹਨ ਕਿ ਉਹ 4500 ਸਾਲ ਪਹਿਲਾਂ ਹੋਇਆ ਸੀ। ਰਵਾਇਤ ਨੂੰ ਮਿਲਿਆ ਸਤਿਕਾਰ ਅਤੇ ਪੁਰਾਣੇ ਸਮੇਂ ਨਾਲ ਸੰਬੰਧਿਤ ਸਤਿਕਾਰ ਦੋਵੇਂ ਇੱਕ ਦੂਜੇ ਨੂੰ ਆਸਰਾ ਦਿੰਦੇ ਹਨ। ਇਹ ਦੋਵੇਂ ਸਤਿਕਾਰ ਨਾ ਸਿਰਫ ਲੋਕਾਂ ਦੇ ਨਜ਼ਰੀਏ ਨੂੰ ਪਿੱਛੇ ਵੱਲ ਦੇਖਣ ਵਾਲਾ ਬਣਾਉਂਦੇ, ਸਗੋਂ ਸਮਾਜਿਕ ਪ੍ਰਬੰਧ ਨੂੰ ਵੀ ਪੱਕਿਆਂ ਕਰਦੇ ਅਤੇ ਇਸ ਨੂੰ ਇਸ ਤਰ੍ਹਾਂ ਦਾ ਵਧੇਰੇ ਕਠੋਰ ਤੇ ਚੀੜਾ ਬਣਾਉਂਦੇ ਜਿਸ ਤਰ੍ਹਾਂ ਦਾ ਇਹਨਾਂ ਦੀ ਮਦਦ ਤੋਂ ਬਗੈਰ ਸ਼ਾਇਦ ਇਹ ਇਤਨਾ ਨਾ ਬਣਦਾ। ਜਾਤ-ਪਾਤੀ ਪ੍ਰਬੰਧ ਆਪਣੇ ਅਸਲੇ ਕਾਰਨ ਹੀ ਪੂਰੀ ਤਰ੍ਹਾਂ ਰਵਾਇਤਵਾਦੀ ਹੈ ਤੇ ਆਪਣੇ ਪ੍ਰਭਾਵ ਦੇ ਪੱਖੋਂ ਵਿਵੇਕ ਵਿਰੋਧੀ ਹੈ। ਨਿੱਤ ਵਰਤੋਂ ਵਾਲਾ ਜਾਤ-ਪਾਤੀ ਧਰਮ ਆਪਣਾ ਤੱਤ ਦੂਰ ਭੂਤਕਾਲ ਦੀਆਂ ਮਨਾਈਆਂ ਜਾਦੂ ਵਿਧੀਆਂ ਤੇ ਜਾਦੂ ਟੂਣੇ ਤੋਂ ਹਾਸਲ ਕਰਦਾ ਹੈ। ਕਿਹਾ ਜਾਂਦਾ ਹੈ ਕਿ ਜਨਾਟ ਗਾਂਜ ਗੋਤਰ ਦੇ ਲੋਕ ਬਲੀ ਵਾਲੇ ਪ੍ਰਸ਼ਾਦ ਨੂੰ 5 ਹਿੱਸਿਆਂ ਵਿੱਚ ਕੱਟਦੇ ਹਨ, ਜਦ ਕਿ ਦੂਜੀਆਂ ਗੋਤਰਾਂ ਵਾਲੇ 4 ਹਿੱਸਿਆਂ ਵਿੱਚ। ਇਹੋ ਫਰਕ ਗੀਤਾ ਦੀ ਰਸਮ ਵਿੱਚ ਮਿਲਦਾ ਹੈ। ਵਿਆਹ ਦੀ ਰਸਮ ਸਮੇਂ ਜਨਾਟ ਗਾਂਜ ਗੋਤਰ ਵਾਲੇ 3 ਹਿੱਸੇ ਅਨਾਜ ਹੋਮਦੇ ਸਨ, ਜਦ ਕਿ ਬਾਕੀ ਦੇ ਗੋਤਰਾਂ ਵਾਲੇ ਸਿਰਫ 2 ਹਿੱਸੇ। ਅਜਿਹੀ ਤੁੱਛ ਜਿਹੀ ਭਿੰਨਤਾ ਹਜ਼ਾਰਾਂ ਸਾਲ ਤੱਕ ਕਾਇਮ ਰਹੀ, ਜਿਸ ਤੋਂ ਬਾਰਥ ਦੇ ਇਸ ਵਿਚਾਰ ਦੀ ਪੁਸ਼ਟੀ ਹੁੰਦੀ ਹੈ ਕਿ ਜੋ ਕੁਝ ਵੀ ਇਹਨਾਂ ਹਿੰਦੂਆਂ ਦੀਆਂ ਰਵਾਇਤਾਂ ਨਾਲ ਆ ਜੁੜਿਆ ਉਹ ਮੁੜ ਕਦੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ, ਤੇ ਜੋ ਚੀਜ਼ ਬੜੀ ਨਵੀਨ ਵੀ ਦਿਸਦੀ ਹੋਵੇ ਉਸ ਦਾ ਖੁਰਾ ਕਿਸੇ ਦਿਨ ਇਹਨਾਂ ਦੀ ਪੁਰਾਣੀ ਯਾਦਗਾਰ ਨਾਲ ਜੁੜਿਆ ਮਿਲੇਗਾ। ਬਹੁਤ ਘੱਟ ਹਾਲਾਤਾਂ ਵਿੱਚ ਹੀ ਅਸੀਂ ਇਹ ਨਿਰਣਾ ਕਰ ਸਕਦੇ ਹਾਂ ਕਿ ਇਹਨਾਂ ਦੀ ਕੋਈ ਗੱਲ ਪੁਰਾਣੀ ਕਿੱਥੋਂ ਤੱਕ ਹੈ ਤੇ ਨਵੀਂ ਕਿੱਥੋਂ ਤੱਕ। ਸੱਸਾ ਰਿਵਾਜ, ਰੀਤਾਂ ਤੇ ਰਸਮਾਂ। ਰਿਵਾਜਾਂ, ਰੀਤਾਂ ਤੇ ਰਸਮਾਂ ਦੀ ਧਰਮ ਗ੍ਰੰਥਾਂ ਦੀ ਪ੍ਰਵਾਨਗੀ ਦਾ ਦਾਅਵਾ ਕਰਦੀਆਂ ਹਨ। ਬਾਰਥ ਕਹਿੰਦਾ ਹੈ, ਇੱਕ ਪਾਸੇ ਅਨੁਮਾਨ ਤੇ ਦੂਜੇ ਪਾਸੇ ਰੀਤ ਤੇ ਰਿਵਾਜ ਨੂੰ ਮਿਲਾਉਣ ਵਾਲਾ ਪੁਲ ਜਿਤਨਾ ਸਾਡੇ ਯੂਰਪ ਲੰਮਾ ਹੁੰਦਾ ਹੈ, ਭਾਰਤ ਵਿੱਚ ਨਹੀਂ ਹੁੰਦਾ। ਇਹ ਦੋਵੇਂ ਜਾਬਤੇ ਇੱਕ ਪਾਸੇ ਅਨੁਮਾਨ ਤੇ ਦੂਜੇ ਪਾਸੇ ਰੀਤ ਰਿਵਾਜ ਆਪਣਾ ਸੋਮਾ ਵੇਦ ਹੀ ਮੰਨਦੇ ਹਨ ਤੇ ਦੋਵੇਂ ਹੀ ਆਪਣੀ ਆਪਣੀ ਥਾਂ ਹੱਕੀ ਹਨ। ਵੇਦ ਅਤੇ ਬ੍ਰਾਹਮਣ ਗ੍ਰੰਥ ਕੁਰਬਾਨੀ ਅਤੇ ਰੀਤਾਂ ਉੱਤੇ ਸਾਰਾ ਜ਼ੋਰ ਦਿੰਦੇ ਹਨ। ਉਪਨਿਸ਼ਦਾਂ ਵਿੱਚ ਫਲਸਫੇ, ਮੰਤਰਾਂ ਤੇ ਰੀਤਾਂ ਦਾ ਮੇਲ ਮਿਲਦਾ ਹੈ। ਰੀਤਾਂ ਤੇ ਰਿਵਾਜਾਂ ਦੀ ਮਹਾਨਤਾ ਦਾ ਪਤਾ ਇਸ ਗੱਲ ਤੋਂ ਮਿਲਦਾ ਹੈ ਕਿ ਇੱਕ ਵੱਖਰਾ ਹੀ ਸਾਹਿਤ ਗ੍ਰਿਆ ਸੂਤਰ ਸਿਰਫ ਇਹਨਾਂ ਦੇ ਬਾਰੇ ਲਿਖਿਆ ਹੋਇਆ ਮਿਲਦਾ ਹੈ, ਭਾਵੇਂ ਇਹ ਮੰਤਰ ਨਹੀਂ ਹਨ। ਬ੍ਰਾਹਮਣ ਗ੍ਰੰਥਾਂ ਮੁਤਾਬਕ ਦੇਵਤੇ ਸਿਰਫ ਬਲੀ ਨਾਲ ਹੀ ਪ੍ਰਸੰਨ ਹੁੰਦੇ ਹਨ। ਤ੍ਰਿਤੀਯ ਬ੍ਰਾਹਮਣ ਗ੍ਰੰਥ ਵਿੱਚ ਲਿਖਿਆ ਹੈ ਕਿ ਬਲੀ ਰਾਹੀਂ ਦੇਵਤੇ ਸੁਰਗ ਪ੍ਰਾਪਤ ਕਰਦੇ ਹਨ। ਅਥਰਵ ਵੇਦ ਕਹਿੰਦਾ ਹੈ ਕਿ ਜੇ ਬਲੀ ਦੇਣ ਵਿੱਚ ਜ਼ਰਾ ਵੀ ਦੇਰੀ ਹੋਵੇ ਤਾਂ ਦੇਵਤੇ ਬਰਖਾ ਨੂੰ ਰੋਕ ਲੈਣਗੇ, ਸੂਰਜ ਦਾ ਉਦੈ ਤੇ ਅਸਤ ਵੇਲੇ ਸਿਰ ਨਹੀਂ ਹੋਵੇਗਾ ਤੇ ਨਾ ਹੀ ਫਸਲਾਂ ਉੱਗਣ ਤੇ ਪੱਕਣਗੀਆਂ, ਕਿਉਂਕਿ ਫਿਰ ਉਹ ਅਜਿਹਾ ਨਾ ਹੀ ਕਰਨਾ ਚਾਹਣਗੇ ਤੇ ਨਾ ਹੀ ਸ਼ਾਇਦ ਕਰ ਸਕਣ ਦੇ ਸਮਰੱਥ ਹੋਣਗੇ। ਜ਼ਰੂਰੀ ਰਸਮਾਂ ਪੂਰੀਆਂ ਕਰਨ ਦੀ ਉਕਾਈ ਹੋਣ ਬਾਰੇ ਰਿਗਵੇਦ ਦੇ ਸ਼ਲੋਕਾਂ ਵਿੱਚ ਬੜੀ ਸਖਤ ਤਾੜਨਾ ਕੀਤੀ ਗਈ ਹੈ। ਇੰਦਰ ਨੂੰ ਜੋ ਵੀ ਅਰਗ ਨਹੀਂ ਦਿੰਦਾ, ਭਾਵੇਂ ਉਹ ਕਿੰਨਾ ਵੀ ਬਲੀ ਕਿਉਂ ਨਾ ਹੋਵੇ, ਇੰਦਰ ਉਸਨੂੰ ਮਾਰ ਦੇਵੇਗਾ। ਉਹ ਮੈਤਰ ਦੇਵਤਾ ਤੇ ਵਰਣ ਦੇਵਤਾ, ਜੋ ਦੋਖੀ ਬੰਦਾ, ਜੋ ਮੰਦ ਭਾਵਨਾ ਵਾਲਾ ਸ਼ਤਰੂ ਤੁਹਾਨੂੰ ਅਰਗ ਨਹੀਂ ਦਿੰਦਾ, ਤਾਪ ਚੜਾਉਣ ਦਾ ਭਾਗੀ ਬਣਦਾ ਹੈ। ਜੋ ਬੰਦਾ ਵੀ ਅਰਗ ਨਹੀਂ ਦਿੰਦਾ ਉਸਨੂੰ ਕਤਲ ਕਰ ਦੇਵੋ। ਜੋ ਬਲੀ ਦਿੰਦੇ ਹਨ ਉਹ ਬਲੀ ਨਾ ਦੇਣ ਵਾਲਿਆਂ ਦਾ ਮਾਲ ਮਤਾ ਖੋਹ ਸਕਦੇ ਹਨ। ਇਸ ਦੇ ਉਲਟ ਕੋਈ ਚੋਰ, ਪਾਪੀ, ਕੁਕਰਮੀ ਜੋ ਬਲੀ ਦੇਣਾ ਚਾਹੁੰਦਾ ਹੈ ਉਹ ਚੰਗਾ ਬੰਦਾ ਹੁੰਦਾ ਹੈ। ਇਸੇ ਕਰਕੇ ਮਨੂ ਦਾ ਦਾਅਵਾ ਹੈ ਕਿ ਖੱਤਰੀਆਂ ਦੀਆਂ ਕਈ ਨਸਲਾਂ ਚੌਹਾਂ ਜਾਤਾਂ ਵਿੱਚੋਂ ਸਭ ਤੋਂ ਹੇਠਾਂ ਗਰਕ ਗਈਆਂ, ਕਿਉਂਕਿ ਉਹ ਪਵਿੱਤਰ ਰਸਮਾਂ ਪੂਰੀਆਂ ਕਰਨ ਤੇ ਬ੍ਰਾਹਮਣਾਂ ਦੇ ਦਰਸ਼ਨ ਕਰਨ ਤੋਂ ਅਟਕ ਗਈਆਂ।
ਭਾਵੇਂ ਇੱਕੋ ਜਾਤ ਵਿੱਚ ਇੱਕ ਜੋੜੇ ਦੇ ਹੀ ਬੱਚੇ ਕਿਉਂ ਨਾ ਹੋਣ, ਜੋ ਉਹਨਾਂ ਵਿੱਚੋਂ ਜ਼ਰੂਰੀ ਰਸਮਾਂ ਪੂਰੀਆਂ ਨਾ ਕਰਦੇ ਉਹ ਆਪਣਾ ਜਾਤੀ ਰੁਤਬਾ ਗਵਾ ਬੈਠਦੇ। ਉਹਨਾਂ ਨੂੰ ਦੂਜਿਆਂ ਤੋਂ ਨਿਖੇੜਨ ਲਈ ਇੱਕ ਖਾਸ ਲਫ਼ਜ਼ ਵਰਤਿਆ ਹੋਣ ਲੱਗਾ। ਮੁਕਤੀ ਹਾਸਲ ਕਰਨ ਲਈ 3 ਮਿੱਥੇ ਹੋਏ ਰਸਤਿਆਂ ਵਿੱਚੋਂ ਇੱਕ ਰਸਤਾ ਕਰਮਕਾਂਡ ਦਾ ਸੀ। ਇਸ ਉੱਤੇ ਜ਼ੋਰ ਵੇਦਾਂ ਤੇ ਬ੍ਰਾਹਮਣ ਗ੍ਰੰਥਾਂ ਵਿੱਚ ਵੀ ਦਿੱਤਾ ਗਿਆ ਅਤੇ ਇਹ ਰਸਤਾ ਖਾਸ ਮਿੱਥੀਆਂ ਹੋਈਆਂ ਰੀਤਾਂ ਪੂਰੀਆਂ ਕਰਨ ਦਾ ਮਾਰਗ ਸੀ। 3 ਰਸਤਿਆਂ ਵਿੱਚੋਂ ਇਹ ਸਭ ਤੋਂ ਵੱਧ ਪ੍ਰਚਲਿਤ ਸੀ। ਇਹ ਰੀਤਾਂ ਦੀ ਮਨੌਤ ਧਰਮ ਦੇ ਦਾਇਰੇ ਤੱਕ ਹੀ ਫੈਲੀ ਹੋਈ ਨਹੀਂ ਸੀ। ਇਹ ਮਨੌਤ ਬੰਦੇ ਦੀ ਜ਼ਿੰਦਗੀ ਦੇ ਸਾਰੇ ਪੱਖਾਂ ਉੱਤੇ ਕਾਬੂ ਪਾਉਣ ਵਾਲੀ ਸੀ ਤੇ ਉਸਦੇ ਨਜ਼ਰੀਏ ਤੇ ਕੰਮਾਂ ਦੀ ਹੱਦ ਦੀ ਕਾਰ ਕੱਢਦੀ ਸੀ। ਧਾਰਮਿਕ ਤੇ ਰਸਮੀ ਮਨੌਤਾਂ ਨੂੰ ਵੱਡੀ ਅਹਿਮੀਅਤ ਦਿੱਤੀ। ਇਸ ਕਾਰਨ ਪੁਜਾਰੀ ਜਮਾਤ ਦਾ ਦਾਅਵਾ ਸਮਾਜਿਕ ਪ੍ਰਬੰਧ ਵਿੱਚ ਇੰਨਾ ਵੱਧ ਗਿਆ ਜਿਸ ਦੀ ਮਿਸਾਲ ਹੋਰ ਕਿਤੇ ਨਹੀਂ ਮਿਲਦੀ। ਰਿਗਵੇਦ ਦੇ ਸਮੇਂ ਵਿੱਚ ਵੀ ਰਸਮਾਂ ਨੂੰ ਠੀਕ ਤਰ੍ਹਾਂ ਭੁਗਤਾਉਣ ਲਈ ਪੁਜਾਰੀ ਦਾ ਹੋਣਾ ਇੱਕ ਜ਼ਰੂਰੀ ਸ਼ਰਤ ਸੀ। ਉੱਪਰਲੀਆਂ 3 ਜਾਤਾਂ ਦੇ ਲਈ ਜਨੇਊ ਦੀ ਰਸਮ ਲਾਜ਼ਮੀ ਸੀ। ਜੇ ਇੱਕ ਨਿਯਤ ਕੀਤੀ ਉਮਰ ਤੱਕ ਇਹ ਨਾ ਕੀਤੀ ਜਾਏ ਤਾਂ ਆਦਮੀ ਆਪਣੀ ਜਾਤ ਗਵਾ ਲੈਂਦਾ। ਜਮਾਂਦਰੂ ਅਧਿਕਾਰ ਤੋਂ ਛੁੱਟ ਇਹ ਪ੍ਰਵੇਸ਼ ਜਾਂ ਦਾਖਲੇ ਦਾ, ਜਿਸ ਨੂੰ ਪੁਨਰ ਜਨਮ ਜਾਂ ਦੂਜਾ ਜਨਮ ਕਿਹਾ ਜਾਂਦਾ ਸੀ, ਦੂਸਰਾ ਦਰਵਾਜ਼ਾ ਸੀ ਜਿਸ ਵਿੱਚੋਂ ਆਰੀਆ ਪਰਿਵਾਰ ਵਿੱਚ ਪ੍ਰਵੇਸ਼ ਕਰਨ ਲਈ ਲੰਘਣਾ ਪੈਂਦਾ ਸੀ। ਇਸ ਦਵਾਰੇ ਦੀ ਚਾਬੀ ਬ੍ਰਾਹਮਣ ਦੇ ਹੱਥ ਵਿੱਚ ਸੀ ਕਿਉਂਕਿ ਸਿਰਫ ਉਸ ਨੂੰ ਪ੍ਰਵੇਸ਼ ਕਰਨ ਦੀ ਰਸਮ ਕਰਨ ਦਾ ਹੱਕ ਹੈ। ਇਹ ਕਹਾਵਤ ਹੈ ਕਿ ਸਾਰੇ ਰਾਹ ਰੋਮ ਸ਼ਹਿਰ ਵੱਲ ਲੈ ਜਾਂਦੇ ਹਨ। ਇਸੇ ਤਰ੍ਹਾਂ ਰੀਤਾਂ, ਰਸਮਾਂ ਤੇ ਰਿਵਾਜ਼ਾਂ ਸਭ ਦਾ ਰੁਖ ਜਾਤ-ਪਾਤੀ ਪ੍ਰਬੰਧ ਤੇ ਸਮਾਜਿਕ ਪਿਛਾਕੜ ਨੂੰ ਪੱਕਿਆ ਕਰਨ ਵੱਲ ਸੀ। ਭਾਈਚਾਰਕ ਭਿੰਨ ਭੇਦ ਸਮਾਜਿਕ ਕਾਰਨਾਂ ਕਰਕੇ ਇਤਨਾ ਨਹੀਂ ਜਿਤਨਾ ਰਸਮਾਂ ਰੀਤਾਂ ਦੇ ਕਾਰਨ ਪੈਦਾ ਹੋਇਆ। ਰੀਤਾਂ ਰਸਮਾਂ ਦੀਆਂ ਰੋਕਾਂ ਜਾਤ-ਪਾਤੀ ਦਾ ਲਾਜ਼ਮੀ ਅੰਗ ਹਨ। ਧਾਰਮਿਕ ਰੀਤਾਂ ਦਾ ਪ੍ਰਭਾਵ ਜਿੰਨਾ ਜਾਤ-ਪਾਤੀ ਪ੍ਰਬੰਧ ਵਿੱਚ ਮਿਲਦਾ ਹੈ, ਹੋਰ ਕਿਤੇ ਇਸ ਦਾ ਛੋਟਾ ਜਿਹਾ ਹਿੱਸਾ ਵੀ ਨਹੀਂ ਮਿਲਦਾ। ਰਸਮੀ ਤੌਰ ਤੇ ਉਹੀ ਇਲਾਕਾ ਪਵਿੱਤਰ ਗਿਣਿਆ ਗਿਆ ਸੀ ਜਿੱਥੇ ਚਾਰੇ ਜਾਤਾਂ ਕਾਇਮ ਮਿਲਣ। ਜਿਵੇਂ ਪਹਿਲਾਂ ਦੇਖਿਆ ਜਾ ਚੁੱਕਾ ਹੈ, ਧਰਮ ਦਾ ਆਧਾਰ ਹੀ ਇਹ ਹੈ ਕਿ ਬੰਦਾ ਆਪਣੀ ਜਾਤ ਦੀਆਂ ਰੀਤਾਂ ਦੇ ਫਰਜ਼ ਪੂਰੇ ਕਰੇ ਤੇ ਇਹੀ ਹਿੰਦੂ ਮਤ ਦਾ ਕੇਂਦਰੀ ਧੁਰਾ ਹੈ। ਹਾਹਾ ਪਿੱਟ ਦੇ ਬਾਰੇ ਲੋਕਾਂ ਨੇ ਜਾਤ-ਪਾਤੀ ਪ੍ਰਬੰਧ ਨੂੰ ਫੈਲਾਉਣ ਅਤੇ ਇਸ ਪ੍ਰਬੰਧ ਦਾ ਨਿੱਤ ਦੀ ਜ਼ਿੰਦਗੀ ਵਿੱਚ ਦਖਲ ਵਧਾਉਣ ਲਈ ਵੱਡਾ ਕੰਮ ਕੀਤਾ। ਖਾਣ ਪੀਣ ਉੱਤੇ ਲੱਗੀਆਂ ਮਨਾਹੀਆਂ ਇਸ ਪਿੱਟ ਦਾ ਇੱਕ ਪੱਖ ਹੈ। ਇਹ ਦੱਸਿਆ ਜਾ ਚੁੱਕਾ ਹੈ ਕਿ ਸ਼ੂਦਰਾਂ ਦੇ ਦਰਜੇ ਨੂੰ ਨੀਵਾਂ ਕਰਨ ਲਈ ਜ਼ਿੰਮੇਵਾਰ ਸ਼ਾਇਦ ਰੰਗ ਬਾਰੇ ਤੁਅੱਸਬ ਤੇ ਨਸਲੀ ਨਫ਼ਰਤ ਸੀ, ਪਰ ਗੱਲ ਇੱਥੇ ਨਹੀਂ ਮੁੱਕਦੀ। ਇਹ ਸ਼ੂਦਰ ਇਸ ਕਰਕੇ ਅਪਵਿੱਤਰ ਸਮਝੇ ਜਾਂਦੇ ਸਨ ਕਿ ਇਹਨਾਂ ਦਾ ਜਨਮ ਅਸ਼ੁੱਧ ਸ਼ੂਦਰ ਘਰਾਣੇ ਵਿੱਚ ਹੁੰਦਾ ਸੀ। ਉਹਨਾਂ ਦੀ ਹੋਂਦ ਨਾਲ ਹੀ ਹਵਾ ਗੰਦੀ ਸਮਝੀ ਜਾਂਦੀ ਸੀ। ਉਹਨਾਂ ਦੀ ਜਮਾਂਦਰੂ ਅਪਵਿੱਤਰਤਾ ਕਿਸੇ ਤਰ੍ਹਾਂ ਵੀ ਧੋਤੀ ਨਹੀਂ ਸੀ ਜਾ ਸਕਦੀ। ਮਹਾਕਾਵਿ ਵਿੱਚ ਦੱਸੀ ਗਈ ਮਤੰਗਾ ਨਾਮ ਦੇ ਸ਼ੂਦਰ ਦੀ ਕਹਾਣੀ ਸ਼ੂਦਰਾਂ ਵੱਲ ਜਾਤ-ਪਾਤੀ ਵਿਚਾਰਧਾਰਾ ਦੇ ਨਜ਼ਰੀਏ ਦੀ ਇੱਕ ਸੋਹਣੀ ਮਿਸਾਲ ਹੈ। ਆਪਣੇ ਖੁੱਸੇ ਹੋਏ ਜਾਤੀ ਰੁਤਬੇ ਨੂੰ ਹਾਸਲ ਕਰਨ ਲਈ ਮਤੰਗਾ ਨੇ ਸੈਂਕੜੇ ਸਾਲਾਂ ਤੱਕ ਤਪੱਸਿਆ ਕੀਤੀ। ਆਪਣੇ ਸਿੰਘਾਸਣ ਉੱਤੇ ਬਿਰਾਜਮਾਨ ਇੰਦਰ ਦੇਵਤਾ ਵੀ ਪਸੀਜ ਗਿਆ ਤੇ ਉਸ ਨੂੰ ਖਾਸ ਰਿਆਇਤਾਂ ਦੇਣ ਦਾ ਬਚਨ ਦਿੱਤਾ, ਪਰ ਮਤੰਗਾ ਨੇ ਇਹ ਰਿਆਇਤ ਮੰਗੀ ਕਿ ਉਸ ਨੂੰ ਉਚੇਰੀ ਜਾਤ ਵਿੱਚ ਸ਼ਾਮਲ ਕਰ ਲਿਆ ਜਾਵੇ। ਇਹ ਸੰਭਵ ਸੀ। ਇੰਦਰ ਦਾ ਉੱਤਰ ਸੀ ਕਿ ਨੀਵੀਂ ਜਾਤ ਤੋਂ ਉੱਚੀ ਜਾਤ ਵਿੱਚ ਦਾਖਲਾ ਲੈਣ ਲਈ ਹਜ਼ਾਰਾਂ ਤੇ ਲੱਖਾਂ ਜਨਮ ਲੈਣੇ ਪੈਂਦੇ ਹਨ। ਸ਼ੂਦਰਾਂ ਦੇ ਵਿਰੁੱਧ ਸਮਾਜਿਕ ਭਿੰਨ ਭੇਦ ਜਿਵੇਂ ਸਖਤ ਹੋਇਆ ਤੇ ਸਦੀਵੀ ਬਣਿਆ, ਉਸ ਦੀ ਵੱਡੀ ਜ਼ਿੰਮੇਵਾਰੀ ਉਸ ਭਿੱਟ ਤੇ ਅਪਵਿੱਤਰਤਾ ਦੇ ਵਿਚਾਰ ਦੀ ਹੈ ਜਿਸ ਦਾ ਜਨਮ ਤੇ ਪੈਦਾਇਸ਼ ਨਾਲ ਅਟੁੱਟ ਸੰਬੰਧ ਹੈ। ਭਿੱਟ ਦਾ ਵਿਚਾਰ ਸ਼ੂਦਰਾਂ ਤੱਕ ਨਹੀਂ ਰਿਹਾ ਕਿਉਂਕਿ ਇਹ ਬ੍ਰਾਹਮਣਾਂ ਦੇ ਦਿਮਾਗ ਦੀ ਕਾਢ ਸੀ ਤੇ ਇਸ ਦੇ ਪਿੱਛੇ ਕੋਈ ਅਸੂਲ ਨਹੀਂ ਸੀ। ਇਸ ਵਾਸਤੇ ਇਸ ਦਾ ਕਈ ਪਾਸੇ ਤੇ ਕਈ ਸੇਧਾਂ ਵੱਲ ਖਿਲਾਰਾ ਖਿਲ ਰਿਹਾ। ਬੰਦਿਆਂ, ਜਾਨਵਰਾਂ, ਸਬਜ਼ੀਆਂ, ਖਾਣ ਦੀਆਂ ਤੇ ਨਿੱਤ ਵਰਤੋਂ ਦੀਆਂ ਚੀਜ਼ਾਂ, ਪੇਸ਼ਿਆਂ ਆਦਿ ਦੇ ਵੱਧ ਜਾਂ ਘੱਟ ਪਵਿੱਤਰ ਜਾਂ ਪਲੀਤ ਹੋਣ ਬਾਰੇ ਮਨਮਰਜ਼ੀ ਨਾਲ ਕਈ ਦਰਜੇ ਬਣਾ ਦਿੱਤੇ ਗਏ। ਹੋਰ ਬੁਰੀ ਗੱਲ ਇਹ ਹੋਈ ਕਿ ਜਾਤ-ਪਾਤੀ ਸਮਾਜ ਵਿੱਚ ਬੰਦਿਆਂ ਤੇ ਗਰੁੱਪਾਂ ਦੇ ਸਮਾਜਿਕ ਰੁਤਬੇ ਨੂੰ ਤੈਅ ਕਰਨ ਲਈ ਵਸਤੂਆਂ ਤੇ ਪੇਸ਼ਿਆਂ ਆਦਿ ਦੀ ਅਖੌਤੀ ਪਵਿੱਤਰਤਾ
ਤੇ ਅਪਵਿੱਤਰਤਾ ਦੀ ਦਰਜਾ ਬਦਰਜੀ ਨੂੰ ਇੱਕ ਨਾਪ ਬਣਾਇਆ ਗਿਆ। ਪਿੱਟ ਦੇ ਵਿਚਾਰ ਨੂੰ ਬੱਚਾ ਪੈਦਾ ਹੋਣ ਦੇ ਸਮੇਂ ਅਤੇ ਮਾਹਵਾਰੀ ਸਮੇਂ ਵਗਣ ਵਾਲੇ ਖੂਨ ਦੇ ਨਾਲ ਜੋੜਨ ਕਾਰਨ ਇਸਤਰੀ ਦਾ ਸਮਾਜਿਕ ਰੁਤਬਾ ਘਟਾਇਆ ਗਿਆ। ਵੇਸ਼ਾਂ ਵਿੱਚੋਂ ਬਹੁਤੀ ਗਿਣਤੀ ਵਾਲੇ ਕਿਸਾਨਾਂ ਨੂੰ ਨੀਵਾਂ ਦਰਜਾ ਇਸ ਕਰਕੇ ਮਿਲਿਆ ਕਿਉਂਕਿ ਹੱਲ ਚਲਾਉਣ ਨਾਲ ਕੀੜੇ ਮਕੌੜੇ ਮਰਦੇ ਹਨ। ਪ੍ਰਾਚੀਨ ਸਾਹਿਤ ਅਨੁਸਾਰ ਵੈਸ਼ ਮੁੱਖ ਕਰਕੇ ਕਿਸਾਨ ਹੁੰਦਾ ਹੈ। ਯੂਨਾਨੀ ਮੁਤਾਬਕ ਉਸ ਦੇ ਸਮੇਂ ਭਾਰਤੀ ਕਿਸਾਨ ਦੀ ਇੱਜ਼ਤ ਕੀਤੀ ਜਾਂਦੀ ਸੀ ਅਤੇ ਉਸ ਦੇ ਹੱਕ ਜੰਗ ਦੇ ਸਮੇਂ ਵੀ ਸੁਰੱਖਿਅਤ ਰਹਿੰਦੇ ਸਨ। ਪਰ ਬਾਅਦ ਦੇ ਸਮੇਂ ਵਿੱਚ ਤੇ ਅੱਜ ਕੱਲ੍ਹ ਕਿਸਾਨ ਨੂੰ ਵੈਸ਼ ਨਹੀਂ ਸਮਝਿਆ ਜਾਂਦਾ। ਥੋੜਿਆਂ ਨੂੰ ਛੱਡ ਕੇ ਕਿਸਾਨ ਨੂੰ ਸ਼ੂਦਰਾਂ ਦੇ ਦਰਜੇ ਦੇ ਨੇੜੇ ਤੇੜੇ ਪਹੁੰਚਾ ਦਿੱਤਾ ਗਿਆ। ਹੱਲ ਦੀ ਹੱਥੀ ਫੜਨੀ ਤੇ ਸਬਜ਼ੀਆਂ ਉਗਾਉਣੀਆਂ ਉੱਚੀਆਂ ਜਾਤਾਂ ਵਿੱਚ ਇੱਕ ਨੀਵਾਂ ਕੰਮ ਸਮਝਿਆ ਜਾਂਦਾ ਸੀ। ਇਸੇ ਤਰ੍ਹਾਂ ਵੈਦਿਕ ਸਮੇਂ ਦੇ ਇੱਜ਼ਤਦਾਰੀ ਦੇ ਪੇਸ਼ੇ ਜਿਵੇਂ ਚਮੜਾ ਕਮਾਉਣਾ, ਕੱਪੜਾ ਬੁਣਨਾ, ਲੋਹਾਰਾ, ਰੱਥ ਬਣਾਉਣ ਦਾ ਕੰਮ ਬਾਅਦ ਵਿੱਚ ਸ਼ੂਦਰਾਂ ਦੇ ਕੰਮ ਸਮਝੇ ਜਾਣ ਲੱਗੇ। ਧਾਰਮਿਕ ਤੌਰ ਤੇ ਜਿਨ੍ਹਾਂ ਚੀਜ਼ਾਂ ਨੂੰ ਪਲੀਤ ਸਮਝਿਆ ਜਾਂਦਾ ਸੀ ਉਹਨਾਂ ਨੂੰ ਜੋ ਵਰਤਦੇ ਜਾਂ ਉਹਨਾਂ ਦਾ ਵਿਹਾਰ ਕਰਦੇ ਉਹਨਾਂ ਨੂੰ ਜਾਤ ਪਾਤੀ ਦਰਜੇ ਵਿੱਚ ਨੀਵੀਆਂ ਕੀਤਾ ਗਿਆ। ਨੀਵੀਆਂ ਜਾਤਾਂ ਵਿੱਚ ਸਭ ਤੋਂ ਨੀਵਿਆਂ ਨੂੰ ਆਪਣੀ ਭਿੱਟ ਨਾਲ ਦੂਜਿਆਂ ਨੂੰ ਗੰਦਾ ਤੇ ਪਲੀਤ ਕਰਨ ਵਾਲਾ ਸਮਝਿਆ ਜਾਣ ਲੱਗਾ। ਇਹਨਾਂ ਵਿੱਚੋਂ ਪਹਿਲਾ ਨੰਬਰ ਉਹਨਾਂ ਕਿੱਤਿਆਂ ਦਾ ਹੈ ਜਿਨ੍ਹਾਂ ਨੂੰ ਸਖਤ ਘਿਰਣਾ ਕੀਤੀ ਜਾਂਦੀ ਹੈ ਕਿਉਂਕਿ ਇਹਨਾਂ ਕਰਕੇ ਸਰੀਰਕ ਤੌਰ ਤੇ ਗੰਦਾ ਕੰਮ ਕਰਨਾ ਪੈਂਦਾ ਹੈ ਜਿਵੇਂ ਗਲੀਆਂ ਸਾਫ਼ ਕਰਨੀਆਂ ਤੇ ਅਜਿਹੇ ਹੋਰ ਕੰਮ। ਫਿਰ ਇਸ ਅਦਾਰੇ ਵਿੱਚ ਉਹ ਕੰਮ ਆਉਂਦੇ ਹਨ ਜਿਨ੍ਹਾਂ ਨੂੰ ਹਿੰਦੂ ਧਰਮ ਨੇ ਰਸਮੀ ਤੌਰ ਤੇ ਪਲੀਤ ਕੰਮ ਸਮਝ ਰੱਖਿਆ ਹੈ ਜਿਵੇਂ ਚਮੜਾ ਕਮਾਉਣਾ ਤੇ ਚਮੜੇ ਦਾ ਕੰਮ। ਇਸ ਤੋਂ ਇਲਾਵਾ ਉਹ ਜਾਤਾਂ ਵੀ ਸਨ ਜੋ ਸਮਾਜਿਕ ਪੌੜੀ ਉੱਤੇ ਭਾਵੇਂ ਕੁਝ ਉੱਚੀਆਂ ਸਨ ਪਰ ਤਾਂ ਵੀ ਉਹਨਾਂ ਦਾ ਵਧੇਰੇ ਸਤਿਕਾਰ ਨਹੀਂ ਸੀ। ਨਾਈਆਂ ਤੇ ਧੋਬੀਆਂ ਨੂੰ ਕਮੀਨ ਸਮਝਿਆ ਜਾਂਦਾ ਕਿਉਂਕਿ ਇਹਨਾਂ ਨੂੰ ਗੰਦੀਆਂ ਵਸਤੂਆਂ ਨੂੰ ਹੱਥ ਲਾਉਣਾ ਪੈਂਦਾ ਹੈ। ਘੁਮਿਆਰ ਵੀ ਇਸੇ ਤਰ੍ਹਾਂ ਦੀ ਨੀਵੀਂ ਜਾਤੀ ਹੈ। ਕਾਰੀਗਰਾਂ ਦੀਆਂ ਅਤੇ ਤੇਲ ਕੱਢਣ ਤੇ ਵੇਚਣ ਵਾਲਿਆਂ ਦੀਆਂ 5 ਜਾਤਾਂ ਨੂੰ ਵੀ ਘਿਰਣਾ ਨਾਲ ਦੇਖਿਆ ਜਾਂਦਾ ਹੈ। ਮੋਚੀ ਤੇ ਚਮੜਾ ਕਮਾਉਣ ਵਾਲੇ ਇਸ ਹੱਦ ਤੱਕ ਘਿਰਣਾ ਦੇ ਪਾਤਰ ਬਣੇ ਹਨ ਕਿ ਹੋਰ ਸ਼ੂਦਰ ਉਹਨਾਂ ਨੂੰ ਪਾਣੀ ਦਾ ਘੁੱਟ ਪਿਲਾ ਕੇ ਰਾਜ਼ੀ ਨਹੀਂ। ਇਹ ਘਿਰਣਾ ਦੀ ਭਾਵਨਾ ਇਸ ਕਰਕੇ ਪੈਦਾ ਹੁੰਦੀ ਹੈ ਕਿਉਂਕਿ ਉਹ ਲਗਾਤਾਰ ਮੁਰਦਾ ਪਸ਼ੂਆਂ ਦੀਆਂ ਖੱਲਾਂ ਨਾਲ ਕੰਮ ਕਰਦੇ ਹਨ। ਕੇਵਲ ਸਿੱਧੀ ਛੋਹ ਦੇ ਕਾਰਨ ਹੀ ਕਿਸੇ ਨੂੰ ਅਪਵਿੱਤਰ ਜਾਂ ਪਲੀਤ ਨਹੀਂ ਗਿਣਿਆ ਜਾਂਦਾ ਸੀ, ਸਗੋਂ ਚੀਜ਼ਾਂ ਰਾਹੀਂ ਅਸਿੱਧੀ ਛੋਹ ਕਾਰਨ ਜਾਂ ਇੱਥੋਂ ਤੱਕ ਕਿ ਨਜ਼ਰ ਪੈਣ ਨਾਲ ਪਿੱਟ ਚਿੰਮੜ ਜਾਂਦੀ ਸੀ। ਇਸੇ ਕਾਰਨ ਉਹ ਸਭ ਤੋਂ ਘਟੀਆ ਜਾਤੀਆਂ ਬਣੀਆਂ ਜਿਨ੍ਹਾਂ ਨਾਲ ਛੋਹਿਆ ਨਹੀਂ ਸੀ ਜਾ ਸਕਦਾ ਜਾਂ ਜੋ ਨੇੜੇ ਨਹੀਂ ਸੀ ਆ ਸਕਦੀਆਂ ਜਾਂ ਜਿਨ੍ਹਾਂ ਨੂੰ ਦੂਰੋਂ ਵੇਖਿਆਂ ਵੀ ਪਲੀਤ ਹੋ ਜਾਈਦਾ ਸੀ। ਬ੍ਰਾਹਮਣਾਂ ਦੇ ਅਜਿਹੇ ਪਿੰਡ ਵੀ ਹਨ ਜਿਨ੍ਹਾਂ ਵਿੱਚ ਹੋਰ ਜਾਤੀਆਂ ਨੂੰ ਦਾਖਲ ਨਹੀਂ ਸੀ ਹੋਣ ਦਿੱਤਾ ਜਾਂਦਾ। ਇੱਥੋਂ ਤੱਕ ਕਿ ਪਲੀਤ ਜਾਤਾਂ ਵੀ ਗੈਰ ਜਾਤਾਂ ਵਾਲਿਆਂ ਨਾਲ ਮੇਲ ਤੋਂ ਇਸੇ ਤਰ੍ਹਾਂ ਦੂਰ ਰਹਿੰਦੀਆਂ ਸਨ ਜਿਵੇਂ ਉੱਚ ਜਾਤੀਆਂ। ਜੋ ਜਾਤੀਆਂ ਨੇੜੇ ਨਹੀਂ ਸਨ ਆ ਸਕਦੀਆਂ ਉਹਨਾਂ ਦੀ ਅੱਗੋਂ ਵੀ ਦਰਜਾਬੰਦੀ ਸੀ। ਇੱਕ ਨਾਇਰ ਜਾਤੀ ਦਾ ਬੰਦਾ ਇੱਕ ਨਮੂੰਦਰੀ ਬ੍ਰਾਹਮਣ ਦੇ ਪਾਸ ਤਾਂ ਜਾ ਸਕਦਾ ਪਰ ਉਸ ਨੂੰ ਛੂਹ ਨਹੀਂ ਸੀ ਸਕਦਾ। ਇੱਕ ਧਿਆਨ ਤਾੜੀ ਦੀ ਸ਼ਰਾਬ ਕੱਢਣ ਵਾਲਾ 36 ਕਦਮ ਦੂਰ ਰਹਿੰਦਾ। ਇੱਕ ਮਲਾਇਣ ਪਾਨਾਨ ਜਾਂ ਝਾੜਾ ਕਰਨ ਵਾਲਾ 3 ਜਾਂ 4 ਕਦਮ ਹੋਰ ਦੂਰ ਰਹਿੰਦਾ। ਇੱਕ ਪੁਲਾਇਣ ਕਾਸ਼ਤਕਾਰ ਤੇ ਅਛੂਤ ਬ੍ਰਾਹਮਣ ਤੋਂ 96 ਕਦਮ ਦੂਰ ਰਹਿੰਦਾ। ਗੱਲ ਇੱਥੇ ਖਤਮ ਨਹੀਂ ਹੁੰਦੀ। ਦੂਰ ਰਹਿਣ ਦੇ ਨਿਯਮ ਦੇ ਕਾਰਨ ਅੱਗੋਂ ਉਹਨਾਂ ਜਾਤਾਂ ਵਿੱਚ ਵੀ ਆਪਸ ਵਿੱਚ ਦਰਜਾ ਬਦਰਜੀ ਸੀ ਜੋ ਖੁਦ ਨੇੜੇ ਨਾ ਢੁੱਕ ਸਕਣ ਵਾਲੀ ਸ਼੍ਰੇਣੀ ਵਿੱਚ ਸਨ। ਇੱਕ ਪਾਨਾਨ ਇੱਕ ਤਾਇਣ ਦੇ ਪਾਸ ਜਾ ਤਾਂ ਸਕਦਾ ਪਰ ਉਸ ਨੂੰ ਛੂਹ ਨਹੀਂ ਸੀ ਸਕਦਾ, ਪਰ ਇੱਕ ਪੁਲਾਇਣ ਇੱਕ ਪਾਨਾਨ ਦੇ ਪਾਸ ਵੀ ਨਹੀਂ ਸੀ ਢੁੱਕ ਸਕਦਾ। ਇੱਕ ਕਹਾਵਤ ਹੈ ਕਿ ਜਾਤ ਦਾ ਦੂਸਰਾ ਨਾਮ ਖਾਣ ਪੀਣ ਦੀ ਬੰਦਸ਼ ਹੈ। ਬੰਗਾਲ ਦੀ ਇੱਕ ਨੀਵੀਂ ਜਾਤ ਦੇ ਲੋਕ ਸੰਥਾਲ ਕਾਲ ਦੇ ਦਿਨਾਂ ਵਿੱਚ ਭੁੱਖੇ ਮਰ ਗਏ ਪਰ ਬ੍ਰਾਹਮਣਾਂ ਦੇ ਹੱਥਾਂ ਦਾ ਤਿਆਰ ਕੀਤਾ ਹੋਇਆ ਖਾਣਾ ਨਹੀਂ ਖਾਧਾ। ਕਿਸੇ ਬੰਦੇ ਦੀ ਜਾਤ ਦੇ ਸਮਾਜਿਕ ਪੱਧਰ ਦੀ ਆਮ ਕਸੌਟੀ ਇਹ ਸੀ ਕਿ ਕਿਹੜੀਆਂ-ਕਿਹੜੀਆਂ ਉੱਚੀਆਂ ਜਾਤਾਂ ਉਸ ਦੇ ਹੱਥ ਦਾ ਪਾਣੀ ਜਾਂ ਖਾਣਾ ਕਬੂਲ ਕਰਦੀਆਂ ਹਨ। ਪਿੱਟ ਦੇ ਵਿਚਾਰ ਨੇ ਅਮਲੀ ਵਰਤੋਂ ਵਿੱਚ ਅਨੇਕਾਂ ਰੂਪ ਧਾਰੇ। ਬੰਦਿਆਂ ਨੂੰ ਰੋਜ਼ਾਨਾ ਜੀਵਨ ਵਿੱਚ ਕਦਮ-ਕਦਮ ਤੇ ਇਸ ਦਾ ਸਾਹਮਣਾ ਕਰਨਾ ਪੈਂਦਾ। ਪੇਸ਼ਿਆਂ, ਕਿੱਤਿਆਂ ਤੇ ਕੰਮਾਂ ਦੀ ਦਰਜਾ ਬਦਰਜਾ
ਜਾਤ ਪਾਤੀ ਪ੍ਰਬੰਧ ਦਾ ਅਜਿਹਾ ਅਨਿੱਖੜਵਾਂ ਅੰਗ ਬਣ ਗਈ ਕਿ ਨੈਸਫੀਲਡ ਨੇ ਇਹ ਸਿਧਾਂਤ ਬਣਾਇਆ ਕਿ ਪੇਸ਼ਾ ਇੱਕ ਅਜਿਹਾ ਧੁਰਾ ਹੈ ਜਿਸ ਦੇ ਦੁਆਲੇ ਜਾਤ ਨੇ ਜਨਮ ਲਿਆ। ਮਨੂ ਦੇ ਕਾਨੂੰਨ ਅਨੁਸਾਰ ਤੇਲ ਪੀੜਨ ਦਾ ਨੀਵਾਂ ਪੇਸ਼ਾ ਇਸ ਕਰਕੇ ਨੀਵਾਂ ਹੈ ਕਿਉਂਕਿ ਤਿਲਾਂ ਨੂੰ ਪੀੜਨ ਨਾਲ ਜੀਵ ਹੱਤਿਆ ਹੁੰਦੀ ਹੈ। ਇਸ ਕਾਰਨ ਤੇਲੀ ਜਾਤ ਦੋ ਹਿੱਸਿਆਂ ਵਿੱਚ ਵੰਡੀ ਗਈ। ਜੋ ਤੇਲ ਕੱਢਦੇ ਉਹਨਾਂ ਨੂੰ ਛੂਤ ਸਮਝਿਆ ਜਾਂਦਾ ਤੇ ਜੋ ਸਿਰਫ ਤੇਲ ਵੇਚਦੇ ਉਹ ਉਸ ਬੰਦੇ ਨੂੰ ਜਾਤ ਵਿੱਚੋਂ ਕੱਢ ਦਿੰਦੇ ਜੋ ਤੇਲ ਪੀੜਨ ਦਾ ਕੰਮ ਕਰਦਾ। ਸਾਡਾ ਉਦੇਸ਼ ਇੱਥੇ ਬਹੁਤਾ ਵੇਰਵਾ ਦੇਣ ਦਾ ਨਹੀਂ ਹੈ, ਪਰ ਇਸ ਗੱਲ ਉੱਤੇ ਜ਼ੋਰ ਦੇਣਾ ਜ਼ਰੂਰੀ ਹੈ ਕਿ ਭਿੱਟ ਦੇ ਵਿਚਾਰ ਨੂੰ ਇੱਕ ਖਾਸ ਧਾਰਮਿਕ ਮਹੱਤਵ ਦਿੱਤਾ ਗਿਆ। ਭਿੱਟ ਨੇ ਇੱਕ ਅਜਿਹਾ ਵੱਡਾ ਜਾਲ ਵਿਛਾਇਆ ਜਿਸ ਕਾਰਨ ਕਈ ਜਾਤਾਂ ਆਪਣੇ ਪਹਿਲੇ ਰੁਤਬੇ ਤੋਂ ਨੀਵੀਆਂ ਹੋ ਗਈਆਂ ਤੇ ਕਈਆਂ ਨੀਵੀਆਂ ਜਾਤਾਂ ਪੈਦਾ ਹੋ ਗਈਆਂ। ਭਿੱਟ ਦੇ ਵਿਚਾਰ ਨੇ ਧਰਮ ਜਾਂ ਜਾਦੂ ਦੀ ਪੁੱਠ ਦੇ ਕੇ ਜਾਤਾਂ ਵਿਚਕਾਰ ਅਜਿਹੀਆਂ ਕਾਬੂ ਨਾ ਆਉਣ ਵਾਲੀਆਂ ਕੰਧਾਂ ਖੜੀਆਂ ਕੀਤੀਆਂ ਕਿ ਜਾਤ ਪਾਤੀ ਸਮਾਜ ਵਿੱਚ ਸਮਾਜਿਕ ਭੇਦ-ਭਾਵ ਪੁਖਤਾ ਹੋ ਗਿਆ। ਕੱਕਾ ਅਵਤਾਰਾਂ ਦਾ ਸਿਧਾਂਤ ਤੇ ਕਰਮ ਸਿਧਾਂਤ। ਅਵਤਾਰ ਸਿਧਾਂਤ ਜਾਂ ਰੱਬ ਦੇ ਅਵਤਾਰ ਧਾਰਨ ਦਾ ਸਿਧਾਂਤ ਅਜਿਹੇ ਵੱਡੇ ਮਹੱਤਵ ਦਾ ਸਿਧਾਂਤ ਸੀ ਜਿਸ ਦੀ ਮਦਦ ਨਾਲ ਨਵ ਬ੍ਰਾਹਮਣਵਾਦ ਨੇ ਦੂਜੇ ਫਿਰਕਿਆਂ ਨੂੰ ਆਪਣੇ ਅੰਦਰ ਸਮੋ ਲਿਆ। ਇੱਕ ਪਾਸੇ ਤਾਂ ਨਵੀਨ ਬ੍ਰਾਹਮਣਵਾਦ ਨੇ ਇਸ ਦੀ ਮਦਦ ਨਾਲ ਆਪਣੇ ਆਪ ਨੂੰ ਵੈਦਿਕ ਧਰਮ ਨਾਲ ਜੋੜਿਆ, ਦੂਜੇ ਪਾਸੇ ਇਸ ਦੀ ਸਹਾਇਤਾ ਨਾਲ ਗੈਰ ਆਰੀਆ ਜਾਂ ਕਾਫਰ ਪੰਥੀਆਂ ਦੇ ਦੇਵੀ ਦੇਵਤਿਆਂ ਤੇ ਉਹਨਾਂ ਦੇ ਮਤਾਂ, ਧਰਮਾਂ ਤੇ ਸੱਭਿਆਚਾਰਾਂ ਨੂੰ ਅਪਣਾਉਣ ਦੀ ਖੁੱਲ੍ਹ ਮਿਲ ਗਈ। ਇਸ ਸਿਧਾਂਤ ਦੇ ਵਿਕਾਸ ਤੇ ਇਸ ਦੀ ਵਰਤੋਂ ਦੇ ਕਈ ਅਹਿਮ ਸਮਾਜੀ ਸਿੱਟੇ ਨਿਕਲੇ। ਸਮਾਜਿਕ ਪਿਛਾਕੜ ਨੂੰ ਅਵਤਾਰਾਂ ਦੇ ਭਲੇ ਨਾਵਾਂ ਨਾਲ ਜੋੜ ਦਿੱਤਾ ਗਿਆ ਅਤੇ ਜਾਤ ਪਾਤੀ ਪ੍ਰਬੰਧ ਤੇ ਸਮਾਜਿਕ ਪਿਛਾਕੜ ਲਈ ਈਸ਼ਵਰੀ ਪ੍ਰਵਾਨਗੀ ਲੈਣ ਵਾਸਤੇ ਅਵਤਾਰਾਂ ਦੇ ਅਧਿਕਾਰ ਨੂੰ ਵਰਤਿਆ ਗਿਆ। ਭਗਵਾਨ ਰਾਮ ਬਾਰੇ ਕਿਹਾ ਗਿਆ ਹੈ ਕਿ ਉਹਨਾਂ ਨੇ ਇੱਕ ਸ਼ੂਦਰ ਦਾ ਸਿਰ ਇਸ ਲਈ ਕੱਟ ਦਿੱਤਾ ਕਿਉਂਕਿ ਉਹ ਅਜਿਹੀਆਂ ਧਾਰਮਿਕ ਰਸਮਾਂ ਅਦਾ ਕਰ ਰਿਹਾ ਸੀ ਜੋ ਉਸ ਦੀ ਜਾਤ ਲਈ ਵਰਜਿਤ ਸਨ। ਭਗਵਾਨ ਕ੍ਰਿਸ਼ਨ ਦੇ ਨਾਮ ਨਾਲ ਇਹ ਜੋੜਿਆ ਗਿਆ ਕਿ ਉਹਨਾਂ ਨੇ ਚਤੁਰਵਰਨ 4 ਜਾਤਾਂ ਦਾ ਕਰਤਾ ਹੋਣ ਦਾ ਦਾਅਵਾ ਕੀਤਾ। ਵਿਸ਼ਨੂੰ ਦੇ ਪ੍ਰਸਿੱਧ ਅਵਤਾਰਾਂ ਭਗਵਾਨ ਰਾਮ ਤੇ ਭਗਵਾਨ ਕ੍ਰਿਸ਼ਨ ਦਾ ਅਧਿਕਾਰ ਜਾਤ ਪਾਤੀ ਪ੍ਰਬੰਧ ਨਾਲ ਅਤੇ ਪਿਛਾਂਹ ਖਿੱਚੂ ਸਮਾਜਿਕ ਰੀਤੀ ਰਿਵਾਜ ਨਾਲ ਜੋੜਨ ਕਾਰਨ ਇਹਨਾਂ ਸੰਸਥਾਵਾਂ ਨੂੰ ਬੜਾ ਬਲ ਮਿਲਿਆ। ਇਸ ਵਿੱਚ ਸ਼ੱਕ ਨਹੀਂ ਕਿ ਸ਼ਾਸਤਰਾਂ ਅਤੇ ਹੋਰ ਬ੍ਰਾਹਮਣੀ ਧਾਰਮਿਕ ਸਾਹਿਤ ਨੇ ਪਹਿਲਾਂ ਹੀ ਜਾਤ ਪਾਤ ਲਈ ਵੇਦਾਂ ਦੀ ਪ੍ਰਵਾਨਗੀ ਦਾ ਦਾਅਵਾ ਕੀਤਾ ਹੋਇਆ ਸੀ, ਪਰ ਬੁੱਧ ਧਰਮ ਦੇ ਬਾਅਦ ਦੇ ਸਮੇਂ ਵਿੱਚ ਵੇਦਾਂ ਦੀ ਮਾਨਤਾ ਦਾ ਪਹਿਲੇ ਵਰਗਾ ਜ਼ੋਰ ਨਹੀਂ ਸੀ ਰਿਹਾ, ਸਗੋਂ ਇਹ ਇੱਕ ਰਸਮੀ ਜਿਹੀ ਤਾਬੇਦਾਰੀ ਦੇ ਅਧਿਕਾਰੀ ਰਹਿ ਗਏ ਸਨ। ਪਰ ਭਗਵਾਨ ਰਾਮ ਤੇ ਭਗਵਾਨ ਕ੍ਰਿਸ਼ਨ ਜੋ ਅਵਤਾਰ ਸਿਧਾਂਤ ਮੁਤਾਬਕ ਧਰਮ ਨੂੰ ਬਚਾਉਣ ਲਈ ਮਨੁੱਖੀ ਜਾਮੇ ਵਿੱਚ ਅਵਤਾਰ ਆਏ, ਆਮ ਹਿੰਦੂ ਜਨਤਾ ਦੀ ਮਨੌਤੀ ਲਈ ਜਿਉਂਦੀ ਜਾਗਦੀ ਅਸਲੀਅਤ ਸਨ ਜਿਨ੍ਹਾਂ ਦੀ ਉਹ ਪੂਜਾ ਕਰਦੀ ਸੀ। ਇਸ ਵਾਸਤੇ ਇਹਨਾਂ ਅਵਤਾਰਾਂ ਵੱਲੋਂ ਜਾਤ ਪਾਤੀ ਪ੍ਰਬੰਧ ਨੂੰ ਮਿਲੀ ਹੋਈ ਪ੍ਰਵਾਨਗੀ ਨਾਲ ਇਸ ਅਨਿਆਕਾਰੀ ਸਮਾਜਿਕ ਪ੍ਰਬੰਧ ਨੂੰ ਸੁਰਜੀਤ ਪ੍ਰਵਾਨਗੀ ਨਸੀਬ ਹੋ ਗਈ। ਬ੍ਰਾਹਮਣਵਾਦ ਨੇ ਕਰਮ ਸਿਧਾਂਤ ਨੂੰ ਇਸ ਤਰ੍ਹਾਂ ਲਾਗੂ ਕੀਤਾ ਕਿ ਜਾਤਾਂ ਦੀ ਉਤਪਤੀ ਨੂੰ ਰੱਬੀ ਹੁਕਮ ਨਾਲ ਜੋੜਿਆ ਅਤੇ ਵੱਖਰੇ ਵੱਖਰੇ ਰੁਤਬੇ ਵਾਲੇ ਗਰੁੱਪਾਂ ਲਈ ਵੱਖ-ਵੱਖ ਸਦਾਚਾਰਕ ਕਾਨੂੰਨ ਕਾਇਮ ਕਰਕੇ ਫਿਰ ਉਹਨਾਂ ਨੂੰ ਇੱਕੋ ਸਦਾਚਾਰ ਵਿੱਚ ਹੋਣ ਦਾ ਭੁਲੇਖਾ ਪਾਇਆ। ਇਸ ਤੋਂ ਇਲਾਵਾ ਜੋ ਵੀ ਬ੍ਰਾਹਮਣੀ ਕਰਮ ਸਿਧਾਂਤ ਦੇ ਜਾਦੂ ਅਸਰ ਹੇਠ ਆਏ ਉਹਨਾਂ ਦੇ ਅਸਲੀ ਇਖਲਾਕੀ ਅਹਿਸਾਸ ਨੂੰ ਸੁੰਨ ਕੀਤਾ। ਜਾਤ ਪਾਤੀ ਇਖਲਾਕ ਤੇ ਪ੍ਰਤੱਖ ਦੁਰਾਚਾਰ ਨੂੰ ਪਛਾਣ ਸਕਣ ਵਾਲੀਆਂ ਉਹਨਾਂ ਦੀਆਂ ਅੱਖਾਂ ਮੀਟੀਆਂ ਗਈਆਂ ਕਿਉਂਕਿ ਬ੍ਰਾਹਮਣਵਾਦ ਦੇ ਲਾਗੂ ਕੀਤੇ ਕਰਮ ਸਿਧਾਂਤ ਦੀ ਜੇ ਬੁਨਿਆਦੀ ਗੱਲ ਨੂੰ ਪ੍ਰਵਾਨ ਕਰ ਲਿਆ ਜਾਏ ਤਾਂ ਇਸ ਕਰਮ ਸਿਧਾਂਤ ਅਨੁਸਾਰ ਦੁਨੀਆ ਵਿਵੇਕਸ਼ੀਲ ਅਤੇ ਸਦਾਚਾਰਕ ਤੌਰ ਵਾਲੇ ਬ੍ਰਹਿਮੰਡ ਵਿੱਚ ਬੱਝੀ ਹੋਈ ਲੱਗਦੀ ਹੈ। ਇਸ ਸਿਧਾਂਤ ਅਨੁਸਾਰ ਬੰਦੇ ਦਾ ਕਿਸੇ ਜਾਤ ਵਿੱਚ ਜਨਮ ਲੈਣਾ ਕੋਈ ਇਤਫਾਕੀਆ ਨਹੀਂ, ਉਸ ਦਾ ਕਿਸੇ ਜਾਤ ਵਿੱਚ ਪੈਦਾ ਹੋਣਾ ਉਸ ਦੇ ਪੂਰਬਲੇ ਜਨਮ ਦੇ ਕਰਮਾਂ ਦਾ ਸਿੱਟਾ ਸਮਝਿਆ ਜਾਂਦਾ ਹੈ। ਕੋਈ ਸਨਾਤਨੀ ਹਿੰਦੂ ਜਦ ਕਿਸੇ ਪਲੀਤ ਜਾਤੀ ਦੇ ਬੰਦੇ ਦੀ ਮਾੜੀ ਦਸ਼ਾ ਨੂੰ ਵੇਖਦਾ ਹੈ ਤਾਂ ਸਿਰਫ ਇਹੀ ਸੋਚਦਾ ਹੈ ਕਿ ਉਹ ਬੰਦਾ ਪਿਛਲੇ ਜਨਮ ਦੇ ਪਾਪਾਂ ਦਾ ਫਲ ਭੋਗ ਰਿਹਾ ਹੈ।
इस सिद्धांत ਦੀ ਇੱਕ ਲੜੀ ਇਹ ਨਿਕਲੀ ਕਿ ਕਿਸੇ ਪਲੀਤ ਜਾਤ ਦਾ ਬੰਦਾ ਆਪਣੀ ਜਾਤ ਦੇ ਨਿਯਮਾਂ ਦੀ ਪਾਲਣਾ ਕਰਦਾ ਹੋਇਆ ਇੱਕ ਨਮੂਨੇ ਦਾ ਜੀਵਨ ਬਤੀਤ ਕਰੇ ਤਾਂ ਜੋ ਅਗਲੇ ਜਨਮਾਂ ਵਿੱਚ ਆਉਣ ਵਾਲੀ ਆਪਣੀ ਸਮਾਜਿਕ ਹਾਲਤ ਨੂੰ ਚੰਗੇਰਾ ਬਣਾ ਸਕੇ। ਇਸ ਜਨਮ ਵਿੱਚ ਆਪਣੀ ਜਾਤ ਤੋਂ ਛੁਟਕਾਰਾ ਪਾਉਣ ਦਾ ਕੋਈ ਰਾਹ ਨਹੀਂ ਸੀ। ਜਾਤ ਪਾਤੀ ਪ੍ਰਬੰਧ ਵਿੱਚ ਆਪਣੇ ਜਾਤ ਪਾਤੀ ਰੁਤਬੇ ਨੂੰ ਉੱਚਿਆ ਕਰਨ ਦਾ ਵੀ ਕੋਈ ਤਰੀਕਾ ਨਹੀਂ ਸੀ। ਕਰਮਾਂ ਦਾ ਅਟੁੱਟ ਬੰਧਨ ਸ੍ਰਿਸ਼ਟੀ ਜੀਵਨ ਦੀ ਰੋਂ ਤੇ ਸਭ ਤੋਂ ਵੱਧ ਕੇ ਜਾਤ ਪਾਤੀ ਪ੍ਰਬੰਧ ਨਾਲ ਪੂਰੀ ਤਰ੍ਹਾਂ ਇਕਸੁਰ ਸੀ। ਇਸ ਲਈ ਇਸ ਸਿਸਟਮ ਨੂੰ ਖਤਮ ਕਰਨ ਦੀ ਗੱਲ ਸੋਚਣੀ ਹੀ ਮੂਰਖਤਾ ਸੀ। ਜਾਤ ਪਾਤੀ ਪ੍ਰਬੰਧ ਵਿੱਚ ਫਸੇ ਹੋਏ ਬੰਦੇ ਲਈ ਹੋਰ ਕੋਈ ਰਾਹ ਨਹੀਂ ਸੀ। ਉਹ ਵੀ ਦੁਨੀਆ ਜਿੱਤ ਸਕਦਾ, ਸੁਰਗ ਦੀ ਪ੍ਰਾਪਤੀ ਕਰ ਸਕਦਾ, ਖੱਤਰੀ ਜਾਂ ਬ੍ਰਾਹਮਣ ਬਣ ਸਕਦਾ, ਸੁਰਗ ਵਿੱਚ ਪਹੁੰਚ ਕੇ ਦੇਵਤਾ ਬਣ ਸਕਦਾ, ਪਰ ਇਸ ਜੀਵਨ ਵਿੱਚ ਨਹੀਂ ਸਗੋਂ ਅਗਲੇ ਜਨਮ ਵਿੱਚ ਤੇ ਜਗਤ ਦੇ ਐਸੇ ਸਾਂਚੇ ਜਾਤ ਪਾਤੀ ਵਿੱਚ ਮੁੜ ਪੈਦਾ ਹੋ ਕੇ। ਪਰ ਮੁੱਢਲੀ ਸ਼ਰਤ ਇਹ ਸੀ ਕਿ ਮੌਜੂਦਾ ਜ਼ਿੰਦਗੀ ਵਿੱਚ ਉਹ ਜਾਤ ਦੇ ਨਿਯਮਾਂ ਦੀ ਪੂਰੀ ਪਾਲਣਾ ਕਰੇ ਅਤੇ ਜਾਤ ਛੱਡਣ ਦੀ ਤਾਂਘ ਨੂੰ ਵੀ ਤਿਆਗੇ, ਕਿਉਂਕਿ ਐਸੀ ਤਾਂਘ ਰਸਮੀ ਧਰਮ ਅਨੁਸਾਰ ਅਧਰਮਕ ਹੈ। ਭਾਗਵਤ ਪੁਰਾਣ ਗ੍ਰੰਥ ਇਹ ਮੰਗ ਕਰਦਾ ਹੈ ਕਿ ਭਾਗਵਤ ਧਰਮ ਦੇ ਪੈਰੋਕਾਰ ਆਪਣੀਆਂ ਸਾਰੀਆਂ ਤਾਂਘਾਂ ਨੂੰ ਤਿਆਗ ਕੇ ਜਾਤਾਂ ਦੇ ਨਿਯਮਾਂ ਅਨੁਸਾਰ ਚੱਲਣ। ਅਜਿਹੇ ਕਰਮ ਸਿਧਾਂਤ ਵਿੱਚ ਬੱਝੇ ਹੋਏ ਸਮਾਜ ਅਨੁਸਾਰ ਬੰਦੇ ਹਮੇਸ਼ਾ ਲਈ ਉੱਚੇ ਨੀਵੇਂ ਹਨ। ਪ੍ਰਚਲਿਤ ਸਮਾਜਿਕ ਪ੍ਰਬੰਧ ਦੇ ਮੁਕਾਬਲੇ ਦਾ ਬੰਦਿਆਂ ਅਤੇ ਵਸਤਾਂ ਲਈ ਕੋਈ ਹੋਰ ਕੁਦਰਤੀ ਪ੍ਰਬੰਧ ਨਹੀਂ ਸੀ, ਕੋਈ ਹੋਰ ਕੁਦਰਤੀ ਕਾਨੂੰਨ ਵੀ ਨਹੀਂ ਸੀ। ਕੁਦਰਤੀ ਕਾਨੂੰਨ ਦੇ ਵਿਚਾਰ ਤੋਂ ਜਿਹੜੀਆਂ ਸਮੱਸਿਆਵਾਂ ਪੱਛਮੀ ਦੇਸ਼ਾਂ ਵਿੱਚ ਪੈਦਾ ਹੋਈਆਂ ਉਹ ਇੱਥੇ ਨਹੀਂ ਖੜੀਆਂ ਹੋਈਆਂ। ਸਣੇ ਰੱਬ ਦੇ ਇੱਥੇ ਕਿਸੇ ਵੀ ਅਧਿਕਾਰੀ ਦੀ ਨਜ਼ਰ ਵਿੱਚ ਮਨੁੱਖ ਦੀ ਕੁਦਰਤੀ ਬਰਾਬਰੀ ਦਾ ਕੋਈ ਅਰਥ ਨਹੀਂ ਸੀ। ਇਸ ਨੇ ਹਮੇਸ਼ਾ ਲਈ ਸਮਾਜਿਕ ਨੁਕਤਾਚੀਨੀ, ਵਿਵੇਕ ਵਾਲੇ ਕਿਆਸ ਜਾਂ ਕੁਦਰਤੀ ਕਾਨੂੰਨ ਦੇ ਨਿਰਣੇ ਪੇਸ਼ ਕਰਨ ਦਾ ਰਾਹ ਰੋਕ ਦਿੱਤਾ, ਜਿਸ ਕਾਰਨ ਮਨੁੱਖੀ ਹੱਕਾਂ ਬਾਰੇ ਕਿਸੇ ਵੀ ਤਰ੍ਹਾਂ ਦੇ ਵਿਚਾਰ ਨੂੰ ਉੱਗਣ ਨਾ ਦਿੱਤਾ। ਇਹ ਨਹੀਂ ਕਿਹਾ ਜਾ ਸਕਦਾ ਕਿ ਕੇਵਲ ਜਾਤ ਪਾਤੀ ਪ੍ਰਬੰਧ ਤੇ ਜਾਤ ਪਾਤੀ ਸਦਾਚਾਰ ਨੂੰ ਠੀਕ ਸਿੱਧ ਕਰਨ ਖਾਤਰ ਹੀ ਕਰਮ ਦਾ ਸਿਧਾਂਤ ਘੜਿਆ ਗਿਆ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਨਾਲ ਜਾਤ ਪਾਤੀ ਪ੍ਰਬੰਧ ਦਾ ਮਨੋਰਥ ਬੜੀ ਚੰਗੀ ਤਰ੍ਹਾਂ ਸਿੱਧ ਹੋਇਆ। ਬ੍ਰਾਹਮਣਵਾਦੀ ਮਨੋਰਥਾਂ ਲਈ ਕਰਮ ਸਿਧਾਂਤ ਨੂੰ ਉਸੇ ਤਰ੍ਹਾਂ ਢਾਲਿਆ ਗਿਆ ਜਿਵੇਂ ਧਰਮ ਗ੍ਰੰਥਾਂ, ਧਾਰਮਿਕ ਸਾਹਿਤ ਤੇ ਮਹਾਕਾਵਿ ਨੂੰ ਬਦਲਿਆ ਗਿਆ ਸੀ। ਦੂਜਾ, ਬ੍ਰਾਹਮਣ ਜਾਤੀ। ਇੱਕ ਜਾਤੀ ਦੇ ਤੌਰ ਤੇ ਬ੍ਰਾਹਮਣ ਕਈ ਕਾਰਨਾਂ ਕਰਕੇ ਜਾਤ ਪਾਤੀ ਸਿਸਟਮ ਦਾ ਧੁਰਾ ਸਨ। ਉਹ ਇਸ ਦੇ ਵਿਚਾਰਧਾਰਕ ਵੀ ਸਨ ਅਤੇ ਉਹ ਕੇਂਦਰੀ ਧੁਰਾ ਵੀ, ਜਿਸ ਦੇ ਦੁਆਲੇ ਸਾਰਾ ਸਿਸਟਮ ਘੁੰਮਦਾ ਸੀ। ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ, ਬੁੱਧ ਧਰਮ ਨੂੰ ਗੱਦੀ ਤੋਂ ਲਾਹੁਣ ਲਈ ਤੇ ਆਰੀਆ ਤੇ ਗੈਰ ਆਰੀਆ ਖੂਨ ਦੇ ਮੇਲ ਨੂੰ ਰੋਕਣ ਲਈ ਅਤੇ ਜਾਤ ਦੇ ਦਾਇਰੇ ਅੰਦਰ ਹੀ ਵਿਆਹ ਦੇ ਰਿਵਾਜ ਨੂੰ ਪੱਕਿਆ ਕਰਨ ਲਈ ਇੱਕ ਵੱਡੇ ਸੁਚੇਤ ਯਤਨ ਦੀ ਲੋੜ ਸੀ। ਇਹ ਸੁਚੇਤ ਯਤਨ ਬ੍ਰਾਹਮਣਾਂ ਕੀਤਾ। ਊੜਾ, ਵਿਚਾਰਧਾਰਕਾਂ ਦੇ ਤੌਰ ਤੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵੈਦਿਕ ਸਮੇਂ ਤੋਂ ਬਾਅਦ ਦਾ ਸਾਰਾ ਹੀ ਗੈਰ ਕਾਫਰੀ ਸਾਹਿਤ ਬ੍ਰਾਹਮਣਾਂ ਦੀ ਘਾੜਤ ਹੈ। ਗੈਰ ਕਾਫਰੀ ਰਵਾਇਤਾਂ ਵੀ ਮੁੱਖ ਤੌਰ ਤੇ ਉਹਨਾਂ ਨੇ ਹੀ ਘੜੀਆਂ। ਸਦੀਆਂ ਤੱਕ ਸਨਾਤਨੀ ਸਮਾਜ ਵਿੱਚੋਂ ਕਿਸੇ ਨੇ ਵੀ ਇਹ ਦਲੇਰੀ ਨਹੀਂ ਕੀਤੀ ਕਿ ਬ੍ਰਾਹਮਣਾਂ ਦੀ ਇਸ ਜੋੜ ਤੋੜ ਵਾਲੀ ਕਾਰਵਾਈ ਉੱਤੇ ਕਿੰਤੂ ਕਰੇ। ਬ੍ਰਾਹਮਣਾਂ ਨੇ ਇਸ ਗੱਲ ਦਾ ਵੀ ਪ੍ਰਬੰਧ ਕੀਤਾ ਕਿ ਜੋ ਵੀ ਉਹਨਾਂ ਦੀ ਆਲੋਚਨਾ ਕਰੇ ਉਸਨੂੰ ਕਾਫਰ ਦੱਸ ਕੇ ਉਸਦਾ ਮੂੰਹ ਬੰਦ ਕੀਤਾ ਜਾਵੇ, ਕਿਉਂਕਿ ਕਾਫਰ ਹੋਣ ਦੇ ਨਤੀਜੇ ਚੰਗੇ ਨਹੀਂ ਸਨ। ਅਸਲ ਵਿੱਚ ਜਿਸ ਤਰ੍ਹਾਂ ਬ੍ਰਾਹਮਣਾਂ ਨੇ ਆਪਣੇ ਲਈ ਵੇਦਾਂ ਤੋਂ ਅਧਿਕਾਰ ਹਾਸਲ ਕੀਤਾ ਤੇ ਰਵਾਇਤ ਨੂੰ ਆਪਣੀ ਮਰਜ਼ੀ ਅਨੁਸਾਰ ਢਾਲਿਆ, ਇਸੇ ਅਮਲ ਕਾਰਨ ਹੀ ਸਨਾਤਨ ਧਰਮ ਪਰੰਪਰਾ ਦੇ ਇੱਕ ਲੜੀ ਵਿੱਚ ਪਰੋਤੇ ਹੋਣ ਦਾ ਭੁਲਾਵਾ ਪੈਂਦਾ ਹੈ। ਇਹਨਾਂ ਢੰਗ ਤਰੀਕਿਆਂ ਨਾਲ ਹੀ ਨਵੀਨ ਬ੍ਰਾਹਮਣਵਾਦ ਦੇ ਨਵਿਆਂ ਦੇਵਤਿਆਂ ਨੂੰ ਵੈਦਿਕ ਦੇਵਤਿਆਂ ਨਾਲ ਜੋੜਿਆ ਗਿਆ, ਨਵੀਆਂ ਰਸਮਾਂ ਪੁਰਾਣੀਆਂ ਨਾਲ ਜੋੜੀਆਂ ਗਈਆਂ ਤੇ ਵੈਦਾਂ ਦੇ ਸਮੇਂ ਤੋਂ ਬਾਅਦ ਦੇ ਸਾਹਿਤ ਨੂੰ ਵੇਦਾਂ ਦੇ ਅਧਿਕਾਰ ਦਾ ਦਰਜਾ ਦਿੱਤਾ ਗਿਆ। ਮਨਮਰਜ਼ੀ ਦੇ ਇਹਨਾਂ ਦਾਅਵਿਆਂ ਅਤੇ ਰਵਾਇਤ ਦੀ ਤੋੜ ਮਰੋੜ ਦੀ ਕਿਉਂਕਿ ਵਿਵੇਕ ਢੰਗ ਨਾਲ ਛਾਣਬੀਣ ਨਹੀਂ ਸੀ ਹੁੰਦੀ, ਇਸ ਲਈ ਬ੍ਰਾਹਮਣਾਂ ਨੂੰ ਇਹਨਾਂ ਦੀ ਮਦਦ ਨਾਲ ਆਪਣਾ ਉੱਲੂ ਸਿੱਧਾ ਕਰਨ ਤੇ ਜਾਤ ਪਾਤੀ ਪ੍ਰਬੰਧ ਨੂੰ ਕਾਇਮ ਰੱਖਣ ਦਾ ਚੰਗਾ ਸਾਧਨ ਮਿਲ ਗਿਆ।
ਨਵੀਨ ਬ੍ਰਾਹਮਣਵਾਦ ਦੇ ਸਾਰੇ ਸਾਹਿਤ ਦੀ ਰਚਨਾ ਬ੍ਰਾਹਮਣਾਂ ਨੇ ਜਾਂ ਆਪ ਕੀਤੀ ਜਾਂ ਪ੍ਰੇਰਣਾ ਦੇ ਕੇ ਕਰਵਾਈ। ਐਤਰੇ ਅਰਾਨਾਇਕਾ ਦੀ 5ਵੀਂ ਪੁਸਤਕ ਤਾਂ ਮੰਨੀ ਪਰਮੰਨੀ ਪਿੱਛੋਂ ਦੀ ਮਨ ਘੜਤ ਹੈ। ਇੱਕ ਵਿਚਾਰ ਇਹ ਵੀ ਹੈ ਕਿ ਵੇਦਾਂ ਦੇ ਭਜਨਾਂ ਨੂੰ ਵੀ ਬ੍ਰਾਹਮਣਾਂ ਦੇ ਮਨੋਰਥ ਅਨੁਸਾਰ ਤਰਤੀਬ ਦਿੱਤੀ ਗਈ। ਇਸੇ ਤਰ੍ਹਾਂ ਮਨੁ ਸਿਮਰਤੀ ਦਾ ਆਕਾਰ ਛੋਟਾ ਕੀਤਾ ਗਿਆ ਤੇ ਪੁਰਾਣੇ ਗ੍ਰੰਥ ਵਿੱਚ ਨਵੇਂ ਪਿਛਾਕੜੀ ਕਾਨੂੰਨ ਘਸੋੜੇ ਗਏ। ਅਜੋਕੇ ਮਹਾਭਾਰਤ ਬਾਰੇ ਸ਼ੱਕ ਨਹੀਂ ਕਿ ਇਹ ਵਿਆਸ ਰਿਸ਼ੀ ਦੀ ਪਹਿਲੀ ਤੇ ਮੌਲਿਕ ਇਤਿਹਾਸਕ ਰਚਨਾ ਦਾ ਬਦਲਿਆ ਹੋਇਆ ਰੂਪ ਹੈ, ਜਿਸ ਨੂੰ ਵੈਸ਼ਮ ਪਾਯਾਨੀ ਨੇ ਤਰਤੀਬ ਦਿੱਤੀ ਅਤੇ ਦੂਜੀ ਵਾਰ ਟਿੱਪਣੀਆਂ ਤੇ ਵਾਧਿਆਂ ਸਮੇਤ ਸੌਤੀ ਨੇ ਇਸ ਨੂੰ ਜਾਰੀ ਕੀਤਾ। ਅੰਦਾਜ਼ਾ ਇਹ ਹੈ ਕਿ ਬੁੱਧ ਧਰਮ ਦਾ ਮੁਕਾਬਲਾ ਕਰਨ ਲਈ ਅਜਿਹੇ ਵਾਧੇ ਘਾਟੇ ਕੀਤੇ ਗਏ ਕਿਉਂਕਿ ਸਾਰੇ ਹੀ ਮਹਾਭਾਰਤ ਵਿੱਚ ਧਰਮ ਦੀ ਮਨੌਤ ਤੇ ਬ੍ਰਾਹਮਣਾਂ ਦੀ ਅਧੀਨਗੀ ਲਈ ਲਗਾਤਾਰ ਤਾੜਨਾ ਕੀਤੀ ਗਈ ਹੈ। ਜਿਸ ਰੂਪ ਵਿੱਚ ਭਗਵਤ ਗੀਤਾ ਅੱਜ ਮਿਲਦੀ ਹੈ, ਇਸ ਦਾ ਰੂਪ ਵੱਖ-ਵੱਖ ਲੇਖਕਾਂ ਨੇ ਬਣਾਇਆ ਕਿਉਂਕਿ ਇਸ ਵਿੱਚ ਜੋ ਆਪਸੀ ਵਿਰੋਧ ਵਾਲੇ ਸਿਧਾਂਤ ਨਜ਼ਰ ਆਉਂਦੇ ਹਨ, ਉਹਨਾਂ ਦਾ ਅਸਲੀ ਕਾਰਨ ਇਹੀ ਹੋ ਸਕਦਾ ਹੈ। ਇਸ ਪੁਸਤਕ ਦੇ ਅੰਦਰ ਦੀ ਗਵਾਹੀ ਤੋਂ ਹੀ ਪਤਾ ਲੱਗਦਾ ਹੈ ਕਿ ਬ੍ਰਾਹਮਣ ਪੰਥੀ ਲਾਭਾਂ ਲਈ ਇਸ ਅੰਦਰ ਸ਼ੱਕੀ ਵਾਕਾਂ ਦਾ ਰਲਾ ਪਾਇਆ ਗਿਆ। ਇੱਕ ਥਾਂ ਭਗਵਾਨ ਕ੍ਰਿਸ਼ਨ ਇਹ ਉਪਦੇਸ਼ ਕਰਦੇ ਦੱਸੇ ਜਾਂਦੇ ਹਨ ਕਿ ਪਰਮਾਤਮਾ ਬਿਨਾਂ ਭੇਦ ਭਾਵ ਜਾਂ ਅਨਿਆਂ ਦੇ ਕਰਮਾਂ ਦਾ ਫਲ ਦਿੰਦਾ ਹੈ। ਜੋ ਪ੍ਰਾਣੀ ਪੁੰਨ ਕਰਦਾ ਹੋਇਆ ਵੀ ਉਸ ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਉਸ ਦਾ ਪੁੰਨ ਵੀ ਪਾਪ ਹੋ ਨਿਬੜਦਾ ਹੈ। ਜੋ ਪਾਪ ਕਰਦਾ ਹੋਇਆ ਵੀ ਉਸ ਨੂੰ ਧਿਆਉਂਦਾ ਹੈ, ਭੁਲਾਉਂਦਾ ਨਹੀਂ ਹੈ, ਉਸ ਦਾ ਪਾਪ ਵੀ ਪੁੰਨ ਹੋ ਨਿਬੜਦਾ ਹੈ, ਭਾਵੇਂ ਉਹ ਵੈਸ਼, ਸ਼ੂਦਰ, ਇਸਤਰੀ ਜਾਂ ਕਿਸੇ ਜਾਤੀ ਦਾ ਵੀ ਹੋਵੇ। ਇੱਕ ਹੋਰ ਥਾਂ ਇਹੀ ਭਗਵਾਨ ਇਹ ਕਹਿੰਦੇ ਹੋਏ ਦੱਸੇ ਗਏ ਹਨ ਕਿ ਇਹਨਾਂ ਜਾਤੀਆਂ ਦਾ ਜੋ ਵੀ ਬੰਦਾ ਆਪਣੇ ਰੀਤੀ ਰਿਵਾਜ ਨੂੰ ਨਿਭਾਉਂਦਾ ਹੈ, ਪਰ ਸ਼ਰਤ ਇਹ ਕਿ ਈਸ਼ਵਰ ਉਪਾਸਨਾ ਵਿੱਚ ਉਕਦਾ ਨਹੀਂ, ਉਹ ਮਨ ਇੱਛਤ ਫਲ ਪ੍ਰਾਪਤ ਕਰਦਾ ਹੈ। ਪਰ ਜੋ ਕੋਈ ਆਪਣੀ ਜਾਤ ਦੇ ਨਿਯਮਾਂ ਤੇ ਧਰਮ ਦੀ ਪਾਲਣਾ ਨਹੀਂ ਕਰਦਾ ਅਤੇ ਦੂਜੀ ਜਾਤ ਦਾ ਨਿਯਮ ਧਰਮ ਅਪਣਾਉਣਾ ਚਾਹੁੰਦਾ ਹੈ, ਭਾਵੇਂ ਇਸ ਨਾਲ ਉਸ ਦੀ ਜਾਤੀ ਵਡਿਆਈ ਵੀ ਹੁੰਦੀ ਹੋਵੇ, ਉਹ ਪਾਪ ਦਾ ਭਾਗੀ ਬਣਦਾ ਹੈ। ਕਿਉਂਕਿ ਇਸ ਨਾਲ ਜਾਤੀ ਧਰਮ ਦੇ ਨਿਯਮਾਂ ਦੀ ਉਲੰਘਣਾ ਹੁੰਦੀ ਹੈ। ਇਹਨਾਂ ਦੋਵਾਂ ਪ੍ਰਸਤਾਵਾਂ ਵਿੱਚ ਇਸ ਬਾਰੇ ਆਪਸੀ ਵਿਰੋਧ ਸਾਫ਼ ਸਪਸ਼ਟ ਹੈ ਕਿ ਹੱਕ ਕੀ ਹੈ ਅਤੇ ਨਾ ਹੱਕ ਕੀ। ਪ੍ਰਤੱਖ ਹੈ ਕਿ ਵਾਕ ਦੇ ਪਿਛਲੇ ਹਿੱਸੇ ਵਿੱਚ ਜਾਤ-ਪਾਤੀ ਪ੍ਰਬੰਧ ਦੀ ਪਕਿਆਈ ਦੇ ਮਨੋਰਥ ਲਈ ਸਦਾਚਾਰ ਦੇ ਅਸੂਲ ਨੂੰ ਤੋੜਿਆ ਮਰੋੜਿਆ ਗਿਆ। ਪੁਰਾਣ ਗ੍ਰੰਥਾਂ ਵਿੱਚ ਵੀ ਤਬਦੀਲੀ ਕੀਤੀ ਗਈ। ਇਸ ਵਿਗਾੜ ਦਾ ਇੱਕ ਪ੍ਰਤੱਖ ਸਬੂਤ ਇਹ ਹੈ ਕਿ ਭਾਵੇਂ ਇਹ ਵੱਖ-ਵੱਖ ਸਮੇਂ ਵਿੱਚ ਰਚੇ ਗਏ, ਪਰ ਸਾਰੇ ਹੀ ਪੁਰਾਣਾਂ ਵਿੱਚ ਹਰੇਕ ਅੰਦਰ ਸਾਰੇ 18 ਪੁਰਾਣਾਂ ਦੇ ਨਾਮ ਹਰੇਕ ਦੇ ਅੰਦਰਲੇ ਪਾਠ ਵਿੱਚ ਮਿਲਦੇ ਹਨ। ਐੜਾ ਬ੍ਰਾਹਮਣ ਧੁਰੇ ਦੇ ਤੌਰ ਤੇ ਸਾਰੇ ਹੀ ਵਿਦਵਾਨ ਇਸ ਗੱਲ ਉੱਤੇ ਸਹਿਮਤ ਹਨ ਕਿ ਇਹ ਬ੍ਰਾਹਮਣ ਜਾਤੀ ਹੀ ਹੈ ਜੋ ਚੱਕੇ ਦੇ ਅੰਦਰ ਚੱਕੇ ਵਾਂਗ ਸਾਰੇ ਹੀ ਜਾਤ-ਪਾਤੀ ਸਿਸਟਮ ਦਾ ਧੁਰਾ ਹੈ। ਇਹ ਬ੍ਰਾਹਮਣ ਜਾਤ ਹੈ ਜੋ ਇਸ ਸਿਸਟਮ ਦੀ ਰੂਪ ਰੇਖਾ ਤੈਅ ਕਰਦੀ ਹੈ ਤੇ ਇਸ ਦੇ ਰੁੱਖ ਨੂੰ ਸੇਧ ਦਿੰਦੀ ਹੈ। ਬ੍ਰਾਹਮਣਾਂ ਨੇ ਹੀ ਇਸ ਪ੍ਰਬੰਧ ਤੋਂ ਵਧੇਰੇ ਲਾਭ ਖੱਟਿਆ। ਇਸ ਨੂੰ ਚੱਲਦਾ ਰੱਖਣ ਤੇ ਵਧਾਉਣ ਦੀ ਵੱਡੀ ਜ਼ਿੰਮੇਵਾਰੀ ਵੀ ਉਹਨਾਂ ਦੀ ਹੈ। ਅਸੀਂ ਇਹ ਦੱਸ ਚੁੱਕੇ ਹਾਂ ਕਿ ਜਾਤ-ਪਾਤੀ ਸਿਸਟਮ ਦਾ ਮੁੱਖ ਉਦੇਸ਼ ਜਾਤ-ਪਾਤੀ ਰੁਤਬੇ ਨੂੰ ਕਾਇਮ ਰੱਖਣ ਦਾ ਸੀ। ਇਸੇ ਉਦੇਸ਼ ਅਨੁਸਾਰ ਸਾਰੀਆਂ ਜਾਤਾਂ ਇਸ ਧੁਨ ਵਿੱਚ ਲੱਗੀਆਂ ਰਹਿੰਦੀਆਂ ਕਿ ਜਾਤ-ਪਾਤੀ ਦੇ ਉਸਾਰ ਵਿੱਚ ਉਹਨਾਂ ਨੂੰ ਯੋਗ ਥਾਂ ਮਿਲੇ। ਜਾਤ-ਪਾਤ ਦੀ ਦਰਜਾ ਬਦਰਜੀ ਦਾ ਧੁਰਾ ਬ੍ਰਾਹਮਣ ਜਾਤ ਦੀ ਮੰਨੀ ਪ੍ਰਮੰਨੀ ਹੋਈ ਸਭ ਤੋਂ ਉੱਚੀ ਥਾਂ ਹੈ। ਇੱਥੇ ਹੀ ਬਸ ਨਹੀਂ, ਬ੍ਰਾਹਮਣਾਂ ਨੇ ਹਿੰਦੂ ਮਤ ਅਤੇ ਹਿੰਦੂ ਸਮਾਜ ਵਿੱਚ ਮੁੱਖ ਥਾਂ ਇਸ ਲਈ ਹਾਸਲ ਕਰ ਲਈ ਕਿ ਜਾਤ ਇੱਕ ਸਮਾਜਕ ਰੁਤਬਾ ਹੈ ਅਤੇ ਜਾਤਾਂ ਦਾ ਸਮਾਜਕ ਰੁਤਬਾ ਬ੍ਰਾਹਮਣਾਂ ਦੇ ਰੁਤਬੇ ਨਾਲ ਨਾਪ ਕੇ ਤੈਅ ਕੀਤਾ ਜਾਂਦਾ ਹੈ। ਕਿਸੇ ਥਾਂ ਦੀ ਕਿਸੇ ਜਾਤ ਦਾ ਰੁਤਬਾ ਇੱਕ ਨਿਰਣੇ ਨਾਲ ਤੈਅ ਹੁੰਦਾ ਹੈ ਕਿ ਬ੍ਰਾਹਮਣ ਉਸ ਜਾਤ ਵਾਲੇ ਦੇ ਹੱਥ ਦਾ ਪਾਣੀ ਜਾਂ ਅੰਨ ਕਬੂਲ ਕਰਦਾ ਹੈ ਜਾਂ ਨਹੀਂ। ਸਾਰੀਆਂ ਗੱਲਾਂ ਦੇਖਣ ਪਰਖਣ ਬਾਅਦ ਵਡਿਆਈ ਇਸ ਗੱਲ ਨੂੰ ਮਿਲਦੀ ਹੈ ਕਿ ਕੋਈ ਜਾਤ ਕਿੱਥੋਂ ਤੱਕ ਵਿਆਹ ਬਾਰੇ ਜਾਂ ਬਾਹਰ ਦੀ ਪਵਿੱਤਰਤਾ ਬਾਰੇ, ਕਿੱਤੇ ਬਾਰੇ ਜਾਂ ਇਸ ਦੇ ਅਨੁਸਾਰੀ ਰਿਵਾਜ਼ਾਂ ਬਾਰੇ ਬ੍ਰਾਹਮਣਾਂ ਦੀ ਸਿੱਖਿਆ ਨੂੰ ਮੰਨਦੀ ਹੈ ਜਾਂ ਇਸ ਨੂੰ ਮੰਨਣ ਲਈ ਤਿਆਰ ਹੁੰਦੀ ਹੈ। ਭਾਵੇਂ ਕਿਸੇ ਜਾਤ ਵਿਰੁੱਧ ਕਿੰਨਾ ਵੀ ਤਵੱਸਬ ਜਾਂ ਘਿਰਣਾ ਕਿਉਂ ਨਾ ਹੋਵੇ,
ਇਸ ਸਭ ਕੁਝ ਦੇ ਬਾਵਜੂਦ ਉਸ ਦਾ ਸਤਿਕਾਰ ਸਦੀਵੀ ਤੌਰ ਤੇ ਇਸ ਕਾਰਨ ਹੋ ਜਾਂਦਾ ਹੈ ਕਿ ਉਹ ਬ੍ਰਾਹਮਣੀ ਰਸਮਾਂ ਰਿਵਾਜਾਂ ਨੂੰ ਸਭ ਤੋਂ ਵੱਧ ਕੇ ਮੰਨਦੀ ਹੈ। ਬ੍ਰਾਹਮਣਾਂ ਨੂੰ ਜੋ ਧਾਰਮਿਕ ਤੇ ਸਮਾਜਿਕ ਅਧਿਕਾਰ ਮਿਲਿਆ ਉਹ ਇੰਨਾ ਪ੍ਰਤੱਖ ਹੈ ਕਿ ਇਸ ਬਾਰੇ ਹੋਰ ਟਿੱਪਣੀ ਕਰਨ ਦੀ ਲੋੜ ਨਹੀਂ। ਨਵੀਨ ਬ੍ਰਾਹਮਣਵਾਦ ਦੇ ਸਿਧਾਂਤ ਤੇ ਅਮਲ ਦੇ ਬੇਤਰਤੀਬ ਖਿਲਾਰੇ ਨੂੰ ਜੋੜ ਕੇ ਰੱਖਣ ਵਾਲੇ ਕੁਝ ਕਾਰਨਾਂ ਵਿੱਚੋਂ ਇੱਕ ਸੀ ਬ੍ਰਾਹਮਣ ਪੁਜਾਰੀ ਜਾਤੀ ਨੂੰ ਇੱਕ ਜਾਤੀ ਦੇ ਤੌਰ ਉੱਤੇ ਧਾਰਮਿਕ ਪਵਿੱਤਰਤਾ ਤੇ ਮਾਨਤਾ ਮਿਲਣੀ। ਇੱਕ ਕਹਾਵਤ ਅਨੁਸਾਰ ਕੁਝ ਹਿੰਦੂਆਂ ਦੇ ਮਨਾਂ ਵਿੱਚ ਬ੍ਰਾਹਮਣਾਂ ਲਈ ਸਤਿਕਾਰ ਇਸ ਹੱਦ ਤੱਕ ਹੈ ਕਿ ਜੇ ਸਨਾਵਰੀ ਬ੍ਰਾਹਮਣਾਂ ਨੇ ਡਾਕੂ ਬਣ ਕੇ ਲੁੱਟਣ ਦਾ ਕੰਮ ਸ਼ੁਰੂ ਕਰ ਦਿੱਤਾ ਤਾਂ ਉਹਨਾਂ ਹੱਥੋਂ ਲੁੱਟੇ ਜਾਣਾ ਵੀ ਇੱਕ ਰੱਬੀ ਦਾਤ ਸਮਝਿਆ ਜਾਣ ਲੱਗਾ। ਰਾਜਸੀ ਘੇਰੇ ਵਿੱਚ ਵੀ ਬ੍ਰਾਹਮਣ ਦੇ ਰੋਹਬ ਨੂੰ ਚੈਲੰਜ ਨਹੀਂ ਸੀ ਕੀਤਾ ਜਾਂਦਾ। ਮਹਾਕਾਵੀ ਦਾ ਰਾਜਸੀ ਪਤਵੰਤਿਆਂ ਨਾਲ ਸੰਬੰਧ ਹੈ ਅਤੇ ਇਸਨੇ ਰਾਜਿਆਂ ਨੂੰ ਉਹ ਸਰਦਾਰੀ ਦਿੱਤੀ ਜਿਸ ਦਾ ਹੱਕ ਕਾਨੂੰਨ ਸ਼ਾਸਤਰਾਂ ਅਨੁਸਾਰ ਬ੍ਰਾਹਮਣਾਂ ਦਾ ਬਣਦਾ ਸੀ, ਪਰ ਫਿਰ ਵੀ ਇਹ ਮਹਾਕਾਵੀ ਪੁਜਾਰੀ ਜਮਾਤ ਦੀ ਅਦੁੱਤੀ ਮਾਨ ਵਡਿਆਈ ਨੂੰ ਪ੍ਰਵਾਨ ਕਰਦਾ ਹੈ। ਜਿੱਥੇ ਦੂਜੇ ਦੇਸ਼ਾਂ ਵਿੱਚ ਰਾਜਸੀ ਪਤਵੰਤਿਆਂ ਅਤੇ ਪੁਜਾਰੀ ਜਮਾਤ ਵਿਚਕਾਰ ਟੱਕਰ ਵਿੱਚ ਜਿੱਤ ਸਦਾ ਹੀ ਸੰਸਾਰੀ ਤਾਕਤ ਦੀ ਹੁੰਦੀ ਰਹੀ, ਭਾਰਤ ਵਿੱਚ ਇਸ ਦੇ ਉਲਟ ਹੁੰਦਾ ਰਿਹਾ ਹੈ। ਇੱਥੇ ਜਾਤ-ਪਾਤੀ ਪ੍ਰਬੰਧ ਦੀ ਪੱਕੀ ਡੱਬਾਬੰਦੀ ਦੇ ਕਾਰਨ ਕੋਈ ਬਾਕਾਇਦਾ ਰਾਜਸੀ ਜਥੇਬੰਦੀ ਕਾਇਮ ਨਹੀਂ ਹੋ ਸਕੀ। ਇੱਥੇ ਧਾਰਮਿਕ ਰੀਤਾਂ ਤੇ ਰਸਮਾਂ ਦੀ ਮਨੌਤ ਨੂੰ ਵੱਡੀ ਮਹਾਨਤਾ ਮਿਲਣ ਦੇ ਕਾਰਨ ਪੁਜਾਰੀ ਜਮਾਤ ਇਸ ਹੱਦ ਤੱਕ ਸਿਰੇ ਚੜ੍ਹ ਗਈ ਜਿਸ ਦੀ ਮਿਸਾਲ ਹੋਰ ਕਿਤੇ ਨਹੀਂ ਮਿਲਦੀ। ਬ੍ਰਾਹਮਣਾਂ ਦੀ ਸਰਦਾਰੀ ਹਿੰਦੂ ਧਰਮ ਦਾ ਹੁਣ ਇੱਕ ਕੇਂਦਰੀ ਸਿਧਾਂਤ ਬਣ ਗਿਆ ਹੈ। ਹੋਰ ਗਵਾਈਆਂ ਤੋਂ ਵੀ ਇਹੀ ਗੱਲ ਸਿੱਧ ਹੁੰਦੀ ਹੈ ਕਿ ਧਾਰਮਿਕ ਰੀਤਾਂ ਤੇ ਰਸਮਾਂ ਦੀ ਮਨੌਤ ਉੱਤੇ ਜ਼ੋਰ ਦੇਣਾ ਸਨਾਤਨੀ ਸਮਾਜ ਦੀ ਚੂਲ ਬਣ ਗਿਆ। ਕੇਵਲ ਬ੍ਰਾਹਮਣ ਹੀ ਪੁਜਾਰੀ ਹੋ ਸਕਦੇ ਸਨ ਅਤੇ ਇਸ ਕਰਕੇ ਉਹੀ ਇਹਨਾਂ ਰੀਤਾਂ ਤੇ ਰਸਮਾਂ ਤੋਂ ਲਾਭ ਉਠਾਉਂਦੇ ਸਨ। ਜਿਸ ਕਾਰੀਗਰੀ ਨਾਲ ਬ੍ਰਾਹਮਣਵਾਦ ਦੇ ਘੇਰੇ ਤੋਂ ਬਾਹਰ ਦੀ ਵਸੋਂ ਦੇਵਤੇ ਵਿਸ਼ਵਾਸ ਪ੍ਰਥਾਵਾਂ ਤੇ ਰੀਤਾਂ ਨੂੰ ਆਪਣੇ ਨਾਲ ਮਿਲਾਇਆ ਗਿਆ, ਉਸ ਤੋਂ ਸਾਫ਼ ਇਹ ਪਤਾ ਲੱਗਦਾ ਹੈ ਕਿ ਇਸ ਅਮਲ ਨੂੰ ਤੋਰਨ ਪਿੱਛੇ ਮੁੱਖ ਵਿਚਾਰ ਬ੍ਰਾਹਮਣਾਂ ਦੇ ਜਾਤੀ ਲਾਭ ਦਾ ਸੀ। ਸਨਾਤਨੀ ਪੁਜਾਰੀ ਹਲਕਿਆਂ ਵਿੱਚ ਕੋਈ ਖੁੱਲ੍ਹਾ ਸਮਾਜਿਕ ਵਿਚਾਰ ਨਾ ਕਦੇ ਪੈਦਾ ਹੋਇਆ ਨਾ ਪੈਦਾ ਹੋਣ ਦਿੱਤਾ ਗਿਆ। ਨਿਚੋੜ ਇਹ ਹੈ ਕਿ ਬ੍ਰਾਹਮਣਾਂ ਨੇ ਸੁਚੇਤ ਤੌਰ ਉੱਤੇ ਜਾਤ-ਪਾਤੀ ਵਿਚਾਰਧਾਰਾ ਘੜੀ, ਧਾਰਮਿਕ ਪੁਸਤਕਾਂ ਤੇ ਸਾਹਿਤ ਵਿੱਚ ਹੇਰਾਫੇਰੀ ਕੀਤੀ ਅਤੇ ਰਵਾਇਤ ਨੂੰ ਅਦਲਿਆ ਬਦਲਿਆ। ਇਸੇ ਸਦਕਾ ਉਹ ਧਾਰਮਿਕ ਅਤੇ ਭਾਈਚਾਰਕ ਖੇਤਰ ਦਾ ਧੁਰਾ ਬਣ ਗਏ ਅਤੇ ਰਾਜਸੀ ਤਾਕਤ ਉੱਤੇ ਭਾਰੂ ਹੋ ਗਏ। ਤੀਜਾ, ਸੰਸਥਾ ਜਾਂ ਜਥੇਬੰਦੀ। ਸਿਧਾਂਤਾਂ ਨੂੰ ਅਮਲੀ ਪੱਧਰ ਉੱਤੇ ਕਾਰਗਰ ਹੋਣ ਲਈ ਲਾਜ਼ਮੀ ਤੌਰ ਉੱਤੇ ਆਪਣੀਆਂ ਸੰਸਥਾਵਾਂ ਜਾਂ ਜਥੇਬੰਦੀਆਂ ਕਾਇਮ ਕਰਨੀਆਂ ਪੈਂਦੀਆਂ ਹਨ। ਸੰਸਥਾਵਾਂ ਜਾਂ ਜਥੇਬੰਦੀਆਂ ਜਦ ਕਾਇਮ ਹੋ ਜਾਣ ਤਾਂ ਸਿਧਾਂਤਕ ਵਸਤੂ ਤੋਂ ਛੁੱਟ ਇਹਨਾਂ ਦੀ ਆਪਣੀ ਹੀ ਇੱਕ ਮਸ਼ੀਨ ਵਰਗੀ ਬਣਤਰ ਤੇ ਚਾਲਕ ਸ਼ਕਤੀ ਪੈਦਾ ਹੋ ਜਾਂਦੀ ਹੈ। ਸਾਰੀਆਂ ਪ੍ਰਸਿੱਧ ਤੇ ਵੱਡੀਆਂ ਸਮਾਜਿਕ ਬਣਤਰਾਂ ਵਿੱਚੋਂ ਜਾਤ-ਪਾਤੀ ਆਪਣੀ ਬਨਾਵਟ ਵਿੱਚ ਸਭ ਤੋਂ ਵੱਧ ਚੀੜੀ ਤੇ ਅਮਲ ਵਿੱਚ ਬੜੀ ਕਠੋਰ ਹੈ। ਵਿਲਸਨ ਬੜੇ ਵੇਰਵੇ ਨਾਲ ਦੱਸਦਾ ਹੈ ਕਿ ਜਾਤ-ਪਾਤੀ ਦੇ ਨਿਯਮ ਕਿਸ ਹੱਦ ਤੱਕ ਕਿਸੇ ਜਾਤ ਦੇ ਹਰ ਇੱਕ ਬੰਦੇ ਨੂੰ ਬੰਨ੍ਹ ਕੇ ਰੱਖਦੇ ਹਨ। ਮਨੁੱਖ ਜਦ ਇਸ ਧਰਤੀ ਉੱਤੇ ਆਉਂਦਾ ਹੈ ਤਾਂ ਉਸ ਦੇ ਨਾਮਕਰਨ, ਜਾਤ ਵਿੱਚ ਪ੍ਰਵੇਸ਼, ਪੁਨੀਤੀਕਰਨ, ਮਰਿਆਦਾ ਬੰਦਿਸ਼ ਬਾਰੇ ਜਾਂ ਇਹਨਾਂ ਦੀ ਮਨੌਤ ਦੇ ਉਲਟ ਚੱਲਣ ਬਾਰੇ ਹਿਦਾਇਤਾਂ ਜਾਤ ਵੱਲੋਂ ਮਿਲਦੀਆਂ ਹਨ। ਬਾਲਪਨ, ਨਾਬਾਲਪਨ ਤੇ ਜਵਾਨੀ ਹਰੇਕ ਅਵਸਥਾ ਲਈ ਸਿੱਕੇਬੰਦ ਨਿਯਮ ਹਨ ਜਿਨ੍ਹਾਂ ਦੀ ਪਾਲਣਾ ਕਰਨੀ ਪੈਂਦੀ ਹੈ। ਕਿਵੇਂ ਚੁੰਘਣਾ, ਘੁੱਟ ਭਰਨਾ, ਪੀਣਾ, ਖਾਣਾ ਤੇ ਹਾਜਤ ਕਰਨੀ, ਕਿਵੇਂ ਧੋਣਾ, ਚੁਲੀ ਕਰਨੀ, ਤੇਲ ਚੋਣਾ ਤੇ ਦੁੱਧ, ਘਿਓ, ਤੇਲ ਜਾਂ ਬਭੂਤ ਆਦਿ ਦਾ ਮਲਣਾ, ਕਿਵੇਂ ਦੇ ਕੱਪੜੇ ਰੱਖਣੇ, ਪਹਿਨਣੇ ਜਾਂ ਗਹਿਣੇ ਸਜਾਉਣੇ, ਕਿਵੇਂ ਬੈਠਣਾ, ਉੱਠਣਾ, ਵਿਸਰਾਮ ਕਰਨਾ, ਕਿਵੇਂ ਹਿੱਲਣਾ, ਫਿਰਨਾ ਜਾਂ ਯਾਤਰਾ ਕਰਨੀ, ਬੋਲਣਾ, ਪੜ੍ਹਨਾ, ਸੁਣਨਾ ਅਤੇ ਉਚਾਰਨਾ, ਕਿਵੇਂ ਸਮਾਧੀ ਲਾਉਣੀ, ਗਾਉਣਾ, ਕੰਮ ਕਰਨਾ, ਖੇਡਣਾ ਜਾਂ ਲੜਨਾ। ਇਸ ਦੇ ਆਪਣੇ ਹੀ ਕਾਨੂੰਨ ਕਾਇਦੇ ਹਨ। ਸਮਾਜਿਕ ਅਤੇ ਧਾਰਮਿਕ ਹੱਕਾਂ ਬਾਰੇ, ਰਿਆਇਤ ਤੇ ਕੀਤਿਆਂ ਬਾਰੇ,
ਸਿੱਖਿਆ ਦੇਣ, ਸਿਖਲਾਈ ਦੇਣ ਅਤੇ ਵਿੱਦਿਆ ਬਾਰੇ, ਜ਼ਿੰਮੇਵਾਰੀ, ਫਰਜ਼ ਤੇ ਅਮਲ ਬਾਰੇ, ਰੱਬ ਦੀ ਪ੍ਰਵਾਨਗੀ, ਕਰਤੱਵ ਤੇ ਰਸਮ ਬਾਰੇ, ਗਲਤੀਆਂ, ਪਾਪ ਤੇ ਉਲੰਘਣਾ ਬਾਰੇ, ਮੇਲ ਮਿਲਾਪ, ਦੂਰ ਰਹਿਣ ਤੇ ਬਰਾਦਰੀ ਵਿੱਚੋਂ ਕੱਢਣ ਬਾਰੇ, ਪਲੀਤ ਹੋਣ, ਇਸ਼ਨਾਨ ਅਤੇ ਪਵਿੱਤਰ ਹੋਣ ਬਾਰੇ, ਹਰਜਾਨੇ, ਸਜ਼ਾ, ਕੈਦ, ਅੰਗ ਕੱਟਣ, ਬਨਵਾਸ ਅਤੇ ਮੌਤ ਦੀ ਸਜ਼ਾ ਬਾਰੇ। ਇਹ ਨਿਯਮ ਦੱਸਦੇ ਹਨ ਕਿ ਪਾਪ ਕਿਵੇਂ ਹੁੰਦਾ ਹੈ, ਕਿਵੇਂ ਇਸ ਦਾ ਭਾਂਡਾ ਭਰਦਾ ਹੈ ਤੇ ਕਿਵੇਂ ਖਾਲੀ ਹੁੰਦਾ ਹੈ, ਕਿਵੇਂ ਪੁੰਨ ਪ੍ਰਾਪਤ ਹੁੰਦਾ ਹੈ, ਕਿਵੇਂ ਵੰਡਿਆ ਜਾਂਦਾ ਹੈ ਤੇ ਕਿਵੇਂ ਗਵਾਇਆ ਜਾਂਦਾ ਹੈ। ਇਹ ਨਿਯਮ ਪਤਾ ਦਿੰਦੇ ਹਨ ਵਿਰਸੇ ਬਾਰੇ, ਆਵਾਜਾਈ ਬਾਰੇ, ਮਾਲਕੀ ਖੁਸਣ ਬਾਰੇ, ਸੌਦੇ, ਲਾਭ, ਕਰਜ਼ੇ ਤੇ ਦਿਵਾਲੇ ਬਾਰੇ। ਇਹ ਨਿਯਮ ਮੌਤ, ਦਬਾਉਣ, ਸੰਸਕਾਰ ਕਰਨ, ਯਾਦਗਾਰ ਬਣਾਉਣ ਅਤੇ ਮੌਤ ਪਿੱਛੋਂ ਸਹਾਇਤਾ ਜਾਂ ਕਸ਼ਟ ਭੋਗਣ ਦਾ ਪਤਾ ਦਿੰਦੇ ਹਨ। ਨਿਚੋੜ ਇਹ ਹੈ ਕਿ ਜ਼ਿੰਦਗੀ ਵਿੱਚ ਜੋ ਕੁਝ ਵੀ ਵਾਪਰਦਾ ਹੈ, ਜ਼ਿੰਦਗੀ ਤੋਂ ਪਹਿਲਾਂ ਅਤੇ ਪਿੱਛੋਂ ਜੋ ਕੁਝ ਵੀ ਹੁੰਦਾ ਹੈ, ਉਸ ਵਿੱਚ ਇਹ ਨਿਯਮ ਦਖਲ ਦਿੰਦੇ ਹਨ। ਨਿਯਮਾਂ ਦੀ ਪਾਲਣਾ ਕਰਵਾਉਣੀ ਅਕਸਰ ਕਿਸੇ ਥਾਂ ਦੀ ਜਾਤ ਦੀ ਬਰਾਦਰੀ ਦੇ ਹੱਥ ਹੁੰਦੀ ਹੈ, ਜੋ ਇੱਕ ਦੂਜੇ ਨੂੰ ਨੇੜਿਓਂ ਜਾਣਦੀ ਹੁੰਦੀ ਹੈ। ਜਾਤ ਦੇ ਮੈਂਬਰ ਪੰਚਾਇਤ ਰਾਹੀਂ ਜਾਂ ਇਸ ਤੋਂ ਬਿਨਾਂ ਜਾਤ ਦੇ ਨਿਯਮਾਂ ਦੇ ਰਾਖੇ ਹੁੰਦੇ ਹਨ। ਅਜੀਬ ਗੱਲ ਇਹ ਹੈ ਕਿ ਸਮਾਜਿਕ ਦਰਜੇ ਵਿੱਚ ਕੋਈ ਜਾਤ ਜਿੰਨੀ ਨੀਵੀਂ ਹੁੰਦੀ ਹੈ, ਉਨੀ ਮਜ਼ਬੂਤੀ ਨਾਲ ਇਹ ਇਕਮੁੱਠ ਹੁੰਦੀ ਹੈ ਤੇ ਇਸ ਦੀ ਜਥੇਬੰਦੀ ਵੀ ਉਨੀ ਕੁਸ਼ਲ ਹੁੰਦੀ ਹੈ। ਦੂਜੇ ਲਫ਼ਜ਼ਾਂ ਵਿੱਚ ਨੀਵੀਆਂ ਜਾਤਾਂ ਵਾਲੇ ਹੋਰਾਂ ਨਾਲੋਂ ਆਪਣੇ ਆਪ ਨੂੰ ਜਾਤ-ਪਾਤ ਦੀਆਂ ਜੰਜੀਰਾਂ ਵਿੱਚ ਕਸੀ ਰੱਖਣ ਲਈ ਵਧੇਰੇ ਤਤਪਰ ਹੁੰਦੇ ਹਨ। ਜਾਤ ਦੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਲਈ ਫਟਕਾਰਾਂ ਜਾਂ ਸਜ਼ਾਵਾਂ ਵੀ ਉਸੇ ਤਰ੍ਹਾਂ ਹੀ ਵੱਖ ਹਨ, ਜਿਵੇਂ ਕਿ ਜਾਤਾਂ ਦੇ ਨਿਯਮ ਵੱਖਰੇ ਵੱਖਰੇ ਹਨ। ਪਰ ਇੱਥੇ ਅਸੀਂ ਜਾਤ ਵਿੱਚੋਂ ਛੇਦੇ ਜਾਣ ਦੀ ਮਿਸਾਲ ਸਾਹਮਣੇ ਰੱਖਾਂਗੇ, ਇਹ ਦੱਸਣ ਲਈ ਕਿ ਜਾਤ-ਪਾਤ ਦੀ ਬਣਤਰ ਕਿੰਨੀ ਕਠੋਰ ਹੈ। ਉਹ ਮਾਲੇ ਉੜੀਸਾ ਦੀ ਇੱਕ ਉੱਚੀ ਜਾਤ ਦੇ ਕੁਝ ਬੰਦਿਆਂ ਦੀ ਦੁਰਦਸ਼ਾ ਦਾ ਬਿਆਨ ਕਰਦਾ ਹੈ, ਜਿਨ੍ਹਾਂ ਨੂੰ ਜਾਤ ਵਿੱਚੋਂ ਛੇਕਿਆ ਗਿਆ। ਕੋਈ ਪੁਜਾਰੀ, ਨਾਈ ਜਾਂ ਧੋਬੀ ਉਹਨਾਂ ਦਾ ਕੰਮ ਨਹੀਂ ਸੀ ਕਰਦਾ, ਜਿਸ ਦਾ ਨਤੀਜਾ ਇਹ ਹੋਇਆ ਕਿ ਉਹਨਾਂ ਦੀਆਂ ਵਧੀਆਂ ਹੋਈਆਂ ਦਾੜ੍ਹੀਆਂ ਵਿੱਚ ਮਿੱਟੀ ਪਈ ਹੋਈ ਸੀ, ਵਾਲਾਂ ਦੀਆਂ ਲਿਟਾਂ ਬੱਝੀਆਂ ਪਈਆਂ ਤੇ ਬੜੇ ਗੰਦੇ ਸਨ ਅਤੇ ਮੈਲ ਦੇ ਕਾਰਨ ਉਹਨਾਂ ਦੇ ਕੱਪੜਿਆਂ ਦਾ ਬੁਰਾ ਹਾਲ ਹੋਇਆ ਪਿਆ ਸੀ। ਇਸੇ ਤਰ੍ਹਾਂ ਐਬੇ ਦੁਬੋਸ ਇੱਕੋ ਜਾਤੋਂ ਖਾਰਜ ਕੀਤੇ ਹੋਏ ਬੰਦੇ ਦੇ ਭਾਗਾਂ ਦਾ ਨਕਸ਼ਾ ਹੋਰ ਵਧੇਰੇ ਵੇਰਵੇ ਨਾਲ ਪੇਸ਼ ਕਰਦਾ ਹੋਇਆ ਦੱਸਦਾ ਹੈ। ਜਾਤ ਵਿੱਚੋਂ ਖਾਰਜ ਉਸ ਸਮੇਂ ਕੀਤਾ ਜਾਂਦਾ ਹੈ ਜਦ ਕੋਈ ਕਿਸੇ ਰਿਵਾਜ ਨੂੰ ਤੋੜਦਾ ਹੈ ਜਾਂ ਅਜਿਹੀ ਸ਼ਰੇਆਮ ਵਧੀਕੀ ਕਰਦਾ ਹੈ ਜਿਸ ਦੀ ਸਜ਼ਾ ਨਾ ਮਿਲਣ ਕਾਰਨ ਸਾਰੀ ਜਾਤ ਬਦਨਾਮ ਹੁੰਦੀ ਹੋਵੇ। ਇਸ ਨੂੰ ਬਰਾਦਰੀ ਵਿੱਚੋਂ ਬੇਦਖਲ ਕਰਨਾ ਕਹਿੰਦੇ ਹਨ। ਜੋ ਅਭਾਗਾ ਬੰਦਾ ਇਸ ਦਾ ਸ਼ਿਕਾਰ ਹੁੰਦਾ ਹੈ, ਉਸ ਦਾ ਆਪਣੇ ਸੰਗੀਆਂ ਸਾਥੀਆਂ ਨਾਲੋਂ ਸਭ ਤਰ੍ਹਾਂ ਦਾ ਰਿਸ਼ਤਾ ਟੁੱਟ ਜਾਂਦਾ ਹੈ। ਉਹ ਦੁਨੀਆ ਲਈ ਮੁਰਦਾ ਹੋ ਜਾਣ ਬਰਾਬਰ ਹੁੰਦਾ ਹੈ। ਜਾਤੋਂ ਛੇਕੇ ਜਾਣ ਨਾਲ ਉਹ ਰਿਸ਼ਤੇਦਾਰਾਂ ਤੇ ਮਿੱਤਰਾਂ ਤੋਂ ਵਾਂਝਾ ਹੀ ਨਹੀਂ ਹੋ ਜਾਂਦਾ, ਸਗੋਂ ਵਹੁਟੀ ਤੇ ਬੱਚੇ ਵੀ ਉਸ ਨੂੰ ਛੱਡ ਜਾਂਦੇ ਹਨ। ਮੰਦਭਾਗੀ ਹਾਲਤ ਵਿੱਚ ਉਸ ਦਾ ਸਾਥ ਦੇਣ ਦੀ ਥਾਂ ਉਸ ਪਾਸੋਂ ਦੂਰ ਰਹਿਣਾ ਹੀ ਠੀਕ ਸਮਝਦੇ ਹਨ। ਕੋਈ ਵੀ ਉਸ ਨਾਲ ਖਾਣ ਜਾਂ ਉਸ ਨੂੰ ਪਾਣੀ ਦਾ ਘੁੱਟ ਦੇਣ ਲਈ ਤਿਆਰ ਨਹੀਂ ਹੁੰਦਾ। ਜਿੱਥੇ ਵੀ ਉਹ ਜਾਵੇ, ਲੋਕ ਉਸ ਦੇ ਨੇੜੇ ਨਹੀਂ ਲੱਗਦੇ, ਉਸ ਵੱਲ ਘਿਰਣਾ ਦੀ ਉਂਗਲੀ ਕਰਦੇ ਹਨ ਤੇ ਉਸ ਨੂੰ ਨਿੰਦਦੇ ਹਨ। ਕਿਸੇ ਬ੍ਰਾਹਮਣ ਨੂੰ ਵੀ ਜਦ ਇਸ ਤਰ੍ਹਾਂ ਛੇਕਿਆ ਜਾਵੇ ਤਾਂ ਇੱਕ ਸ਼ੂਦਰ ਵੀ, ਜੇ ਉਸ ਸ਼ੂਦਰ ਨੂੰ ਕੁਝ ਅਕਲ ਜਾਂ ਢੰਗ ਆਉਂਦਾ ਹੋਵੇ, ਉਸ ਦਾ ਸਾਥ ਨਹੀਂ ਦੇਵੇਗਾ ਤੇ ਨਾ ਹੀ ਉਸ ਨਾਲ ਗੱਲ ਕਰੇਗਾ। ਚੌਥਾ, ਗੁੰਝਲਦਾਰ ਗੰਢ। ਜਾਤ ਦੇ ਰੁਤਬੇ ਨੂੰ ਜੋ ਇਸ ਤਰ੍ਹਾਂ ਦੀ ਵਡਿਆਈ ਮਿਲ ਗਈ, ਉਸ ਦਾ ਸਬੱਬ ਇਹ ਸੀ ਕਿ ਮਨੁੱਖ ਦੇ ਮਨ ਅੰਦਰ ਆਪਣੇ ਰੁਤਬੇ ਦੀ ਵਡਿਆਈ ਦੀ ਭੁੱਖ ਰਹਿੰਦੀ ਹੈ। ਜਾਤ-ਪਾਤੀ ਸਿਧਾਂਤ ਨੂੰ ਜੋ ਧਰਮ ਗ੍ਰੰਥਾਂ ਦੀ ਪ੍ਰਵਾਨਗੀ ਮਿਲ ਗਈ, ਉਸ ਨਾਲ ਇਹ ਭੁੱਖ ਲੋਕਾਂ ਦੇ ਵਿਸ਼ਵਾਸਾਂ ਅੰਦਰ ਹੋਰ ਡੂੰਘਾ ਘਰ ਕਰ ਗਈ। ਜਾਤ-ਪਾਤੀ ਨਿਯਮਾਂ ਦੀ ਕਰੜਾਈ ਤੇ ਦੂਰ ਤੱਕ ਇਹਨਾਂ ਦੀ ਮਾਰ ਨੇ ਬੰਦੇ ਅਤੇ ਬਰਾਦਰੀ ਨੂੰ ਜਕੜ ਲਿਆ। ਜਾਤ ਪੰਚਾਇਤਾਂ ਨੇ ਜਾਤ-ਪਾਤੀ ਮਸ਼ੀਨ ਦੀ ਰਗੜ ਨੂੰ ਯਕੀਨੀ ਬਣਾ ਦਿੱਤਾ। ਇਹ ਸਭ ਕੁਝ ਮਿਲਾ ਕੇ ਇੱਕ ਨਾ ਟਾਲਿਆ ਜਾਣ ਵਾਲਾ ਗੁੰਝਲਦਾਰ ਜਾਲ ਬਣ ਗਿਆ। ਜਾਤ-ਪਾਤੀ ਦੇ ਅੰਗ ਦਿਸਣ ਨੂੰ ਅੱਡ-ਅੱਡ ਸਨ, ਪਰ ਇੱਕੋ ਤਾਣੇ ਪੇਟੇ ਦਾ ਹਿੱਸਾ ਸਨ। ਜਾਤ-ਪਾਤੀ ਦੇ ਵੱਖੋ-ਵੱਖ ਅੰਗ ਆਪਣੀ ਆਪਣੀ ਥਾਂ ਸੁਤੰਤਰ ਤੌਰ ਉੱਤੇ ਵੀ ਸ਼ਕਤੀਸ਼ਾਲੀ ਸਨ, ਪਰ ਇਹ ਪੁਰਜ਼ੇ
क्योंकि एक मशीन दे सन। इस वास्ते इन्हां दा मिलवां समुच्चा जोर इक्को सेध विच लगा। इस कारण जात पात एक ना ठल्ली जा सकण वाली शक्ति बन गई। इन्हां अंगां विचों जे किसी दी ताकत घट जांदी जां हट जांदी तां भी समुच्ची शक्ति इतनी बली हो चुकी सी कि यह अगे वधी जांदी अते भारू हुंदी। जात पाती सिस्टम ने ब्राह्मण जाति दे लाभां दी सेवा कीती अते ब्राह्मणां ने इस प्रबंध नूं कायम रखण लई पूरे तान लाए। उन्हां ने धर्म ग्रंथां दे अधिकार, रवायत, रिवाज, रस्म रीत, अवतार सिद्धांत, धर्म दे विचार, पिट आदि सब दी वरतों अपने लाभां लई अते समाज दी जात पाती बनतर नूं पक्किया करन लई कीती। असल विच समाज दी जात पाती बनतर, ब्राह्मणां दे जाती लाभ अते जात सिद्धांत एक दूजे विच इस तरह घुल मिल गए कि यह दसना मुश्किल हो गया कि कित्थे किहड़ा शुरू हुंदा ते कित्थे खत्म हुंदा है। इस तरह इन्हां सब लड़ियां ने मिल के समाजक पिछाकड़ दी एक ना खोली जा सकण वाली गुंझलदार ते पीढ़ी गंढ बन दित्ती। कोई भी अगे वधू लहर जिसका निशाना तरक्की होवे इस गुंझलदार गंढ नूं खोले जां कट्टे बगैर अगे कदम नहीं सी पुट सकदा। सो अज असी पन्ना नंबर 22 तो लैके पन्ना नंबर 51 तक किताब पढ़ी है ते अज असी यह किताब इत्थों तक ही पढ़ांगे। इजाजत दिओ। वाहिगुरू जी का खालसा, वाहिगुरू जी की फतेह।